कहत कबीर कबीर कहत कबीर पीर जन राखो राखो हर सेवा करो तुम्हारी सेवा करो तुम्हारी तुम्हारी दीन दयाल कृपाल दमोदर भगत वत्सल पहारी कहत कबीर पीर जन राखो हर सेवा करो तुम्हारी हर सेवा करो तुम्हारी हम ऐसे अपराधी गोविंद हम ऐसे अपराधी हम ऐसे अपराधी जिन प्रभु जियो पिंड था दिया किसकी पाओ भगत नहीं साथी हम ऐसे अपराधी गोविंद हम ऐसे अपराधी हम ऐसे अपराधी हम ऐसे अपराधी हम ऐसे अपराधी वाहे
ਵਾਹਿਗੁਰੂ ਜੀ ਸਤਨਾਮ। ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਮਾਨ ਕਰੂੰ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ। ਜਿਨਿ ਗੁਰਮੁਖ ਨਾਮ ਧਿਆਇਆ, ਜਿਨਿ ਗੁਰਮੁਖ ਨਾਮ ਧਿਆਇਆ। ਗੁਰਮੁਖ ਨਾਮ ਧਿਆਇਆ, ਜਿਨਿ ਗੁਰਮੁਖ ਨਾਮ ਧਿਆਇਆ। ਗੁਰਮੁਖ ਨਾਮ ਧਿਆਇਆ, ਗੁਰਮੁਖ ਨਾਮ ਧਿਆਇਆ। ਵਿੱਚੋਂ
ਜਿਨੀ ਗੁਰਮੁਖ ਨਾਮ ਧਿਆਇਆ। ਆਏ ਤੇ ਪਰਵਾਨ ਨਾਨਕ ਕੁਲ ਉਧਾਰ ਆਪਣਾ। ਦਰਗਹਿ ਪਾਵੈ ਮਾਨ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ। ਮਿਲ ਜਾਵੇ 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 ਕੋਈ ਰੱਬ ਦਾ ਬਖਸ਼ਿਆ। ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ। ਤੂੰ ਵੀ ਬਖਸ਼ਿਆ ਜਾਵੇਂਗਾ, ਬਖਸ਼ਿਆ ਜਾਵੇਂਗਾ, ਬਖਸ਼ਿਆ ਜਾਵੇਂਗਾ, ਬਖਸ਼ਿਆ ਜਾਵੇਂਗਾ। ਬਖਸ਼ਿਆ ਜਾਵੇਗਾ, ਬਖਸ਼ਿਆ ਜਾਵੇਗਾ, ਬਖਸ਼ਿਆ ਜਾਵੇਗਾ, ਬਖਸ਼ਿਆ ਜਾਵੇਗਾ, ਉਹ ਬਖਸ਼ਿਆ ਜਾਵੇਗਾ, ਬਖਸ਼ਿਆ ਜਾਵੇਗਾ, ਬਖਸ਼ਿਆ ਜਾਵੇਗਾ, ਬਖਸ਼ਿਆ ਜਾਵੇਗਾ। ਬਖਸ਼ਿਆ ਜਾਵੇਂਗਾ, ਬਖਸ਼ਿਆ ਜਾਵੇਂਗਾ, ਬਖਸ਼ਿਆ ਜਾਵੇਂਗਾ, ਬਖਸ਼ਿਆ ਜਾਵੇਂਗਾ। ਉਹ ਬਖਸ਼ਿਆ ਜਾਵੇਗਾ, ਬਖਸ਼ਿਆ ਜਾਵੇਗਾ, ਬਖਸ਼ਿਆ ਜਾਵੇਗਾ, ਤੂੰ ਵੀ ਬਖਸ਼ਿਆ ਜਾਵੇਗਾ, ਬਖਸ਼ਿਆ ਜਾਵੇਗਾ, ਤੂੰ ਵੀ ਬਖਸ਼ਿਆ ਜਾਵੇਗਾ, ਬਖਸ਼ਿਆ ਜਾਵੇਗਾ, ਤੂੰ ਵੀ ਬਖਸ਼ਿਆ ਜਾਵੇਗਾ। ਮਿਲ ਜਾਵੇ ਕੋਈ ਰੱਬ ਦਾ ਸੁਨੇਹੀ। ਮਿਲ ਜਾਵੇ ਰੱਬ ਦਾ ਸੁਨੇਹੀ। ਉਹ ਮਿਲ ਜਾਵੇ ਕੋਈ ਰੱਬ ਦਾ ਸੁਨੇਹੀ। ਮਿਲ ਜਾਵੇ ਰੱਬ ਦਾ ਸੁਨੇਹੀ। ਮਿਲ ਜਾਵੇ ਕੋਈ ਰੱਬ ਦਾ ਸੁਨੇਹੀ। ਮਿਲ ਜਾਵੇ ਕੋਈ ਰੱਬ ਦਾ ਸੁਨੇਹੀ। ਤੁਧ ਆਗੇ ਅਰਦਾਸ ਹਮਾਰੀ। ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾ ਹੋ ਨਾ ਜਾਣੈ
ਗਿਆਨ ਧਿਆਨ ਕਿਛ ਕਰਮ ਨ ਜਾਣਾ, ਹਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧਿਆਨ ਕਿਛ ਕਰਮ ਨ ਜਾਣਾ, ਨਾਹੇ ਨਾ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਭੋ, ਜੀ ਜਾਏ ਤਰਨੀ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਸਭ ਨਾਲੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਇੱਕ ਵਾਰੀ ਸਾਰੇ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਸੰਗਤਾਂ ਕਈ ਦਿਨਾਂ ਤੋਂ ਗੁਰਬਾਣੀ ਦਾ ਕੀਰਤਨ ਆਨੰਦ ਮਾਣਦੇ ਆ ਰਹੇ ਹੋ, ਜੋ ਕਿ 111 ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਤੇ ਉਹਨਾਂ ਤੋਂ ਬਰੋਸਾਏ ਸ੍ਰੀਮਾਨ ਸੰਤ ਬਾਬਾ ਨਾਰ ਸਿੰਘ ਜੀ ਮਹਾਂਪੁਰਖ ਤੇ ਉਹਨਾਂ ਦੇ ਚਰਨ ਸੇਵਕ ਸੇਵਾ ਕਰਦੇ ਰਹੇ ਸ੍ਰੀਮਾਨ ਸੰਤ ਬਾਬਾ ਬੰਦ ਸਿੰਘ ਜੀ ਤੇ ਉਹਨਾਂ ਦੀ ਅੱਗੇ ਸੇਵਾ ਵਿੱਚ ਤਤਪਰ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀ, ਜਿਨ੍ਹਾਂ ਦਾ ਬਹੁਤ ਵੱਡਾ ਇਹ ਉਪਰਾਲਾ ਹੈ, ਇਹ ਮਹਾਨ ਕੁੰਭ ਹੈ। ਬੇਅੰਤ ਸੰਗਤਾਂ ਨੇ ਜਿਹੜੀਆਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਤੇ ਬੇਅੰਤ ਮਹਾਂਪੁਰਖਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਕਈ ਦਿਨਾਂ ਤੋਂ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ। ਸੋ ਆਓ ਅੱਜ ਵੀ ਜੋ ਕਿ ਮਹਾਂਪੁਰਖ ਸੰਤ ਬਾਬਾ ਭਰਪੂਰ ਸਿੰਘ ਜੀ ਉਹ ਵੀ ਥੋੜੇ ਸਮੇਂ ਵਿੱਚ ਪਹੁੰਚਣ ਵਾਲੇ ਨੇ, ਆਪਣੇ ਸਵਾਸਾਂ ਨੂੰ ਸਫਲੇ ਕਰੀਏ, ਕਿਉਂਕਿ ਕੋਈ ਵੀ ਕੰਮ ਕਰਨਾ ਹੋਵੇ ਇਕਾਗਰ ਮਨ ਹੋਣਾ ਬੜਾ ਜ਼ਰੂਰੀ ਹੈ। ਕੀਰਤਨ ਕਰਨਾ ਇਹਦੇ ਵਿੱਚ ਵੀ ਮਨ ਇਕਾਗਰ ਹੋਣਾ ਬੜਾ ਜ਼ਰੂਰੀ ਹੈ।
ਭੈਣਾਂ ਨੇ ਇਸ ਘਰ ਵਿੱਚ ਸਬਜ਼ੀ ਬਣਾਉਂਦੀਆਂ ਨੇ, ਦਾਲਾਂ ਤਿਆਰ ਕਰਦੀਆਂ ਨੇ, ਪ੍ਰਸਾਦੇ ਬਣਾਉਂਦੀਆਂ ਨੇ। ਉੱਥੇ ਵੀ ਇਕਾਗਰ ਹੋਣਾ ਬੜਾ ਮਨ ਜ਼ਰੂਰੀ ਹੈ। ਜੇ ਮਨ ਇਕਾਗਰ ਨਾ ਹੋਇਆ, ਮਰਚਾਂ ਜ਼ਿਆਦੇ ਪੈ ਜਾਣੀਆਂ ਨੇ, ਆਨੰਦ ਨਹੀਂ ਆਉਣਾ। ਵੀਰ ਨੇ ਗੱਡੀ ਚਲਾਉਂਦੇ ਨੇ, ਗੱਡੀ ਚਲਾਉਣ ਵੇਲੇ ਡਰਾਈਵਰ ਦਾ ਮਨ ਹਾਜ਼ਰ ਹੋਣਾ ਬੜਾ ਜ਼ਰੂਰੀ ਹੈ। ਏਦਾਂ ਹੀ ਆਪਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਆ, ਇੱਥੇ ਵੀ ਸਾਡਾ ਮਨ ਇਕਾਗਰ ਹੋਣਾ ਬੜਾ ਜ਼ਰੂਰੀ ਹੈ। ਜੇ ਮਨ ਇਕਾਗਰ ਨਾ ਹੋਇਆ ਫਿਰ ਆਨੰਦ ਨਹੀਂ ਆਉਣਾ। ਏਦਾਂ ਨਾ ਹੋਵੇ ਅਸੀਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਕੇ ਬੈਠੇ ਆ, ਸਾਰੇ ਆਏ ਆ, ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਹੋਏ ਆ, ਤੇ ਸਾਡਾ ਜਿਹੜਾ ਮਨ ਹੈ ਆਪਣੇ ਘਰ ਵਿੱਚ ਫਿਰਦਾ ਹੋਵੇ, ਘਰ ਵਿੱਚ ਹੋਵੇ, ਫਿਰ ਆਪਾਂ ਨੂੰ ਲਾਹਾ ਨਹੀਂ ਲੈ ਸਕਦੇ। ਮਨ ਇਕਾਗਰ ਹੋਵੇ ਨਾ ਪਿਆਰਿਓ। ਸੁਖਮਨੀ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਪਦੇਸ਼ ਕਰਦੇ ਨੇ। ਮਹਾਰਾਜ ਜੀ ਕਹਿੰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਕਹਿੰਦੇ ਜੇ ਉਸਤਤ ਕਰਨੀ ਹੈ ਨਾ, ਪ੍ਰਮਾਤਮਾ ਦੀ ਬੰਦਗੀ ਕਰਨੀ ਹੈ, ਜੇ ਪ੍ਰਮਾਤਮਾ ਨਾਲ ਪਿਆਰ ਕਰਨਾ ਹੈ, ਜੇ ਗੁਰਬਾਣੀ ਦਾ ਆਨੰਦ ਲੈਣਾ ਹੈ, ਜੇ ਕੀਰਤਨ ਦਾ ਆਨੰਦ ਲੈਣਾ ਹੈ, ਫਿਰ ਮਨ ਇਕਾਗਰ ਹੋਣਾ ਬੜਾ ਜ਼ਰੂਰੀ ਹੈ। ਕੋਈ ਗਾਵੇ ਕੋ ਸੁਣੇ, ਹਰਿ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾਰ ਅੰਤ ਪਰਮ ਗਤ ਪਾਏ। ਕਹਿੰਦੇ ਕੋਈ ਗਾਉਂਦਾ ਹੈ, ਕੋਈ ਸੁਣਦਾ ਹੈ, ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕਹਿੰਦੇ ਕੋਈ ਸੰਸਾ ਵਾਲੀ ਗੱਲ ਨਹੀਂ, ਲਾਭ ਹੀ ਲਾਭ ਹੈ। ਸੋ ਆਓ ਮਹਾਂਪੁਰਖ ਪਹੁੰਚੇ ਹਨ, ਸੰਤ ਬਾਬਾ ਭਰਪੂਰ ਸਿੰਘ ਜੀ, ਉਹਨਾਂ ਤੋਂ ਲਾਹੇ ਪ੍ਰਾਪਤ ਕਰਨੇ ਨੇ। ਸੋ ਆਪਾਂ ਲਾਸਟ ਧਾਰਨਾ ਪੜ੍ਹ ਕੇ ਫਿਰ ਆਪਾਂ ਹਿਮਾਨ ਦੇ ਜੱਜ ਕੋ ਹੋਵਾਂਗੇ। ਸੋ ਆਪਾਂ ਜੋ ਕਿ ਅੱਜ ਸਾਰੇ ਹੀ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਆ, ਤੇ ਜਿਹੜੇ ਰੱਬ ਦੇ ਪਿਆਰੇ ਸਾਧੂ ਹੁੰਦੇ ਨੇ, ਘੋਰ ਬਿਨਾ ਕੈਸੇ ਅਸਵਾਰ, ਸਾਧੂ ਬਿਨ ਨਾਹੀ ਦਰਬਾਰ। ਘਰ ਵਿੱਚ ਸਾਰੇ ਮੈਂਬਰ ਹੋਣ, ਬੱਚੇ ਹੋਣ, ਉਹ ਘਰ ਤਾਂ ਹੀ ਚੰਗਾ ਲੱਗਦਾ, ਤੇ ਦਰਬਾਰ ਵੀ ਉਦਾਂ ਹੀ ਸੋਹਣੇ ਲੱਗਦੇ ਆ। ਤੇ ਜਦੋਂ ਸਤਿਗੁਰੂ ਜੀ ਔਰ ਸਤਿਗੁਰੂ ਜੀ ਦੇ ਵਰੁਸ ਆਏ ਮਹਾਂਪੁਰਖ ਜਨ ਹੋਣ, ਸਾਧੂ ਨਾ ਜਹੜੇ ਕਿਨੇ ਪੀਣਾ ਸੀ ਸਮੁੰਦਰਾਂ ਨੂੰ, ਸਾਧੂ ਨਾ ਜੇ ਹੁੰਦੇ ਜਾਂਦਾ ਸਾਗਰਾਂ ਦਾ ਮਾਣਨਾ, ਸਾਧੂ ਨਾ ਜੇ ਹੁੰਦੇ ਕਿਨੇ ਜਪ ਤਪ ਕਰਨਾ ਸੀ, ਸਾਧੂ ਨਾ ਜੇ ਹੁੰਦੇ ਲੋਕੋ ਤਰਦਾ ਜਹਾਨ ਨਾ,
ਮਾਲੀਆ ਵੇ ਬਾਗ ਸੁਨਾ ਕਰਕੇ ਨੀ ਜਾਈਦਾ ਮਾਲੀਆ ਵੇ ਬਾਗ ਸੁਨਾ ਮਾਲੀਆ ਵੇ ਬਾਗ ਸੁਨਾ ਕੇ ਨੀ ਜਾਈਦਾ ਮਾਲੀਆ ਵੇ ਬਾਗ ਸੁਨਾ ਮਾਲੀਆ ਵੇ ਬਾਗ ਸੁਨਾ ਕਰਕੇ ਨੀ ਜਾਈਦਾ ਮਾਲੀਆ ਵੇ ਬਾਗ ਸੁਨਾ ਮਾਲੀਆ ਵੇ ਬਾਗ ਸੁਨਾ ਉਹ ਛੱਡ ਕੇ ਨੀ ਜਾਈਦਾ ਮਾਲੀਆ ਵੇ ਬਾਗ ਸੁਨਾ ਮਾਲੀਆ ਵੇ ਬਾਗ ਸੁਨਾ ਛੱਡ ਕੇ ਨੀ ਜਾਈਦਾ ਮਾਲੀਆ ਵੇ ਬਾਗ ਸੁਨਾ ਮਾਲੀਆ ਵੇ ਬਾਗ ਛੱਡ ਕੇ ਨੀ ਜਾਈਦਾ ਮਾਲੀਆ ਵੇ ਬਾਗ ਸੁਨਾ ਮਾਲੀਆ ਵੇ ਬਾਗ ਸੁਨਾ ਆਪਣੇ ਪਿਆਰਿਆਂ ਨੂੰ ਆਪਣੇ ਪਿਆਰਿਆਂ ਨੂੰ ਐਦਾਂ ਨਹੀਂ ਰਵਾਈਦਾ ਆਪਣੇ ਪਿਆਰਿਆਂ ਨੂੰ ਆਪਣੇ ਪਿਆਰਿਆਂ ਨੂੰ ਐਦਾਂ ਨੀ ਰਵਾਈਦਾ ਆਪਣੇ ਪਿਆਰਿਆਂ ਨੂੰ ਆਪਣੇ ਪਿਆਰਿਆਂ ਨੂੰ ਐਦਾਂ ਨੀ ਰਵਾਈਦਾ ਆਪਣੇ ਪਿਆਰਿਆਂ ਨੂੰ ਆਪਣੇ ਪਿਆਰਿਆਂ ਨੂੰ ਫੁੱਲ ਸੁੱਕ ਗਏ ਸਰੀਰ ਰੂਪੀ ਬਾਗ ਦੇ ਕਿੱਥੇ ਜਾ ਕੇ ਬਹਿ ਗਿਆ ਮਾਲੀਆ ਫੁੱਲ ਸੁੱਕ ਗਏ ਸਰੀਰ ਰੂਪੀ ਬਾਗ ਦੇ ਕਿੱਥੇ ਜਾ ਕੇ ਬਹਿ ਗਿਆ ਮਾਲੀਆ ਫੁੱਲ ਸੁੱਕ ਗਏ ਸਰੀਰ ਰੂਪੀ ਬਾਗ ਦੇ ਕਿੱਥੇ ਜਾ ਕੇ ਬਹਿ ਗਿਆ ਮਾਲੀਆ ਫੁੱਲ ਸੁੱਕ ਗਏ ਸਰੀਰ ਰੂਪੀ ਬਾਗ ਦੇ ਕਿੱਥੇ ਜਾ ਕੇ ਬਹਿ ਗਿਆ ਮਾਲੀਆ ਸੋ ਇਤਨਾ ਕੁ ਸਮਾਂ ਪ੍ਰਵਾਨ ਕਰਨਾ ਬੋਲਦਿਆਂ ਕੋਲ ਕਿੰਨੀ ਨਿੱਕਾ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਸਤਿਗੁਰ ਮਹਾਰਾਜ ਜੀ ਬਖਸ਼ੰਦ ਪਿਤਾ ਹਨ ਬਖਸ਼ਣਯੋਗ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਨਾਜਰ ਸਿੰਘ ਜੀ ਦਬਲਾਨ ਤੋਂ ਜੋ ਜੱਸੋਵਾਲ ਵਿਖੇ ਸੇਵਾ ਨਿਭਾ ਰਹੇ ਨੇ। ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਫੁਲਵਾੜੀ ਦੇ ਵਿਦਿਆਰਥੀ ਨੇ। ਸੋ ਹਾਜ਼ਰੀ ਭਰੀ ਬਹੁਤ ਬਹੁਤ ਧੰਨਵਾਦ। ਆਓ ਹੁਣ ਸਾਡੇ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਭਰਪੂਰ ਸਿੰਘ ਜੀ ਸੇਖਾ ਜਲੂਰ ਵਾਲੇ ਜਿਨ੍ਹਾਂ ਦਾ ਮਹਾਂਪੁਰਸ਼ਾਂ ਦੇ ਨਾਲ ਸੰਗਤ ਦੇ ਨਾਲ ਬੜਾ ਪਿਆਰ ਹੈ। ਜਿੱਥੇ ਵੀ ਸਮਾਗਮ ਹੁੰਦਾ ਮਹਾਂਪੁਰਸ਼ ਉੱਥੇ ਹੀ ਕੀਰਤਨ ਦੀਆਂ ਝੜੀਆਂ ਲਾਉਂਦੇ ਨੇ। ਸੋ ਆਓ ਸਾਰੀਆਂ ਸੰਗਤਾਂ ਭਾਈ ਇਸੇ ਤਰ੍ਹਾਂ ਮਨ ਇਕਾਗਰ ਕਰਕੇ ਜੁੜੋ। ਮਹਾਂਪੁਰਸ਼ਾਂ ਦੇ ਕੋਲੋਂ ਆਪਾਂ ਲਾਹੇ ਪ੍ਰਾਪਤ ਕਰੀਏ। ਸ਼੍ਰੀਮਾਨ ਸੰਤ ਬਾਬਾ ਭਰਪੂਰ ਸਿੰਘ ਜੀ ਸੇਖੇ ਵਾਲੇ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ। नमस्कार गुरुदेव को सच नाम जिन मंत्र सुनाया भवजल बिचों कढ़ के मुक्त पदार्थ मैं समाया। आद गुर ए नमः जुगाद गुर ए नमः सतगुर ए नमः श्री गुरुदेव ए नमः। मेरी बंदना गोपाल तैनू बंदना बंदना गोपाल तैनू बंदना गोपाल तैनू बंदना बंदना गोपाल तैनू बंदना मेरी बंदना गोपाल तैनू बंदना मेरी बंदना गोपाल तैनू बंदना मेरी बंदना गोपाल तैनू
ਹੱਥ ਜੀ ਜੋੜ ਜੋੜ ਕੇ ਭਾਈ ਦੋਵੇਂ ਹੱਥ ਜੋੜ ਜੋੜ ਕੇ ਮੇਰੀ ਬੰਦਨਾ ਗੁਰਦੇਵ ਕੋ ਦੋਵੇਂ ਹੱਥ ਜੋੜ ਜੋੜ ਕੇ ਡੰਡੌਤ ਬੰਦਨੇ ਅਨਕ ਵਾਰ ਸਰਵ ਕਲਾ ਸਮਰਾਤ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਫਿਰਤ ਪਾਵੇਂ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦਵਾਰ ਵਾਹੇ ਗਏ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਜੀ, ਕਾਫੀ ਸਮੇਂ ਤੋਂ ਗੁਰਮੁਖ ਪਿਆਰਿਆਂ ਪਾਸੋਂ ਗੁਰੂ ਬਾਬਾ ਜੀ ਦਾ ਜਸ ਸਰਵਣ ਕਰ ਰਹੇ ਸੀ। ਵੱਡੇ ਭਾਗ ਨੇ ਆਪਣੇ ਸਾਰਿਆਂ ਦੇ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸੁਭਾਗੀਆਂ ਘੜੀਆਂ ਬਖਸ਼ੀਆਂ ਨੇ। ਦਾਸ ਵੱਲੋਂ ਜਥੇ ਵੱਲੋਂ ਨਿਮਰਤਾ ਸਾਹਿਤ ਗੁਰਫਤਿਹ ਪ੍ਰਵਾਨ ਕਰਿਓ ਭਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਕਿਰਪਾ ਹੋਈ ਹੈ ਸਤਿਗੁਰਾਂ ਦੀ। ਹਰਜਸ ਕੀਰਤਨ ਦਾ ਸੁਭਾਗਾ ਸਮਾਂ ਆਪ ਸਤਿਗੁਰ ਨੇ ਤਰੁੱਠ ਕੇ ਸਾਡੀ ਝੋਲੀ ਚ ਪਾਇਆ ਹੈ। ਮਿਲਬੇ ਕੀ ਮਹਿਮਾ ਵਰ ਨਾ ਸਕੋ ਨਾਨਕ ਪਰੇ ਪਰੀਲਾ। ਮਿਲ ਕੇ ਬੈਠਣ ਦੀ ਮਹਿਮਾ ਅਗਾਧ ਬੋਧ ਹੈ, ਇਹਦਾ ਵਿਖਿਆਨ ਨਹੀਂ ਕੀਤਾ ਜਾ ਸਕਦਾ, ਵਰਣਨ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਜ਼ਿੰਦਗੀ ਵਿੱਚ ਸਤਸੰਗ ਲਾਜ਼ਮੀ ਹੈ। ਜੇ ਮਨੁੱਖਾ ਜਨਮ ਮਿਲ ਗਿਆ ਤਾਂ ਸਤਸੰਗ ਜ਼ਰੂਰੀ ਹੈ। ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਨੇ ਵੀ ਸਾਰੇ ਜੀਵ ਭਾਗਾਂ ਵਾਲੇ ਨੇ, ਜਿੰਨੇ ਵੀ ਧਰਤੀ ਤੇ ਪੈਦਾ ਹੋਏ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਭਾਗਾਂ ਵਾਲੇ ਨੇ। ਪਰ ਜਿਹੜੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਆ ਕੇ ਸਤਸੰਗ ਵਿੱਚ ਜੁੜ ਜਾਂਦੇ ਨੇ, ਉਹ ਨੇ ਵੱਡੇ ਭਾਗਾਂ ਵਾਲੇ। ਜਿੰਨੀ ਆਪਾਂ ਕਥਾ ਕੀਰਤਨ ਵਿੱਚ ਜੁੜਦੇ ਹਾਂ ਹਰ ਰੋਜ਼, ਸਮਝੋ ਵੀ ਤੁਹਾਡੇ ਤੇ ਵਿਸ਼ੇਸ਼ ਕਿਰਪਾ ਗੁਰੂ ਮਹਾਰਾਜ ਜੀਆਂ ਦੀ। ਨਹੀਂ ਤੇ ਗੁਰਮੁਖ ਪਿਆਰਿਓ, ਸੰਸਾਰੀ ਕਾਰੋ ਬਿਹਾਰੀ ਇੰਨੇ ਉਲਝੇ ਪਏ ਨੇ ਕਿ ਬੰਦੇ ਕੋਲੇ ਸਿਰ ਖੁਰਕਣ ਦੀ ਫੁਰਸਤ ਨਹੀਂ ਹੈ। ਸਤਸੰਗ ਦਾ ਸਮਾਂ ਤੇ ਕਿੱਥੇ ਇਹਦੇ ਕੋਲੇ ਹੋਵੇਗਾ। ਇਹ ਜਿੰਨੇ ਆਪਾਂ ਬੈਠੇ ਆ, ਸਾਰਿਆਂ ਉੱਪਰ ਗੁਰੂ ਬਾਬਾ ਜੀ ਦੀ ਕਿਰਪਾ ਹੋਈ ਹੈ। ਸਾਰੇ ਆਪਾਂ ਵੱਡੇ ਭਾਗਾਂ ਵਾਲੇ ਆ। ਆਪਣੇ ਮਨ ਨੂੰ ਸਮਝਾਉਣਾ ਮਨਾ। ਆ ਕਲਯੁਗ ਦੇ ਵਿੱਚ ਤੈਨੂੰ ਤਪੱਸਿਆ ਦਾ ਸਮਾਂ ਬਖਸ਼ਿਆ ਗੁਰੂ ਮਹਾਰਾਜ ਜੀ ਨੇ। ਇਸੇ ਕਰਕੇ ਮਨ ਚਿੱਤ ਬਿਰਤੀਆਂ ਕਾਗਰ ਕਰਕੇ ਜਦੋਂ ਬੈਠਾਂਗੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ, ਤਾਂ ਪੂਰਾ ਲਾਹਾ ਪ੍ਰਾਪਤ ਹੋਣਾ। ਹਰ ਵਾਰੀ ਮੈਂ ਬੇਨਤੀ ਕਰਕੇ ਜਾਣਾ ਹੁੰਨਾ,
ਵੱਡੇ ਭਾਗਾਂ ਨਾਲ ਮਨੁੱਖਾ ਜਨਮ ਮਿਲਦਾ, ਪਰ ਉਦੋਂ ਵੱਡੇ ਭਾਗ ਹੋ ਜਾਂਦੇ ਨੇ ਜਦੋਂ ਸਤਿਪੁਰਖਾਂ ਦੀ ਸੰਗਤ ਮਿਲ ਜਾਵੇ। ਸਤਿਪੁਰਖ ਸਤ ਨਾਲ ਜੋੜ ਦਿੰਦੇ ਨੇ। ਮਿਲਵੇ ਕੀ ਮਹਿਮਾ ਵਰਨ ਸਕੋ ਨਾਨਕ ਪਰੇ ਪਰੀਲਾ। ਫਿਰ ਗੁਰਮੁਖ ਪਿਆਰਿਓ ਮਹਾਪੁਰਖ ਗੁਰਬਾਣੀ ਦੁਆਰਾ ਸਮਝਾ ਦਿੰਦੀ ਹੈ ਬਈ ਤੈਨੂੰ ਮਨੁੱਖਾ ਜਨਮ ਮਿਲਿਆ ਨਿਰਾਪੁਰਾ ਖਾਣ ਪੀਣ ਹੰਡਾਉਣ ਵਾਸਤੇ ਨਹੀਂ ਮਿਲਿਆ। ਜੇ ਤੂੰ ਖਾਣ ਪੀਣ ਹੰਡਾਉਣ ਤੱਕ ਹੀ ਸੀਮਤ ਰਹਿ ਗਿਆ ਤਾਂ ਫਿਰ ਪਸ਼ੂ ਪੰਛੀ ਵੀ ਤਾਂ ਇਹੀ ਕੰਮ ਕਰਦੇ ਆ। ਤੇਰੇ ਤੇ ਇੱਕ ਵਿਸ਼ੇਸ਼ ਕਿਰਪਾ ਹੋਈ ਹੈ। ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾ ਕੇ ਭੋਏ ਗਿਰੈ ਬੌਰ ਨਾ ਲਾਗੈ ਡਾਰ। ਤੇਰੇ ਤੇ ਵਿਸ਼ੇਸ਼ ਕਿਰਪਾ ਹੋਈ ਹੈ, ਤੈਨੂੰ ਗਿਆਨ ਦਿੱਤਾ, ਬਾਕੀ ਜੂਨਾਂ ਨੂੰ ਗਿਆਨ ਨਹੀਂ ਹੈ। ਤੈਨੂੰ ਗਿਆਨ ਆ, ਤੈਨੂੰ ਆਪਣੇ ਚੰਗੇ ਦਾ ਮਾੜੇ ਦਾ ਸਭ ਦਾ ਪਤਾ। ਇਸੇ ਕਰਕੇ ਗੁਰਬਾਣੀ ਸਾਰੇ ਪੜ੍ਹਿਓ ਇੱਕ ਮਨ ਇੱਕ ਚਿੱਤ ਹੋ ਕੇ। ਕੀ ਕਹਿੰਦੇ ਨੇ? ਸਤਿਗੁਰੂ ਮਨੁੱਖਾ ਜਨਮ ਮਿਲ ਗਿਆ, ਹੁਣ ਕਰਨਾ ਕੀ ਆ? ਉਹ ਲੁੱਟ ਲੁੱਟ ਲੈ, ਲੁੱਟ ਹਰ ਕੇ ਨਾਮ ਦੀ, ਲੁੱਟ ਲੈ ਲੁੱਟ ਹਰ ਕੇ ਨਾਮ ਦੀ, ਲੁੱਟ ਲੈ ਲੁੱਟ ਹਰ ਕੇ ਨਾਮ ਦੀ। ਵਾਹਿਗੁਰੂ ਭਾਈ ਕੁੜੀਓ ਜਿਉਂਦੇ ਰਹੋ। ਲੁੱਟ ਲੁੱਟ ਲੈ ਲੁੱਟ ਹਰ ਕੇ ਨਾਮ ਦੀ, ਲੁੱਟ ਲੈ ਲੁੱਟ ਹਰ ਕੇ ਨਾਮ ਦੀ। ਉਹ ਲੁੱਟ ਲੁੱਟ ਲੈ ਲੁੱਟ ਹਰ ਕੇ ਨਾਮ ਦੀ, ਲੁੱਟ ਲੈ ਲੁੱਟ ਹਰ ਕੇ ਨਾਮ ਹਰ ਕੇ ਨਾਮ ਦੀ, ਲੁੱਟ ਹਰ ਕੇ ਨਾਮ ਦੀ, ਲੁੱਟ ਹਰ ਕੇ ਨਾਮ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਲੁੱਟ ਹਰ ਕੇ ਨਾਮ ਦੀ, ਹਰ ਕੇ ਨਾਮ ਦੀ, ਲੁੱਟ 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 ਹਰ ਕੇ ਹਰ ਕੇ ਨਾਮ ਦੀ, ਲੁੱਟ ਲੁੱਟ ਲੈ ਲੁੱਟ ਹਰ ਕੇ ਨਾਮ। ਵਾਹਿਗੁਰੂ ਲੁੱਟ ਲੈ ਲੁੱਟ ਹਰ ਕੇ ਨਾਮ, ਲੁੱਟ ਲੈ ਲੁੱਟ ਹਰ ਕੇ ਨਾਮ ਦੀ, ਲੁੱਟ ਲੁੱਟ ਲੈ ਲੁੱਟ ਹਰ ਕੇ ਨਾਮ ਦੀ। ਇਸ ਮਨੁੱਖ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਆ ਵੀ ਲੂਟ ਨਾ ਹੈ ਤੋ ਲੂਟ ਲੈ, RAM ਨਾਮ ਹੈ ਲੂਟ, ਫਿਰ ਪਾਛੇ ਪਛਤਾਹੇਂਗੇ ਪ੍ਰਾਣ ਜਾਹੇਂਗੇ ਛੂਟ। ਜਦੋਂ ਤੇਰੇ ਪ੍ਰਾਣ ਨਿਕਲ ਗਏ ਜਾਂ ਕਹ ਲੋ ਵਡੇਪਾ ਆ ਗਿਆ, ਫਿਰ ਤੇਤੋਂ ਰੱਬ ਦੇ ਨਾਮ ਦੀ ਲੁੱਟ ਨਹੀਂ ਲੁੱਟੀ ਜਾਣੀ। ਅਰਦਾਸ ਕਰਿਆ ਕਰੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਵੀ ਸਤਿਗੁਰੂ ਜੇ ਜ਼ਿੰਦਗੀ ਦਿੱਤੀ ਹੈ, ਜੇ ਮਨੁੱਖਾ ਜਨਮ ਦਿੱਤਾ ਤਾਂ ਫਿਰ ਕਿਰਪਾ ਕਰੋ ਕਿਸੇ ਮਹਾਂਪੁਰਖ ਸੰਤ ਬਾਬਾ ਨਾਰ ਸਿੰਘ ਜੀ ਮਹਾਰਾਜ, ਸੰਤ ਬਾਬਾ ਬੰਤ ਸਿੰਘ ਜੀ ਮਹਾਰਾਜ ਜੀਆਂ ਵਰਗਾ ਕੋਈ ਮਿਲ ਜਾਵੇ, ਕੋਈ ਮਿਲ ਜਾਵੇ ਤੇ ਗੁਰਮੁਖ ਪਿਆਰਿਓ। ਬਸ ਫਿਰ ਗੁਰਮੁਖ ਪਿਆਰਿਓ ਜਿਹੜੇ ਮਹਾਂਪੁਰਖ ਹੁੰਦੇ ਆ, ਬਸ ਜੋ ਸ਼ਰਨ ਆਵੇ
ਤਿਸ ਕੰਠ ਲਾਵੈ ਇਹ ਬਿਰਦ ਸੁਆਮੀ ਸੰਦਾ। ਤੇ ਗੁਰਮੁਖ ਪਿਆਰਿਓ, ਮਹਾਪੁਰਖਾਂ ਦੀ ਸ਼ਰਨ ਵਿੱਚ ਆਉਣ ਨਾਲ ਹੀ ਤੇ ਗੁਰਮੁਖ ਪਿਆਰਿਓ, ਜੇ ਮਨ ਸ਼ੁੱਧ ਹੈ, ਮਨ ਸਾਫ਼ ਹੈ, ਤਾਂ ਗੁਰਮੁਖ ਪਿਆਰਿਓ ਮਹਾਪੁਰਖ ਪੂਰੇ ਸਤਿਗੁਰੂ ਨਾਲ ਮਿਲਾ ਦਿੰਦੇ ਆ, ਪੂਰੇ ਸਤਿਗੁਰ ਨਾਲ। ਤੇ ਗੁਰਮੁਖ ਪਿਆਰਿਓ, ਪਰ ਇੱਕ ਬੇਨਤੀ ਸਾਰੇ ਕਰਿਓ ਮੇਰੇ ਨਾਲ ਰਲ ਕੇ, ਆਪਾਂ ਫਿਰ ਕੀਰਤਨ ਕਥਾ ਸ਼ੁਰੂ ਕਰਦੇ ਹਾਂ। ਸਾਰੇ ਜਾਣੇ ਮਨ ਬਿਰਤੀਆਂ ਇਕਾਗਰ ਕਰਕੇ ਇੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾਂ ਨੂੰ ਸਨਮੁਖ ਰੱਖ ਕੇ ਆਪਦੇ ਮਨ ਨੂੰ ਸੁਬੋਧਨ ਹੋ ਕੇ ਹਿਰਦੇ 'ਚੋਂ ਬੋਲਿਓ ਭਾਈ ਸਾਰੇ। ਮੇਲੀਓ ਨਾ ਜੀ ਪਿਆਰਿਆਂ ਨੂੰ, ਮੇਲੀਓ ਨਾ ਜੀ ਪਿਆਰਿਆਂ ਨੂੰ, ਮੇਲੀਓ ਨਾ ਜੀ ਹਿਰਦੇ 'ਚੋਂ ਪਿਆਰਿਆਂ। ਵਾਹਿਗੁਰੂ ਜਿਉਂਦੀਆਂ ਰਹੋ। ਮੇਲੀਓ ਨਾ ਜੀ ਪਿਆਰਿਆਂ ਦਾਤਾ ਮੇਲੀਓ ਨਾ ਜੀ ਪਿਆਰਿਆਂ ਨੂੰ, ਮੇਲੀਓ ਨਾ ਜੀ ਪਿਆਰਿਆਂ ਨੂੰ, ਮੇਲੀਓ ਨਾ ਜੀ ਪਿਆਰਿਆਂ। ਭਿੱਜ ਕੇ ਅੰਦਰੋਂ ਅਰਦਾਸ ਕਰਨੀ ਹੈ। ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਪਿਆਰਿਆਂ ਨੂੰ, ਮਿਲਿਆ ਤੇਰਾ ਨਾਮ ਚਿੱਤ ਆਵੇ ਪਿਆਰਿਆਂ ਨੂੰ। ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਵਾਹਿਗੁਰੂ 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 ਵਾਹਿਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬਾਪੂ ਵੀ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝਾ ਮਿੱਤਰ ਅਸਾਡੜੇ ਸੀ ਕਿਰਪਾ ਕਰੋ। ਬੇਸ਼ੱਕ ਬਿਰਲੇ ਹੀ ਨੇ, ਪਰ ਆਪ ਜਦੋਂ ਕਿਰਪਾ ਕਰੋਗੇ ਜ਼ਰੂਰ ਮਿਲਾਪ ਹੋ ਜਾਊਗਾ, क्योंकि कुछ पाने के लिए कुछ खोना पड़ता है। ते गुरमुख प्यारिओ, जे सतपुरखां दी संगत प्राप्त करनी है तो परमात्मा अगे गुरु ग्रंथ साहब जी अगे बेनती करनी पैनी है, सतगुरु जी सही प्यारे मेल जिन्ना मिलिया तेरा नाम चित आवे। पर मनुख दा हंकार इहनूं इत्थे तक लै जांदा है, कहंदा मेरे कोल तां बहुत कुछ है, मैं किसी तो की लैणा। ਇਹਦੇ ਕੋਲੇ ਬਹੁਤ ਕੁਝ ਹੈ, ਕਹਿੰਦਾ ਮੈਂ ਕਿਸ ਤੋਂ ਕੀ ਲੈਣਾ। ਤੇ ਗੁਰਮੁਖ ਪਿਆਰਿਓ, ਪਰ ਤੁਸੀਂ ਕਦੇ ਖਿਆਲ ਕਰਿਓ, ਕਦੇ ਧਿਆਨ ਨਾਲ ਦੇਖਿਓ ਵੀ ਮਹਾਪੁਰਖ ਰਾਜੇ ਜੋਗੀ ਹੁੰਦੇ ਆ, ਰਾਜੇ ਜੋਗੀ। ਦੇਖਿਓ ਕਦੇ ਧਿਆਨ ਨਾਲ, ਗੱਲਾਂ ਬਸ ਆਪਾਂ ਸੁਣ ਲੈਨੇ ਆ ਤੇ ਸੁਣ ਕੇ ਚੱਲ ਜਾਂਦੇ ਆ, ਕਦੇ ਵਿਚਾਰ ਕਰਦੇ ਨਹੀਂ। ਜਦ ਤੱਕ ਗੁਰਬਾਣੀ ਦੀ ਵਿਚਾਰ ਤੁਹਾਡੇ ਅਚਾਰ ਵਿੱਚ ਨਹੀਂ ਆਉਂਦੀ, ਉਦੋਂ ਤੱਕ ਗੱਲ ਨਹੀਂ ਬਣਨੀ। ਹੋ ਪਿਆਰਿਓ, सुनी जाओ, सुनाई जाओ,
ਜੋ ਕੁਝ ਮਰਜ਼ੀ ਕਰੀ ਜਾਓ, ਮਨ ਦੀ ਇਕਾਗਰਤਾ ਨਹੀਂ ਬਣਨੀ ਜਿੱਦੇ ਤੁਹਾਡੇ ਗੁਰਬਾਣੀ ਦੀ ਵਿਚਾਰ ਤੁਹਾਡੇ ਆਚਾਰ ਵਿੱਚ ਨਾ ਆਈ, ਮਤਲਬ ਰੋਜ਼ ਦੇ ਜੀਵਨ ਵਿੱਚ ਨਾ ਆਈ। ਤੇ ਗੁਰਮੁਖ ਪਿਆਰਿਓ ਫਿਰ ਕੁਝ ਨਹੀਂ ਬਣਨਾ। ਇਸੇ ਕਰਕੇ ਸਾਡੇ ਕੋਲੇ ਪ੍ਰਚਾਰ ਬਹੁਤ ਹੈ, ਪ੍ਰਚਾਰ ਦਾ ਮਾਧਿਅਮ ਬਹੁਤ ਹੈ, ਪ੍ਰਚਾਰ ਹੋ ਬਹੁਤ ਰਿਹਾ ਹੈ, ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਬੇਅਦਬੀ ਵੀ ਬਹੁਤ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ। ਇਹ ਵੀ ਨਾਲ ਦੀ ਨਾਲ ਹੈ। ਕਾਰਨ ਕੀ ਆ? ਤੇ ਗੁਰਮੁਖ ਪਿਆਰਿਓ ਜਿਹੜੇ ਅਸੀਂ ਲੋਕ ਅਸੀਂ ਤੁਹਾਨੂੰ ਕੁਝ ਸਮਝਾ ਹੀ ਨਹੀਂ ਸਕੇ। ਜਿਹੜੇ ਅਸੀਂ ਲੋਕ ਨਾ ਪ੍ਰਚਾਰਕ, ਅਸੀਂ ਤੁਹਾਨੂੰ ਕੁਝ ਵੀ ਨਹੀਂ ਸਮਝਾ ਸਕੇ ਵੀ ਸਤਿਗੁਰੂ ਮਹਾਰਾਜ ਜੀ ਕੀ ਕਹਿ ਰਹੇ ਨੇ। ਤੇ ਗੁਰਮੁਖ ਪਿਆਰਿਓ ਕੋਈ ਪੂਰਾ ਮਿਲ ਜਾਵੇ, ਉਹ ਤਾਂ ਇੱਕੋ ਪ੍ਰਮਾਣ ਨਾਲ ਹੀ ਗੱਲ ਸਮਝਾ ਦਿੰਦਾ, ਕੋਈ ਪੂਰਾ ਮਿਲ ਜਾਵੇ। ਜਦੋਂ ਪੂਰਾ ਮਿਲ ਜਾਂਦਾ ਤੇ ਗੁਰਮੁਖ ਪਿਆਰਿਓ ਬਸ ਉਹਦੀ ਆਭਾ ਇਹੀ ਜੀ ਹੁੰਦੀ ਹੈ, ਮਤਲਬ ਸਮਝਦੇ ਹੋ ਆਭਾ ਆਦਲ ਆਪਣੇ ਫੁੱਟ ਡੇਢ ਫੁੱਟ ਇੱਕ ਹਵਾ ਆਪਣੇ ਆਲੇ ਦੁਆਲੇ ਸਰੀਰ ਦੇ, ਇਹਨੂੰ ਆਭਾ ਕਹਿੰਦੇ ਆਪਾਂ। ਜਦੋਂ ਬਾਣੀ ਪੜਨ ਵਾਲੇ ਗੁਰਸਿੱਖ ਦੇ ਕੋਲੇ ਜਾਵੋਗੇ, ਨਾਮ ਜਪਣ ਵਾਲੇ ਦੇ ਕੋਲੇ ਜਾਵੋਗੇ, ਉਹਦੀ ਆਭਾ ਮੰਡਲ ਵਿੱਚ ਜਾਵੋਗੇ ਤੇ ਗੁਰਮੁਖ ਪਿਆਰਿਓ ਕੁਦਰਤੀ ਹੀ ਮਨ ਸ਼ਾਂਤ ਹੋ ਜਾਵੇਗਾ। ਇਹ ਨਿਸ਼ਾਨੀ ਹੈ। ਆਪਾਂ ਭਟਕਦੀ ਫਿਰਦੇ ਆ, ਪੁੱਛਦੇ ਫਿਰਦੇ ਆ ਵੀ ਨਾਮ ਕਿਵੇਂ ਜਪਣਾ ਜੀ, ਸਾਧੂ ਕਹੇ ਜੇ ਹੁੰਦੇ ਨੇ ਜੀ। ਤੇ ਗੁਰਮੁਖ ਪਿਆਰਿਓ ਧੰਨ ਗੁਰੂ ਬਾਪੂ ਨੇ ਕੋਈ ਲੁੱਕ ਲਪੇਟ ਵਾਲੀ ਗੱਲ ਨਹੀਂ ਕਰੀ। ਕਹਿੰਦੇ ਆ ਤੈਨੂੰ ਦੱਸਾਂ ਸੰਤ ਕਹੇ ਜੇ ਹੁੰਦੇ ਨੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਰਦੇ ਆ ਤੈਨੂੰ ਦੱਸਾਂ ਸੰਤ ਕਹੇ ਜੇ ਹੁੰਦੇ ਆ। ਉਹਨਾਂ ਨੇ ਨਿਸ਼ਾਨੀਆਂ ਦੱਸੀਆਂ ਨੇ ਸੰਤਾਂ ਦੀਆਂ ਸੰਗਤ ਜੀ। ਪਰ ਆਪਾਂ ਤਾਂ ਉੱਥੇ ਹੀ ਖੜ ਜਾਂਦੇ ਵੀ ਆ ਬਾਣੀ 9ਵੇਂ ਪਾਤਸ਼ਾਹ ਦੀ ਆ ਗਈ, ਇਹ ਮਰਗ ਵੇਲੇ ਆ ਖੁਸ਼ੀ ਵੇਲੇ ਆ, ਬਸ ਤਾਂ ਆਪਾਂ ਉੱਥੇ ਹੀ ਖੜ ਗਏ। ਨਹੀਂ ਸੰਗਤ ਜੀ, ਕਦੇ ਗੌਰ ਨਾਲ ਤੱਕਿਓ ਬਾਪੂ ਕੀ ਕਹਿ ਰਹੇ ਨੇ। ਆ ਤੈਨੂੰ ਸੰਤ ਦੱਸਾਂ ਕਿਹੋ ਜਿਹੇ ਹੁੰਦੇ ਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਆ ਸੰਤਾ ਜਿਹੜਾ ਬਹੁਤੇ ਦੁੱਖ ਤੇ ਦੁਖੀ ਨਹੀਂ ਹੁੰਦਾ, ਬਹੁਤੇ ਸੁੱਖ ਤੇ ਸੁਖੀ ਨਹੀਂ ਹੁੰਦਾ, ਮਿੱਟੀ ਤੇ ਸੋਨੇ ਨੂੰ ਬਰਾਬਰ ਕਰਕੇ ਜਾਣਦਾ, ਇਹਨੂੰ ਸੰਤ ਕਹਿੰਦੇ ਆ। ਤੇ ਗੁਰਮੁਖ ਪਿਆਰਿਓ ਗੁੱਸਾ ਤਾਂ ਨਾ ਕਰਿਓ, ਅੱਜ ਦੇ ਸੰਤਾਂ ਵਿੱਚ ਇਹ ਗੱਲ ਨਹੀਂ ਹੈ। ਅੱਜ ਦੇ ਗੁਰਮੁਖ ਪਿਆਰਿਓ ਬਸ ਸਮਝੋ ਵੀ ਜਿਹੜੀ ਗੱਲ ਸਤਿਗੁਰੂ ਕਹਿ ਰਹੇ ਨੇ ਉਹ ਤਾਂ ਹੈ ਹੀ ਨਹੀਂ। ਇਸੇ ਕਰਕੇ ਗੜਬੜਾਓ ਪਿਆਰਿਓ, ਨਹੀਂ ਤੇ ਸੰਤ ਹੋਣ। ਤੇ ਗੁਰਮੁਖ ਪਿਆਰਿਓ ਅੰਮ੍ਰਿਤ ਬਰਸਾ ਦਿੰਦੇ ਆ ਮਹਾਂਪੁਰਖ। ਤੁਹਾਡੇ ਵੱਡੇ ਭਾਗ ਨੇ, ਤੁਹਾਨੂੰ ਸੰਤ ਬਾਬਾ ਕਿਰਪਾਲ ਸਿੰਘ ਮਹਾਰਾਜ ਜੀ ਦੀ ਸੰਗਤ ਮਿਲੀ ਆ, ਤੁਹਾਨੂੰ ਸੰਤ ਬਾਬਾ ਨਾਰ ਸਿੰਘ ਮਹਾਰਾਜ ਦੀ ਸੰਗਤ ਮਿਲੀ ਆ, ਤੁਹਾਨੂੰ ਸੰਤ ਬਾਬਾ ਬੰਤ ਸਿੰਘ ਮਹਾਰਾਜ ਜੀ ਦੀ ਸੰਗਤ ਮਿਲੀ ਆ। ਹੁਣ ਸੰਤ ਬਾਬਾ ਬਲਜੀਤ ਸਿੰਘ ਜੀ ਆਪ ਜੀ ਨੂੰ ਤਾਰ ਰਹੇ ਨੇ। ਤਕਰੀਬਨ 1 ਮਹੀਨਾ 1.5 ਮਹੀਨਾ ਪੂਰਾ ਤੁਹਾਨੂੰ ਸਤਸੰਗ ਵਿੱਚ ਲਾਉਂਦੇ ਆ ਮਹਾਂਪੁਰਖ। ਇੱਥੇ ਤੇ ਸਤਿਗੁਰ ਕਹਿੰਦੇ ਇੱਕ ਘੜੀ ਮਿਲ ਜਾਵੇ ਨਾ, ਉਹ ਪਾਰੋ ਤਾਰਾ ਕਰ ਦਿੰਦੀ ਹੈ। ਪਰ ਦੇਖੋ ਮਹਾਂਪੁਰਖਾਂ ਦਾ ਤੁਹਾਡੇ ਸਹਿਯੋਗ ਨਾਲ ਕਿੱਡਾ ਵੱਡਾ ਉਪਰਾਲਾ ਹੈ। ਤੇ ਗੁਰਮੁਖ ਪਿਆਰਿਓ ਕਿੰਨੇ ਦਿਨ ਸਮਾਗਮ ਹੋ ਰਿਹਾ, ਲਾਹਾ ਲੈਣਾ ਆਪਾਂ ਨੇ। ਲਾਹਾ ਇਹ ਨਹੀਂ ਦੇਖਣਾ ਉਹ ਸਾਡਾ ਬਾਬਾ ਉਹ ਸਾਡਾ ਬਾਬਾ, ਨਹੀਂ। ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਜਿਹੜਾ ਬੋਲ ਰਿਹਾ ਉਹਨੂੰ ਸੁਣਨਾ। ਤੇ ਗੁਰਮੁਖ ਪਿਆਰਿਓ ਉਹ ਤਾਂ ਜਿਵੇਂ ਬੋਲੇਗਾ, ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇਗਾ, ਜਨ ਅੰਤਰ ਪ੍ਰੀ ਪੀਰ ਬ੍ਰਹਮ ਕੀ ਜੋ ਬੋਲਣ ਤਿਵੇਂ ਸੁਹਾਨ, ਐਸੇ ਮਹਾਂਪੁਰਖ ਹੁੰਦੇ ਆ। ਤੇ ਗੁਰਮੁਖ ਪਿਆਰਿਓ ਇਸੇ ਕਰਕੇ ਆਓ, ਵੱਡੇ ਭਾਗ ਨੇ ਤੁਹਾਡੇ ਸਤਿਗੁਰਾਂ ਦਾ ਸੰਗ ਹੋਇਆ। ਆਓ ਮੈਂ ਕੁਝ ਕੁ ਬੇਨਤੀ ਪ੍ਰਮਾਣ ਦੇ ਕੇ ਚੱਲਾਂ ਆਪ ਜੀ ਨਾਲ, ਸ਼ਾਇਦ ਸੌਖਿਆਂ ਸਮਝ ਵਿੱਚ ਗੱਲ ਆ ਜਾਵੇ। ਇੱਕ ਕੋਈ ਸੇਠ ਪ੍ਰਮਾਣ ਦੇ ਰਿਹਾ, ਤੁਸੀਂ ਸਮਝਿਓ ਆਪਾਂ ਕਿੱਥੇ ਖੜੇ ਆ। ਇੱਕ ਕੋਈ ਸੇਠ ਚੱਲਿਆ ਲਾਹੌਰ ਤੋਂ, 5 ਲੱਖ ਰੁਪਈਆ ਉਹਨੇ ਆਪਣੇ ਬੈਗ ਵਿੱਚ ਰੱਖ ਲਿਆ। ਤੇ ਗੁਰਮੁਖ ਪਿਆਰਿਓ ਧਿਆਨ ਨਾਲ ਸੁਣੋ ਮੇਰੀ ਗੱਲ ਨੂੰ, ਵੀ ਆਪਾਂ ਕਿਉਂ ਫਿਸਲ ਗਏ, ਆਪਾਂ ਕਿੱਥੇ ਖੜੇ ਆ, ਆਪਾਂ ਕਿਉਂ, ਸਾਡਾ ਪਾਰੋ ਤਾਰਾ ਕਿਉਂ ਨਹੀਂ ਹੁੰਦਾ। ਸਾਡੇ ਕੋਲੇ ਰੱਬੀ ਬਾਣੀ ਆ, ਸਾਡੇ ਕੋਲੇ ਏਡੇ ਵੱਡੇ ਮਹਾਂਪੁਰਖ ਨੇ, ਸਾਡੇ ਰੋਗ ਕਿਉਂ ਨਹੀਂ ਟੁੱਟਦੇ। ਸੁਣਿਓ, ਸੇਠ ਚੱਲਿਆ ਤੇ ਗੁਰਮੁਖ ਪਿਆਰਿਓ ਚੋਰਾਂ ਦੇ ਗਰੁੱਪ ਨੂੰ ਪਤਾ ਲੱਗ ਗਿਆ ਵੀ ਸੇਠ ਕੋਲੇ ਰੁਪਈਆ ਬਹੁਤ ਆ, ਵੀ ਚਲੀਏ ਇਹਨੂੰ ਲੁੱਟੀਏ ਕਿਸੇ ਨਾ ਕਿਵੇਂ। ਚੋਰਾਂ ਦਾ ਗਰੁੱਪ ਇਕੱਠਾ ਹੋਇਆ। ਇੱਕ ਬੰਦਾ ਕਹਿੰਦਾ ਵੀ ਮੇਰਾ 1000 ਰੁਪਈਆ, ਕੋਈ ਨਹੀਂ ਜਾਊਗਾ ਸੇਠ ਨੂੰ ਲੁੱਟਣ ਵਾਸਤੇ, ਮੈਂ ਇਕੱਲੇ ਹੀ ਜਾਊਂਗਾ।
1000 ਰੁਪਇਆ ਪਹਿਲਾਂ ਲੈ ਲਓ। ਦੂਜੇ ਕਹਿੰਦੇ 5 ਲੱਖ ਦਾ ਨਗਦ ਕੈਸ਼ ਆ ਉਹਦੇ ਕੋਲੇ, ਤੂੰ 1000 ਰੁਪਇਆ ਲਾਉਣਾ। ਦੂਜਾ ਕਹਿੰਦਾ ਮੇਰਾ 2000 ਰੁਪਇਆ, ਮੈਂ ਲੁੱਟ ਕੇ ਲੈ ਕੇ ਆਉਂ। ਅੰਦਰ ਨੂੰ ਸਮਝਾਇਓ ਆਪਣੇ ਨੂੰ, ਪੜ੍ਹੇ ਲਿਖਿਓ ਤੁਸੀਂ। ਆਹ ਇਲਾਕਾ ਐਡਵਾਂਸ ਆ ਬਹੁਤ ਜ਼ਿਆਦਾ। ਤੇ ਗੁਰਮੁਖ ਪਿਆਰਿਓ, ਉਹ ਕਹਿੰਦਾ ਵੀ 2000 ਰੁਪਇਆ ਮੈਂ ਲਾਤਾ ਵੀ ਲੁੱਟ ਕੇ ਮੈਂ ਲੈ ਕੇ ਤੁਹਾਡੇ ਜੋ ਕੋਈ ਨਹੀਂ। ਕਹਿੰਦੇ ਠੀਕ ਹੈ ਵੀ ਜਾ, ਤੂੰ ਲੁੱਟ ਲਿਆ। ਹੁਣ ਉਹ ਚੋਰ ਨੇ ਉਹ ਸੇਠ ਵਰਗੇ ਬੂਟ ਸੂਟ ਕੋਟ ਅਟੈਚੀ ਕੇਸ ਉਹ ਸਾਰਾ ਜਿਹੜਾ ਉਹਦੇ ਕੋਲੇ ਸਮਾਨ ਸੀ ਉਹ ਆਪਦੇ ਕੋਲੇ ਲੈ ਲਿਆ, ਬਣਵਾ ਲਿਆ। ਤੇ ਗੁਰਮੁਖ ਪਿਆਰਿਓ, ਜਿਹੜੀ ਰੇਲ ਗੱਡੀ ਚ ਲਾਹੌਰ ਤੋਂ ਚੜਿਆ ਉਹਦੇ ਵਿੱਚ ਹੀ ਉਹ ਠੱਗ ਵੀ ਚੜ ਗਿਆ, ਨਾਲ ਹੀ ਉਹਦੇ ਸੇਠ ਦੇ। ਪ੍ਰਮਾਣ ਦੇ ਰਹੇ ਆ, ਸਮਝਿਓ। ਤੇ ਗੁਰਮੁਖ ਪਿਆਰਿਓ, ਠੱਗ ਵੀ ਚੜ ਗਿਆ ਨਾਲ ਹੀ। ਜੋ ਠੱਗ ਚੜਿਆ ਤੇ ਗੁਰਮੁਖ ਪਿਆਰਿਓ ਡੱਬੇ ਵਿੱਚ ਘੁੰਮਦਾ ਘੁੰਮਦਾ, ਨੀਤ ਤਾਂ ਬਦਨੀਤੀ ਸੀ ਨਾ, ਨੀਤ ਸੁੱਧ ਨਹੀਂ ਸੀ। ਤੇ ਗੁਰਮੁਖ ਪਿਆਰਿਓ ਘੁੰਮਦਾ ਘੁੰਮਦਾ ਉਸੇ ਸੇਠ ਕੋਲੇ ਸੀਟ ਤੇ ਆ ਕੇ ਬਹਿ ਗਿਆ। 2 ਮਿੰਟ ਬੈਠਣ ਵਾਸਤੇ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਕਿੱਥੋਂ ਆਏ ਹੋ, ਕਿੱਥੇ ਜਾਣਾ, ਗੱਲਬਾਤ ਚੱਲੀ। ਉਹ ਕਹਿੰਦੇ ਮੈਂ ਮੁੰਬਈ ਜਾਣਾ। ਕਹਿੰਦੇ ਮੈਂ ਵੀ ਮੁੰਬਈ ਜਾਣਾ। ਕਿੱਥੋਂ ਆਏ ਹੋ? ਲਾਹੌਰ ਤੋਂ। ਕਹਿੰਦਾ ਮੈਂ ਵੀ ਲਾਹੌਰ ਤੋਂ ਆਇਆ। ਠੱਗ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਮਾਰੇ। ਤੇ ਗੁਰਮੁਖ ਪਿਆਰਿਓ, ਹੁਣ ਸੇਠ ਪੜ੍ਹਿਆ ਲਿਖਿਆ ਸੀ, ਸਮਝ ਗਿਆ ਵੀ ਹੈ ਤੇ ਠੱਗ, ਮੈਨੂੰ ਚਾਰ ਰਿਹਾ। ਤੇ ਗੁਰਮੁਖ ਪਿਆਰਿਓ ਕਹਿੰਦਾ ਚਲੋ ਵਧੀਆ, ਇਕੱਠੇ ਲੰਬਾ ਸਫ਼ਰ ਹੈ, ਗੱਲਾਂ ਬਾਤਾਂ ਕਰਦੇ ਕਰਦੇ ਜਾਵਾਂਗੇ, ਦੋਏ ਭਾਈ ਭਾਈ ਬਣ ਜਾਂਦੇ ਆਪਾਂ। ਤੇ ਗੁਰਮੁਖ ਪਿਆਰਿਓ ਲਾਹੌਰ ਤੋਂ ਅੰਮ੍ਰਿਤਸਰ ਆ ਗਏ, ਅੰਮ੍ਰਿਤਸਰ ਤੋਂ ਦਿੱਲੀ ਪਹੁੰਚੇ। ਤੇ ਗੁਰਮੁਖ ਪਿਆਰਿਓ ਦਿੱਲੀ ਜਾ ਕੇ ਜਿਹੜਾ ਸੇਠ ਸੀ ਉਹ ਕਹਿੰਦਾ ਵੀ ਦੇਖੋ ਮੈਂ ਤਾਂ ਇੰਨਾ ਸਫ਼ਰ ਕਰ ਨਹੀਂ ਸਕਦਾ, ਮੈਂ ਤਾਂ ਇੱਥੇ ਹੋਸਟਲ ਵਿੱਚ ਕਿਸੇ ਰਹਿ ਕੇ ਆਰਾਮ ਕਰੂੰਗਾ, 24 ਘੰਟੇ ਫਿਰ ਚੱਲਾਂਗੇ ਉਦੋਂ ਬਾਅਦ, ਕਿਉਂਕਿ ਰਸਤੇ ਵਿੱਚ ਸਟੇ ਫੇਰ ਆਉਣੀ ਹੈ। ਉਹ ਚੋਰ ਕਹਿੰਦਾ ਮੈਂ ਵੀ, ਹਾਂ ਆਪਾਂ ਭਾਈ ਭਾਈ ਬਣ ਕੇ ਗੱਲਾਂ ਬਾਤਾਂ ਕਰਾਂਗੇ, ਚਲੋ ਮੈਂ ਵੀ ਰਾਤ ਕੱਟ ਲੈਣਾ, ਮੈਂ ਵੀ ਜਾਣਾ ਉੱਥੇ। ਹੁਣ ਗੁਰਮੁਖ ਪਿਆਰਿਓ ਹੋਸਟਲ ਵਿੱਚ ਚਲੇ ਗਏ। ਤੇ ਗੁਰਮੁਖ ਪਿਆਰਿਓ ਜਿਹੜਾ ਸੇਠ ਸੀ ਉਹ ਬੜਾ ਚੁਸਤ ਸੀ। ਠੱਗ ਆਪਦੇ ਆਪ ਨੂੰ ਚੁਸਤ ਕਹਾਵੇ, ਮੈਂ ਬਹੁਤਾ ਚੁਸਤ ਹਾਂ। ਹੁਣ ਗੁਰਮੁਖ ਪਿਆਰਿਓ ਜਦੋਂ ਮੈਨੇਜਰ ਕੋਲੇ ਗਏ, ਮੈਨੇਜਰ ਨੂੰ ਪੈਸੇ ਦਿੱਤੇ, ਕਮਰਾ ਬੁੱਕ ਕਰਾਇਆ। ਕਿਤੇ ਮੈਨੇਜਰ ਨੇ 2-4 ਰੁਪਈਆਂ ਦੀ ਹੇਰਾ ਫੇਰੀ ਕਰਕੇ ਜਦੋਂ ਦਿੱਤਾ ਉਹਨਾਂ ਨੂੰ ਨਾ ਕਾਗਜ਼ ਪਰਚੀ ਕੱਟ ਕੇ, ਉਹ ਠੱਗ ਲੜਨ ਲੱਗ ਗਿਆ ਉਹਦੇ ਨਾਲ। ਠੱਗ ਲੜਨ ਲੱਗ ਗਿਆ, ਤੂੰ ਪੈਸੇ ਵੱਧ ਲੈਣਾ, ਇੰਨੇ ਰੁਪਏ ਵਾਪਸ ਹੋਰ ਕਰ। ਸੇਠ ਨੇ ਤੇ ਗੁਰਮੁਖ ਪਿਆਰਿਓ ਪਤਾ ਸੀ ਵੀ ਇਹਨੇ ਮੇਰੇ ਨਾਲ ਜ਼ਿਆਦਤੀ ਕਰਨੀ ਹੈ, ਫਟਾਫਟ ਆਪਣੇ ਟੇਚੀ ਚੋਂ ਪੈਸੇ ਕੱਟ ਕੇ ਉਹਦੇ ਟੇਚੀ ਕੇਸ ਵਿੱਚ ਰੱਖਤਾ, ਠੱਗ ਦੇ ਟੇਚੀ ਕੇਸ। ਸੁਣਿਓ ਧਿਆਨ ਨਾਲ। ਤੇ ਗੁਰਮੁਖ ਪਿਆਰਿਓ ਚਲ ਰੋਲੇ ਰੱਪੇ ਦੇ ਵਿੱਚ ਦੋ ਇੱਕ ਕਮਰੇ 'ਚ ਹੀ ਪੈ ਗਏ ਜਾ ਕੇ। ਹੁਣ ਲੱਗੇ ਸੇਠ ਦਾ ਖੁਰਾਟੇ ਮਾਰ ਲੱਗਾ, ਘਰਾੜੇ ਮਾਰਨ ਲੱਗ ਗਿਆ। ਤੇ ਗੁਰਮੁਖ ਪਿਆਰਿਓ ਹੁਣ ਚੋਰ ਨੂੰ ਕਿੱਥੇ ਨੀਂਦ ਆਵੇ, ਉਹ ਟਕਮੰਜ ਜਿਆ ਕਰੇ, ਜਾਣ ਬੁੱਝ ਕੇ ਜੇ ਘਰਾੜੇ ਮਾਰੇ। ਤੇ ਗੁਰਮੁਖ ਪਿਆਰਿਓ ਜਦੋਂ ਸੇਠ ਸੌਂ ਗਿਆ, ਉਹਨੇ ਇੱਕ ਦਵਾਈ ਕੱਢੀ, ਰੁਮਾਲ ਤੇ ਪਾਈ ਤੇ ਸੇਠ ਨੂੰ ਸੰਘਾ ਦਿੱਤੀ। ਸੇਠ ਬੇਹੋਸ਼ ਹੋ ਗਿਆ। ਹੁਣ ਇਹ ਠੱਗ ਸੀ ਤੇ ਗੁਰਮੁਖ ਪਿਆਰਿਓ ਟੇਚੀ ਕੇਸ ਖੋਲਤਾ, ਇਹਨੂੰ ਰੁਪਈਆ ਨਾ ਲੱਭਿਆ ਉੱਥੋਂ। ਫਿਰ ਇਹਨੇ ਗੁਰਮੁਖ ਪਿਆਰਿਓ ਦਾ ਕੋਟ ਝਾੜਿਆ, ਫਿਰ ਉਹਦੇ ਗੁਰਮੁਖ ਪਿਆਰਿਓ ਪੈਂਟ ਦੇਖੀ, ਸਾਰਾ ਕੁਝ ਫੋਲਾ ਫਾਲੀ ਕਰਕੇ। ਤੇ ਗੁਰਮੁਖ ਪਿਆਰਿਓ ਕੁਛ ਨਹੀਂ ਮਿਲਿਆ, ਉਕਣੀ ਫਟਾਫਟ ਇਹਨੇ ਨੂੰ ਟਾਈਮ ਹੋ ਗਿਆ, ਸੁਰਤ ਆਉਣ ਲੱਗੀ ਸੇਠ ਨੂੰ। ਜਦੋਂ ਅੱਖਾਂ ਜਿਹੀਆਂ ਖੋਲੀਆਂ, ਫਟਾਫਟ ਉਹਦੇ ਕੱਪੜੇ ਤਹਿ ਲਾ ਕੇ ਉਕਣੀ ਟੀਚੀ ਕੇਸ 'ਚ ਰੱਖ ਕੇ ਉੱਥੇ ਰੱਖਦੇ ਪਰਾਂ। ਫੇਰ ਪੈ ਗਿਆ ਜਾਣ ਬੁੱਝ ਕੇ ਵੀ ਮੈਨੂੰ ਵੀ ਨੀਂਦ ਆਈ ਹੋਈ ਆ। ਤੇ ਗੁਰਮੁਖ ਪਿਆਰਿਓ ਦੂਜੇ ਦਿਨ ਸਵੇਰੇ ਉੱਠ ਕੇ ਫੇਰ ਸਫ਼ਰ ਸ਼ੁਰੂ ਕਰਤਾ। ਅਗਲੇ ਪੜਾਅ ਤੇ ਜਾ ਕੇ ਤੇ ਗੁਰਮੁਖ ਪਿਆਰਿਓ ਮੁੰਬਈ ਦੇ ਨੇੜੇ ਫੇਰ ਟਿਕਾਣਾ ਕਰ ਲਿਆ। ਭਾਈ ਭਾਈਆਂ ਆਪਾਂ ਠੱਗ ਕਹੇ, ਆਪਾਂ ਭਾਈ ਭਾਈਆਂ। ਤੇ ਗੁਰਮੁਖ ਪਿਆਰਿਓ ਭਾਈ ਭਾਈ ਕਰਕੇ ਇੱਕੋ ਕਮਰੇ 'ਚ ਫੇਰ ਰਾਤ ਕੱਟਣ ਵਾਸਤੇ। ਹੁਣ ਉਹੀ ਗੱਲ ਸੇਠ ਨੇ ਤੇ ਗੁਰਮੁਖ ਪਿਆਰਿਓ ਉਹ ਜਦੋਂ ਸਵੇਰੇ ਉੱਠਿਆ, ਕਿਰਿਆ ਕਰਨ ਵਾਸਤੇ, ਇਸ਼ਨਾਨ ਕਰਨ ਵਾਸਤੇ ਬਾਥਰੂਮ ਵਿੱਚ ਵੜਿਆ, ਸੇਠ ਨੇ ਫਟਾਫਟ ਆਪਣੇ ਪੈਸੇ ਕੱਢੇ, ਉਹਦੀ ਟੀਚੀ 'ਚੋਂ ਆਪਣੇ ਟੀਚੀ 'ਚ ਰੱਖ ਕੇ ਫੇਰ ਗਿਣਨ ਲੱਗ ਗਿਆ। ਹੁਣ ਉਹ ਹੈਰਾਨ ਵੀ ਮੈਂ ਰਾਤ ਸਾਰਾ ਟੀਚੀ ਫੋਲਤਾ ਵੀ ਮੈਨੂੰ 1 ਰੁਪਈਆ ਨਹੀਂ ਲੱਭਿਆ, ਉਸੇ ਟੀਚੀ 'ਚੋਂ ਸੇਠ ਨੇ ਕਿਵੇਂ ਰੁਪਈਏ ਕੱਢ ਲਏ। ਹੈਰਾਨ ਪਰੇਸ਼ਾਨ ਵੀ ਕਿਵੇਂ ਲੁੱਟਾਂ। ਕਿਉਂ? ਚੋਰਾਂ ਕੋਲੇ ਦਿਮਾਗ ਬਹੁਤ ਹੁੰਦਾ, ਬਹੁਤ ਤੇਜ਼ ਹੁੰਦੇ ਨੇ ਚੋਰ ਲੁਟੇਰੇ। ਤੇ ਗੁਰਮੁਖ ਪਿਆਰਿਓ ਦੂਜੀ ਰਾਤ ਨੂੰ ਫੇਰ ਉਸੇ ਤਰ੍ਹਾਂ, ਅੱਜ ਥੋੜੀ ਜੀ ਦਵਾਈ ਜ਼ਿਆਦੇ ਪਾ ਕੇ ਨਾ ਵੀ 1.5 ਘੰਟਾ ਸੁੱਤਾ ਰਹੇ, ਫੇਰ ਸੌਂ ਗਏ। ਸੇਠ ਨੇ ਪਹਿਲਾਂ ਹੀ ਤੇ ਗੁਰਮੁਖ ਪਿਆਰਿਓ ਜਦੋਂ ਜਾ ਕੇ ਹੱਥ ਮੂੰਹ ਧੋਣ ਲੱਗਿਆ, ਬਾਥਰੂਮ 'ਚ ਗਿਆ, ਉਹਨੇ ਗੁਰਮੁਖ ਪਿਆਰਿਓ ਪਹਿਲਾਂ ਹੀ ਉਹ ਆਪਣੇ ਪੈਸੇ ਕੱਢੇ, ਉਹਦੇ ਟੇਚੀ ਕੇਸ ਵਿੱਚ ਰੱਖਤਾ।
ਟੇਚੀ ਕੇਸ ਸਰਾਣੇ ਰੱਖਤਾ, ਆਪਦਾ ਟੇਚੀ ਕੇਸ ਖਾਲੀ। ਤੇ ਗੁਰਮੁਖ ਪਿਆਰਿਓ ਜਦੋਂ ਰਾਤ ਪਈ ਸੇਠ ਸੌਂ ਗਿਆ, ਇਸ ਨੇ ਦਵਾਈ ਲਈ, ਫਿਰ ਉਹਦੇ ਨੱਕ ਨੂੰ ਲਾਈ ਸੁੰਘਾ ਕੇ, ਫਿਰ ਬੇਸੁਰਤ ਕਰਤਾ, ਫਿਰ ਸਾਰਾ ਟੇਚੀ ਕੇਸ ਫੋਲਤਾ। ਤੇ ਗੁਰਮੁਖ ਪਿਆਰਿਓ ਉਹਨੂੰ ਕੁਝ ਨਹੀਂ ਲੱਭਿਆ। ਸਵੇਰੇ ਉੱਠਿਆ ਜਦੋਂ ਤੇ ਗੁਰਮੁਖ ਪਿਆਰਿਓ ਹੁਣ ਜਦੋਂ ਚੋਰ ਨੂੰ ਕੁਝ ਵੀ ਨਹੀਂ ਲੱਭਿਆ, ਕਹਿੰਦੇ ਯਾਰ 2000 ਰੁਪਇਆ ਖਰਚ ਕਰਤਾ, 2000 ਰੁਪਏ ਦਾ ਟਿਕਟ ਲਿਆ ਸੀ, 4000 ਆਪਾਂ ਖਰਚ ਤਾਂ ਪੱਲੇ ਕੁਝ ਵੀ ਨਹੀਂ ਪਿਆ, ਇਹਦਾ ਟੇਚੀ ਕੇਸ ਪੈਸੇ ਕੋਈ ਨਹੀਂ। ਤੜਕੇ ਮੇਰੇ ਸਾਹਮਣੇ ਗਿਣਦਾ ਆਪਦੇ ਟੇਚੀ ਕੇਸ ਵਿੱਚੋਂ ਰੁਪਏ, ਪਰ ਜਦੋਂ ਮੈਂ ਫੋਲਦਾ ਉਦੋਂ ਮੈਨੂੰ ਲੱਭਦੇ ਨਹੀਂ। ਹੈਰਾਨ ਪਰੇਸ਼ਾਨ, ਮੂੰਹ ਪੀਲਾ ਪੈ ਗਿਆ ਵੀ 5-6000 ਐਵੇਂ ਲੁੱਟ, ਮੈਂ ਹੀ ਲੁੱਟਿਆ ਗਿਆ, ਆਇਆ ਤੀ ਲੁੱਟਣ, ਮੈਂ ਹੀ ਲੁੱਟਿਆ ਗਿਆ। ਤੇ ਗੁਰਮੁਖ ਪਿਆਰਿਓ ਸਵੇਰੇ ਕਹਿੰਦਾ ਚੰਗਾ ਜੀ ਫਿਰ ਮੈਂ ਇੱਧਰ ਨੂੰ ਜਾਣਾ। ਉਹ ਕਹਿੰਦਾ ਨਹੀਂ ਨਹੀਂ ਆਪਾਂ ਚੱਲਦੇ ਹਾਂ, ਆਜੋ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਜਲ ਪਾਣੀ ਸਿਖਾਉਣਾ, ਇੱਥੇ ਡਬਲ 7 ਵਾਲੀਆਂ ਬੱਸਾਂ ਨੇ, ਮੈਂ ਤੁਹਾਨੂੰ ਉਹਦੀ ਸੈਰ ਕਰਾਉਣਾ, ਉਹ ਚੱਲੀਏ ਮੇਰੇ ਨਾਲ। ਹੁਣ ਚੋਰ ਦੇ ਪੈਰ ਨਾ ਹਿੱਲਣ। ਕਹਿੰਦੇ ਗੱਲ ਕੀ ਆ, ਘਰੇ ਤਾਂ ਸੁੱਖ ਸ਼ਾਂਤੀ ਆ, ਕੋਈ ਚਿੱਠੀ ਪੱਤਰ ਜਾਂ ਕੋਈ ਟੈਲੀਫੋਨ ਤਾਂ ਨਹੀਂ ਆਇਆ ਤੈਨੂੰ ਵੀ ਕਿਤੇ ਪਰਿਵਾਰ ਤੇ ਢਿੱਲਾ ਹੋ ਗਿਆ ਹੋਵੇ? ਉਹ ਕਹਿੰਦਾ ਨਹੀਂ ਨਹੀਂ ਨਹੀਂ। ਫਿਰ ਤੂੰ ਕਹਿੰਦਾ ਤੇਰਾ ਮੂੰਹ ਪੀਲਾ ਕਿਉਂ ਪੈ ਗਿਆ, ਤੇਰੇ ਬੁੱਲ ਕਿਉਂ ਸੁੱਕੀ ਜਾਂਦੇ ਆ, ਤੇਰੇ ਤ੍ਰਿਗਲੀਆਂ ਕਿਉਂ ਆਈਆਂ ਜਾਂਦੀਆਂ ਨੇ ਤੈਨੂੰ? ਹੁਣ ਚੋਰ ਸੀ ਨਾ, ਅੰਦਰੋਂ ਡਰਿਆ ਹੋਇਆ ਸੀ। ਕਹਿੰਦਾ ਅਸਲ ਵਿੱਚ ਯਾਰ ਤੂੰ ਮੇਰਾ ਭਰਾ, ਮੈਂ ਤੈਨੂੰ ਸੱਚ ਦੱਸਦਾ ਵੀ ਮੈਂ ਠੱਗ ਆ। ਉਹ ਕਹਿੰਦਾ ਠੀਕ ਹੈ, ਤੂੰ ਠੱਗ ਹੈ, ਮੈਂ ਵਪਾਰੀ ਆ, ਤੂੰ ਆਪਣਾ ਕੰਮ ਕਰ, ਮੈਂ ਆਪਣਾ ਕੰਮ ਕਰਨਾ, ਹੈ ਤਾਂ ਆਪਾਂ ਭਾਈ ਭਾਈ। ਤੇ ਗੁਰਮੁਖ ਪਿਆਰਿਓ ਹੁਣ ਰਿਹਾ ਨਾਗਾ ਚੋਰ ਤੋਂ, ਠੱਗ ਤੋਂ। ਕਹਿੰਦਾ ਅਸਲ ਵਿੱਚ ਮੈਂ ਤੈਨੂੰ ਹੀ ਠੱਗਣ ਆਇਆ ਸੀ, ਅਸਲ ਵਿੱਚ ਮੈਂ ਤੈਨੂੰ ਹੀ ਠੱਗਣ ਆਇਆ ਸੀ। ਉਹ ਕਹਿੰਦਾ ਮੈਂ ਠੱਗਿਆ ਕਿਉਂ ਨਹੀਂ ਗਿਆ? ਕਹਿੰਦਾ ਤੇਰੇ ਟੇਚੀ ਚੋਂ ਕੁਛ ਲੱਭਿਆ ਹੀ ਨਹੀਂ। ਕਹਿੰਦਾ ਮੈਨੂੰ ਪਤਾ ਸੀ ਸੇਠ, ਕਹਿੰਦਾ ਮੈਨੂੰ ਪਤਾ ਸੀ ਤੂੰ, ਮੈਂ ਜਦੋਂ ਆਪਾਂ ਲਾਹੌਰ ਤੋਂ ਚੜੇ ਸੀ ਨਾ, ਮੈਂ ਤੈਨੂੰ ਉਦੋਂ ਹੀ ਪਰਖ ਗਿਆ ਸੀ ਵੀ ਤੂੰ ਚੋਰ ਹੈ। ਜਿਹੜੀਆਂ ਗੱਲਾਂ ਤੂੰ ਕਰਦਾ ਸੀ ਮੈਂ ਤੈਨੂੰ ਪਰਖੀ ਜਾਂਦਾ ਸੀ, ਪਰ ਮੈਂ ਪੜ੍ਹਿਆ ਲਿਖਿਆ, ਮੈਂ ਤੈਨੂੰ ਕੁਝ ਨਹੀਂ ਕਿਹਾ। ਤੇ ਗੁਰਮੁਖ ਪਿਆਰਿਓ ਸੇਠ ਕਹਿਣ ਲੱਗਿਆ ਉਹ ਮੂਰਖਾ, ਉਹ ਵੇਹਿਆ, ਤੈਨੂੰ ਇਹ ਪਤਾ ਵੀ ਮੈਂ ਆਪਣੇ ਪੈਸਿਆਂ ਵਾਲੀ ਥੈਲੀ ਤੇਰੇ ਟੇਚੀ ਚ ਪਾ ਕੇ ਤੇਰੇ ਸਰਾਣੇ ਰੱਖਤੀ ਸੀ, ਉਹ ਤੂੰ ਮੇਰੇ ਤਾਂ ਫੋਲੀ ਗਿਆ ਟੇਚੀ ਕੇਸ, ਆਪ ਦਾ ਤਾਂ ਫੋਲੇ ਹੀ ਨਹੀਂ। ਮੇਰਾ ਤੂੰ ਫੋਲੀ ਗਿਆ, ਆਪ ਦਾ ਤੂੰ ਟੇਚੀ ਕੇਸ ਫੋਲਿਆ ਨਹੀਂ, ਪੈਸੇ ਮੇਰੇ ਤੇਰੇ ਟੇਚੀ ਕੇਸ ਵਿੱਚ ਸੀ। ਸੁਣਿਓ ਸੰਗਤ ਜੀ, ਧੰਨ ਬਾਪੂ ਗੁਰੂ ਗ੍ਰੰਥ ਸਾਹਿਬ ਜੀ ਇਹੀ ਬਚਨ ਕਹਿੰਦੇ ਆ, ਉਹ ਬੰਦਿਆ ਬਈ ਆਪਨੜਾ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ। ਆਪਾਂ ਦੂਜਿਆਂ ਦੇ ਔਗਣ ਦੇਖੀ ਜਾਂਦੇ ਆ, ਆਪਾਂ ਦੂਜਿਆਂ ਦੇ ਪੋਤੜੇ ਫੋਲੀ ਜਾਂਦੇ ਆ, ਉਹ ਹੋ ਗਿਆ, ਜੇ ਹੋ ਗਿਆ, ਉਹ ਹੋ ਗਿਆ। ਤੇ ਗੁਰਮੁਖ ਪਿਆਰਿਓ ਕਦੇ ਆਪਾਂ ਆਪਣੇ ਅੰਦਰ ਵੜ ਕੇ ਦੇਖੇ ਨਹੀਂ ਵੀ ਮੈਂ ਕੀ ਕਰਦਾ। ਆਪਾਂ ਦੂਜਿਆਂ ਦੇ ਟੇਚੀ ਕੇਸ ਫੋਲੀ ਜਾਂਦੇ ਆ, ਦੂਜਿਆਂ ਦੀਆਂ ਜੁੱਤੀਆਂ ਚੱਕੀ ਜਾਂਦੇ ਆ, ਦੂਜਿਆਂ ਦੇ ਘਰਾਂ ਵੱਲ ਦੇਖੀ ਜਾਂਦੇ ਆ, ਉਹ ਕਦੇ ਆਪਣੇ ਆਪਦੇ ਘਰ ਵੱਲ ਤਾਂ ਦੇਖੇ ਨਹੀਂ। ਉਹ ਮਨਾ, ਉਹ ਬੰਦਿਆ ਇਸੇ ਕਰਕੇ ਤੂੰ ਧੋਖੇ ਵਿੱਚ ਹੈ, ਇਸੇ ਕਰਕੇ ਤੈਨੂੰ ਚੈਨ ਨਹੀਂ ਆਉਂਦਾ। ਜਿੱਦੇ ਆਪਣੇ ਅੰਦਰ ਵੜ ਗਿਆ ਤੂੰ, ਜਿੱਦੇ ਤੂੰ ਆਪਣੇ ਅੰਦਰ ਝਾਤ ਮਾਰ ਲਈ, ਉਸੇ ਦਿਨ ਤੇ ਗੁਰਮੁਖ ਪਿਆਰਿਆ ਉਦੋਂ ਹੀ ਆਨੰਦ ਬਣ ਜਾਣਾ, ਉਦੋਂ ਹੀ ਆਨੰਦ ਬਣ ਜਾਣਾ ਤੈਨੂੰ। ਉਹਦੇ ਤੂੰ ਆਪ ਮੁਹਾਰੇ ਕਹੇਗਾ, ਫਿਰ ਜਿੱਦੇ ਤੇ ਆਪਣੇ ਅੰਦਰ ਝਾਤ ਮਾਰ ਲਈ ਨਾ, ਉਹਦੇ ਕਹੇਗਾ ਫਿਰ ਤੂੰ ਨਾ ਦਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ, ਦਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ, ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ, ਕਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ, ਨਾ ਕਿਸੇ ਬੇਗਾਨਾ
को वैरी ना ही बिगाना सगल संग हमको बने आई। उदे कहेगा तू आ अपने अंदर वड़, आ बाणी दा तीर चला। जिन्हां नूं बाणी दे तीर चलाउणे आ गए संगत जी, उन्हां दे मन बकारां वालों टुट गए। उन्हां दे मन बकारां वालों टुट गए। जिन्हां नूं गुरबाणी दे तीर चलाउणे आ गए ते गुरमुख प्यारो जुगती महापुरखां कोले हुंदी आ। ये जुगती महापुरखां कोले हुंदी है। ते गुरमुख प्यारो आपां महापुरखां दा बाहर जिहड़ी वेशभूषा वो देख लैनी है। कदे ख्याल करियो महापुरख कदे भी आपा नहीं जणाउंदे ते गुरमुख प्यारो यही जी गल कर जांदे ने। महापुरख ते गुरमुख प्यारो आपां उत्थे उलझ के रह जांदे आ। कदे देखियो तुसीं जिहड़े पूरे महापुरख हुंदे ने वो गुरमुख प्यारो तुहानूं भेत ही नहीं दिंदे। हुण नजीक खदाए दे भेत ना किसे देण। इहो जिहा काम कर जांदे ते गुरमुख प्यारो बंदा निंदकी बन जांदा। इहो जिहा काम कर जांदे महापुरख, पर आप उन्हां दी लिब करते पुरख नाल लगी रहिंदी आ। आपां कित्थे खड़े आ? आपां देखदे आ भी बाबे दे गोल पग होवे, वधिया चोला पाया होवे, वधिया कार होवे, बस वो बाबा अपना। नहीं संगत जी, कोई पता नहीं, कोई पता नहीं, कोई फटे पुराने कपड़े वाला उहदी आत्मा उच्ची होवे। इसे करके जे संगत विच आवोगे उदों इहो जिहियां गल्लां मिल जाणगियां, उदों इहो जिहियां गल्लां मिल जाणगियां। जदों संगत विच आवोगे ते गुरमुख प्यारिओ उदों महापुरख फिर गुरबाणी नाल समझा देणगे भी देखी मनुखा जन्म मिल गया, जे तेरे कोले सारा कुछ आ, जिहदे कोले नहीं उहदा मखौल ना उडाई। रब दा कोई पता नहीं किहड़े वेले पासा पलट दे। क्या जाना सह कौन प्यारी, की पता भी रब दी मेहरबानी कीती है। इसे करके जे तेरे कोले शरीर तंदुरुस्त है, तू बीमार नूं देख के मखौल ना कर, की पता तेनू बीमारी लग जाए। जे तेरे कोले धन दौलत है, चंगी तेरी इज्जत है, तां गरीबां दा मखौल ना उडाओ बंदिया। ये संगत विच आके पता लगूगा। फिर की कहणगे महापुरख तेनू गुरबाणी नाल समझाउणगे। सतगुरु दी बाणी द्वारा तेरे मन नूं टकोरा ला ला के महापुरख समझाउणगे। ओ भाई फिक्के बोलना जुबान विचों बोलीए, बई फिक्के बोलना, बोलना जुबान विचों बोलीए, फिक्के बोलना, वाहिगुरू 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 जुबान विचों बोलीए। सतगुर दे चरनां विच आवोगे फिर बापू कहणगे देखी भी नानक फिक्का बोलिया तन मन फिक्का। नहीं बई किसी नूं फिक्का बोल नहीं बोलना, क्योंकि देख तेरा सतगुर किहो जिहा, तेरा प्रीतम किहो जिहा, तेरा प्रीतम प्यारा किहो जिहा, उहदे गुण गुरबाणी दस रही है। मिठ बोलड़ा जी हर सज्जन स्वामी मोरा, हो संभल थकी जियो कदे ना बोले कौड़ा। तेरा बाप आहो कौड़ा बोल ना जाने, क्यों नहीं जानदा पूर्ण भगवान। गुण देख तू अवगुण को ना चितारे। ये तेरे प्यो दे गुण ने, ये तेरे बाप दे गुण ने। वो किसी दे अवगुण नहीं देखदा, वो कौड़ा बोल नहीं बोलदा, मिठे बोल बोलदा। पर तू की करदा, किसी दी गल होवे ना होवे तू बना के WhatsApp ते चढ़ दिंदा। लै
ਕਿਸੇ ਦੇ ਔਗਣ ਹੋਣ ਨਾ ਹੋਣ, ਤੂੰ ਉਹਦੀਆਂ ਗੱਲਾਂ ਬਣਾ ਕੇ ਚੁਗਲੀਆਂ ਕਰ ਕਰਕੇ ਤੂੰ ਪਿੰਡ ਵਿੱਚ ਰੌਲਾ ਪਾ ਲੈਣਾ। ਤੇ ਸੁਣ ਫਿਰ ਬਾਪੂ ਕੀ ਕਹਿੰਦਾ, ਜੇ ਤੂੰ ਇਹੋ ਜਿਹੇ ਕੰਮ ਕਰਦਾ, ਕਿਸੇ ਨੂੰ ਬਿਨਾਂ ਦੇਖੇ ਬਿਨਾਂ ਸੁਣੇ ਗਲਤ ਬੋਲਦਾ, ਓਏ ਸੁਣ ਫਿਰ ਤੇਰਾ ਪਿਓ ਤੈਨੂੰ ਕੀ ਕਹਿ ਰਿਹਾ, ਤੇਰਾ ਬਾਪੂ ਤੈਨੂੰ ਕੀ ਕਹਿ ਰਿਹਾ। ਕੀ ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ, ਉਹ ਕਿੱਥੋਂ ਭਾਲਦਾ ਮੂਰਖਾ ਮੇਵੇ, ਕਿਕਰਾਂ ਦੇ ਬੀਜ ਬੀਜ ਕੇ ਭਾਲਦਾ ਮੂਰਖਾ ਮੇਵੇ, ਕਿਕਰਾਂ ਦੇ ਬੀਜ ਬੀਜ ਕੇ। ਵਾਹਿਗੁਰੂ ਬਜੂਰੀਆਂ ਕਿੱਕਰ ਬੀਜੈ ਜੱਟ, ਹੰਡਾ ਉਨਕ ਤਾਈਂ ਦਾ ਪੈਂਦਾ ਲੋੜ ਪੱਟ। ਤੂੰ ਤਾਂ ਕਿਸੇ ਨੂੰ ਬਖਸ਼ਦਾ ਹੀ ਨਹੀਂ। ਫਿਰ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜਾ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈ ਫੂਕ। ਤੂੰ ਦੇਖ ਤਾਂ ਸਹੀ ਆਪਣੇ ਆਪ ਨੂੰ, ਐਵੇਂ ਟੱਕਰਾ ਮਾਰਦਾ ਫਿਰਦਾ, ਉਹ ਨਹੀਂ ਹੋਇਆ, ਜੇ ਨਹੀਂ ਹੋਇਆ, ਬਹੁ ਨਹੀਂ ਹੋਇਆ, ਉਹ ਨਹੀਂ ਚੰਗਾ, ਉਹ ਨਹੀਂ ਚੰਗਾ, ਉਹ ਨਹੀਂ ਚੰਗਾ। ਇਹਨੂੰ ਪੁੱਛ ਵੀ ਤੂੰ ਚੰਗਾ ਹੈ? ਤੇ ਗੁਰਮੁਖ ਪਿਆਰਿਓ, ਪਹਿਲੀ ਬੇਨਤੀ ਮੈਂ ਫੇਰ ਕਰਦਾ, ਜਿੱਦੇ ਆਪਣੇ ਅੰਦਰ ਝਾਤ ਮਾਰ ਲਈ ਨਾ ਤੁਸੀਂ ਨੇ ਬਾਪੂ ਗੁਰੂ ਗ੍ਰੰਥ ਸਾਹਿਬ ਜੀ ਦੇ ਕਹੇ ਮੁਤਾਬਕ, ਮੁੜ ਕੇ ਕੋਈ ਬੁਰਾ ਦਿਸਣਾ ਹੀ ਨਹੀਂ ਹੋ ਪਿਆਰਿਓ। ਫਿਰ ਮੁੜ ਕੇ ਕੋਈ ਬੁਰਾ ਦਿਸੇਗਾ ਹੀ ਨਹੀਂ। ਤੇ ਗੁਰਮੁਖ ਪਿਆਰਿਓ, ਫਿਰ ਤੁਸੀਂ ਕਹੋਗੇ ਫਰੀਦਾ ਜੋਤੇ ਮਾਰਨ ਮੁਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪਣੜੇ ਘਰੇ ਜਾਏ ਕੈ ਪੈਰ ਤਿਨਾਂ ਦੇ ਚੁੰਮ। ਤੇ ਗੁਰਮੁਖ ਪਿਆਰਿਓ ਉਹਦੇ ਕਹੋਗੇ। ਆਓ ਦੇਖੋ, ਮੈਂ ਬੇਨਤੀ ਕਰਦਾ ਹੁੰਨਾ, ਅੰਮ੍ਰਿਤ ਤੁਹਾਨੂੰ ਮਿਲਿਆ ਨਹੀਂ ਮਿਲਿਆ? ਕਿਉਂਕਿ ਅੰਮ੍ਰਿਤ ਇੱਕ ਬੜੀ ਅਮੋਲਕ ਦਾਤ ਆ, ਬਹੁਤ ਜ਼ਿਆਦਾ ਅਮੋਲਕ ਦਾਤ ਆ। ਤੇ ਗੁਰਮੁਖ ਪਿਆਰਿਓ, ਸ਼ਾਹ ਸਿਕੰਦਰ ਢੂਡੇ ਆਬੇ ਹਯਾਤ ਨੂੰ ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ, ਕਦੇ ਨਾ ਪੀਤੋ ਸੋ ਪਿਆਲਾ ਆਪਣੇ ਦਸਤ ਭਰ, ਵਜੀਦਾ ਕੌਣ ਕਹੇ ਸਾਈਂ ਨੂੰ ਇੰਜ ਨਹੀਂ ਇੰਜ ਕਰ। ਇਹ ਤਾਂ ਬਹੁਤ ਅਮੋਲਕ ਦਾਤ ਆ, ਜਿਹੜੀ ਅੰਮ੍ਰਿਤ ਦੀ ਦਾਤ ਆ ਸੰਗਤ ਜੀ। ਅੰਮ੍ਰਿਤ ਤਾਂ ਤੇ ਗੁਰਮੁਖ ਪਿਆਰਿਓ, ਪਹਿਲਾਂ ਤਾਂ ਆਪਣੇ ਬਾਹਰ ਬੋਹੜ ਖੜਾ ਨਾ, ਬਾਹਰ ਆਪਣੇ ਤੁਸੀਂ ਇਹਦੇ ਪੱਤੇ ਗਿਣ ਸਕਦੇ ਹੋ? ਕਿੰਨੇ ਪੱਤੇ ਨੇ ਇਹਦੇ? ਇੰਨੇ ਵਾਰੀ ਜਨਮ ਹੋਵੇ ਫੇਰ ਕਿਤੇ ਸਿੱਖ ਦੇ ਘਰੇ ਜਨਮ ਹੁੰਦਾ। ਇੰਨੇ ਪੁੰਨ ਹੋਣ, ਇੰਨੇ ਆਪਣੇ ਪੁੰਨ ਕਰੇ ਹੋਣ, ਇੰਨੇ ਜਨਮ ਲੰਘੇ ਹੋਈਏ, ਕਿਤੇ ਫੇਰ ਸਿੱਖਾਂ ਦੇ ਘਰੇ ਜਨਮ ਮਿਲਦਾ। ਫਿਰ ਦੂਸਰੀ ਗੱਲ, ਵਿਦਵਾਨਾਂ ਦੀਆਂ ਗੱਲਾਂ ਸੰਗਤ ਜੀ, ਜਿੰਨੀਆਂ ਵਾਟੀਆਂ ਜਿਹੀਆਂ ਲੱਗਦੀਆਂ ਨੇ ਨਾ, ਇੱਕ ਵਾਟੀ 'ਚ ਕਿੰਨੇ ਬੀਜ ਹੁੰਦੇ ਨੇ। ਤੇ ਗੁਰਮੁਖ ਪਿਆਰਿਓ, ਇੰਨੇ ਜਨਮਾਂ ਬਾਅਦ ਜਿੰਨੀਆਂ ਬਾਟੀਆਂ ਦੇ ਬੀ ਨੇ, ਇੰਨੇ ਜਨਮਾਂ ਬਾਅਦ ਕਿਤੇ ਖੰਡੇ ਬਾਟੇ ਦਾ ਅੰਮ੍ਰਿਤ ਮਿਲਦਾ। ਇਹ ਸੌਖਾ ਨਹੀਂ, ਇਹ ਸੌਖਾ ਨਹੀਂ। ਆਪਾਂ ਤਾਂ ਖੇਡ ਬਣਾ ਲਈ ਨਾ, ਪਰ ਤੇ ਗੁਰਮੁਖ ਪਿਆਰਿਓ, ਮੈਂ ਹਰ ਸਾਲ ਬੋਲ ਕੇ ਜਾਣਾ ਵੀ ਬਾਜਾਂ ਵਾਲੇ ਨੇ ਸਾਡੇ ਉੱਪਰੋਂ ਪੁੱਤ ਵਾਰ ਕੇ ਸਾਨੂੰ ਪੁੱਤ ਬਣਾ ਲਿਆ, ਤੇ ਆਪਾਂ ਕਿਹੋ ਜਿਹੇ ਹਾਂ ਗੁਰਮੁਖ ਪਿਆਰਿਓ? ਬਣ ਗਿਆ ਆਪਾਂ ਪੁੱਤ। ਹਾਂ, ਕੀਰਤਨ ਰੋਜ਼ ਸੁਣਦੇ ਹੋ, ਤੇ ਮੇਰਾ ਤਾਂ ਸੁਭਾਅ ਹੀ ਹੈ ਜਿਹਾ, ਤੇ ਮੈਂ ਤਾਂ ਕੀਰਤਨੀ ਇਸੇ ਤਰ੍ਹਾਂ ਕਰਦਾ ਸੰਗਤ ਜੀ। ਬਾਜਾਂ ਵਾਲੇ ਨੇ ਸਾਰਾ ਕੁਝ ਵਾਰ ਕੇ ਤੁਹਾਨੂੰ ਪੁੱਤ ਬਣਾਇਆ, ਤੁਸੀਂ ਦੱਸੋ ਪੁੱਤ ਬਣ ਗਏ? ਆਓ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਆਓ ਜ਼ਿੰਦਗੀ ਦੇ ਡਰ ਦੂਰ ਕਰੀਏ। ਜ਼ਿੰਦਗੀ ਦੇ ਸਾਰੇ ਡਰ ਖਤਮ ਹੁੰਦੇ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨ ਨਾਲ। ਤੁਹਾਨੂੰ ਬੇਨਤੀ ਆ ਵੀ ਸੰਗਤੇ, ਜੇ ਹੋਰ ਨਹੀਂ ਕੁਝ ਹੋ ਸਕਦਾ, ਨਿਤਨੇਮ ਹੋ ਜੇ ਬਹੁਤ ਹੀ ਵਧੀਆ ਗੱਲ ਹੈ। ਨਹੀਂ, ਜਪਜੀ ਸਾਹਿਬ ਦੀ ਬਾਣੀ ਮੂੰਹ ਜਵਾਨੀ ਕੰਠ ਕਰੋ। ਤੇ ਗੁਰਮੁਖ ਪਿਆਰਿਓ, ਤੁਰਦੇ ਫਿਰਦੇ ਉੱਠਦੇ ਬਹਿੰਦੇ ਕੰਮਕਾਰ ਕਰਦੇ ਜਪਜੀ ਸਾਹਿਬ ਦੀ ਬਾਣੀ ਪੜਿਆ ਕਰੋ। ਇਹ ਆਪਣਾ ਮਾਲਾ ਮੰਤਰ ਹੈ, ਜਪਜੀ ਸਾਹਿਬ ਆਪਣਾ ਮਾਲਾ ਮੰਤਰ।
ਜਿੱਦੇ ਜਪਜੀ ਸਾਹਿਬ ਦਾ ਪਾਠ ਤੁਹਾਡੇ ਮੂੰਹ ਜਵਾਨੀ ਚੇਤੇ ਹੋ ਗਿਆ, ਤੁਸੀਂ ਕਰਨ ਲੱਗੇ ਸੱਚੇ ਦਿਲ ਨਾਲ, ਤੇ ਗੁਰਮੁਖ ਪਿਆਰਿਓ ਉਹਦੇ ਘਰ ਵਿੱਚ ਖੁਸ਼ੀਆਂ ਆ ਜਾਣਗੀਆਂ, ਉਹਦੇ ਘਰ ਵਿੱਚੋਂ ਕਲੇਸ਼ ਨਿਕਲ ਜਾਣਗੇ। ਜਿਹੜੇ ਤੁਰੇ ਫਿਰਦੇ ਨਾ ਪੁੱਛਿਆ ਲੈਂਦੇ ਬਾਬਾ ਜੀ ਮਾਇਆ ਨਹੀਂ ਖੜਦੀ, ਮਾਇਆ ਨਹੀਂ ਖੜਦੀ, ਤੇ ਮਾਇਆ ਭੱਜ ਕੇ ਦਿਖਾਵੇ ਉਹ ਪਿਆਰਿਓ। ਇੰਨੀਆਂ ਬਰਕਤਾਂ ਆ ਜਾਂਦੀਆਂ ਨੇ ਸਰੀਰ ਦੀ ਤੰਦਰੁਸਤੀ। ਜੇ ਦੁੱਖ ਲੱਗ ਵੀ ਗਿਆ, ਜੇ ਤੁਹਾਡੇ ਪੱਲੇ ਜਪਜੀ ਸਾਹਿਬ ਹੈ, ਦੁੱਖ ਮਹਿਸੂਸ ਨਹੀਂ ਹੁੰਦਾ ਉਹ ਪਿਆਰਿਓ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਭਾਈ ਦਿਆਲਾ ਦੇਗੇ ਵਿੱਚ ਉਬਲ ਰਿਹਾ, ਪਾਣੀ ਵਿੱਚ ਆਲੂ ਵਾਂਗੂ। ਜਪਜੀ ਸਾਹਿਬ ਮੁਖ ਵਿੱਚ ਹੈ, ਦੁੱਖ ਲੱਗ ਹੀ ਨਹੀਂ ਰਿਹਾ। ਭਾਈ ਮਤੀ ਦਾਸ ਆਰੇ ਨਾਲ ਚੀਰਿਆ ਜਾਂਦਾ, ਮੁਖ 'ਚ ਜਪਜੀ ਸਾਹਿਬ ਹੈ, ਦੁੱਖ ਤਾਂ ਹੈ ਨਾ। ਆਪਣੇ ਕਰਦ ਵੱਜੇ ਤੇ ਗੁਰਮੁਖ ਪਿਆਰਿਓ ਭੱਜੇ ਫਿਰਦੇ, ਪੱਟੀ ਕਰਾ ਦਿਓ, ਪੱਟੀ ਕਰਾ ਦਿਓ, ਟੀਕਾ ਲਵਾ ਦਿਓ, ਝਲਕਵਾ ਨਾ ਹੋ ਜੇ। ਆਰਾ ਸਿਰ ਤੇ ਚੱਲਦਾ ਤੇ ਮੁਖ ਵਿੱਚ ਜਪਜੀ ਸਾਹਿਬ ਹੈ, ਬਿਲਕੁਲ ਵੀ ਤਕਲੀਫ ਨਹੀਂ। 2 ਫਾੜ ਸਰੀਰ ਹੋ ਗਿਆ, ਜਪਜੀ ਸਾਹਿਬ ਦਾ ਪਾਠ ਹੁੰਦਾ। ਇਹ ਸਾਡੇ ਪੁਰਖੇ ਨੇ, ਆਪਾਂ ਭੁੱਲ ਗਏ, ਸਾਡੇ ਪੁਰਖੇ ਨੇ। ਤੇ ਗੁਰਮੁਖ ਪਿਆਰਿਓ ਭਾਈ ਸਤੀ ਦਾਸ ਨੂੰ 9 ਮਣ ਰੂਹ ਵਿੱਚ ਲਪੇਟ ਕੇ ਅੱਗ ਲਾਤੀ, 9 ਦਿਨ ਸੜਦਾ ਰਿਹਾ, ਜਪਜੀ ਸਾਹਿਬ ਪੜਦਾ। ਤੇ ਸਾਡੇ ਤੇ ਤਾਂ ਮਾੜਾ ਜਿਹਾ ਦੁੱਖ ਆ ਜੀ, ਤਾਂ ਗੁਰਦੁਆਰੇ ਜਾਣੋਂ ਹਟ ਜਾਂਦੇ ਆ। ਲੈ ਬਾਬੇ ਨੂੰ ਦੇਗ ਵੀ ਕਰਾਈ ਸੀ। ਅਸਲ ਵਿੱਚ ਨਾ ਗੁਰਮੁਖ ਪਿਆਰਿਓ ਇਹਦਾ ਮਨ ਹੰਕਾਰੀ ਹੋਇਆ ਵੀ ਮੈਂ ਕਮਾਈ ਕਰਦਾ। ਇਹਨੇ ਕਦੇ ਬਾਪੂ ਦਾ ਬਚਨ ਨਹੀਂ ਸੁਣਿਆ। ਏਕ ਬਸਤ ਕਰਨ ਬਖੋਟ ਗਵਾਵੈ, ਏਕ ਵੀ ਨਾ ਦੇ 10 ਵੀ ਹਿਰਲੇ ਤੋ ਮੂੜਾ ਕਹੋ ਕਹਾਂ ਕਰੇ। ਕੀ ਕਰ ਲੇਗਾ? ਜਿਹਨੂੰ ਸੁੱਚੀ ਮੰਗਰੋਂ ਬੰਦ ਕਰਤੀ, ਫਿਰ ਕੀ ਕਰੇਗਾ ਤੂੰ? ਇਹ ਕਹਿੰਦਾ ਮੈਂ ਤਾਂ ਰੇਹ ਪਾਇਆ ਤਾਂ ਜੀਰੀ ਕਾਲੀ ਹੋ ਗਈ, ਵਧੀਆ ਹੋ ਗਈ, ਮੈਂ ਆਹ ਕੰਮ ਕਰਿਆ ਤਾਂ ਇਹ ਹੋ ਗਿਆ। ਨਹੀਂ 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 ਨਹੀਂ, ਤੂੰ ਸੁਣ ਬਾਪੂ ਦੀ ਬਾਣੀ। ਉਹ ਕਹਿੰਦਾ ਸਾਰੇ ਕੰਮ ਤਾਂ ਹੋ ਜਾਣਗੇ, ਪਰ ਕਦੇ ਤੂੰ ਆਪਣੇ ਬਾਰੇ ਵੀ ਕੁਝ ਸੋਚ ਲਾ, ਲੋਕਾਂ ਬਾਰੇ, ਬੱਚਿਆਂ ਬਾਰੇ ਸੋਚੀ ਜਾਣਾ। ਜਪਜੀ ਸਾਹਿਬ ਦੀ ਬਾਣੀ ਤੁਹਾਡੇ ਚੇਤੇ ਹੋਵੇ। ਤੇ ਗੁਰਮੁਖ ਪਿਆਰਿਓ ਪੜ੍ਹਨੀ ਇਸ ਤਰ੍ਹਾਂ ਜਿਵੇਂ ਟੀਚਰ ਨੂੰ ਵਿਦਿਆਰਥੀ ਆਪਣਾ ਲੈਸਨ ਸੁਣਾਉਂਦਾ ਹੁੰਦਾ, ਇਦਾਂ ਪੜ੍ਹਨੀ ਹੈ ਵੀ ਮੇਰਾ ਗੁਰੂ ਨਾਨਕ ਮੇਰੇ ਸਾਹਮਣੇ ਖੜਾ, ਉਹ ਮੇਰਾ ਟੀਚਰ ਹੈ, ਮੈਂ ਇੱਕ ਵਿਦਿਆਰਥੀ ਹਾਂ ਤੇ ਮੈਂ ਉਹਨੂੰ ਪਾਠ ਸੁਣਾ ਰਿਹਾ, ਮੈਂ ਉਹਨੂੰ ਲੈਸਨ ਸੁਣਾ ਰਿਹਾ। ਤੇ ਬੋਲ ਬੋਲ ਕੇ ਪਾਠ ਕਰੋਗੇ ਤੇ ਮਨ ਵੀ ਹਿੱਲ ਕੇ ਦਿਖਾਵਿਓ ਪਿਆਰਿਓ, ਮੈਂ ਆਪਣੇ ਸਾਹਮਣੇ ਬੈਠਾ, ਵਾਅਦਾ ਕਰਦਾ ਇਸ ਤਰ੍ਹਾਂ ਪਾਠ ਕਰੋਗੇ ਵੀ ਮੇਰਾ ਗੁਰੂ ਨਾਨਕ ਮੈਨੂੰ ਸੁਣ ਰਿਹਾ। ਜਿਹੜੇ ਰੋਜ਼ ਪੁੱਛਦੇ ਫਿਰਦੇ ਹੋ ਮਨ ਨਹੀਂ ਲੱਗਦਾ, ਮਨ ਨਹੀਂ ਲੱਗਦਾ, ਹਿੱਲ ਕੇ ਦਿਖਾਵੇ। ਪਰ ਗੁਰਮੁਖ ਪਿਆਰਿਓ ਬਸ ਤੁਹਾਡੇ ਵੀ ਨਹੀਂ, ਕਿਉਂਕਿ ਸਾਨੂੰ ਕੁਝ ਨਹੀਂ ਆਉਂਦਾ। ਜਿਹੜੇ ਅਸੀਂ ਲੋਕ ਆ ਨਾ ਪ੍ਰਚਾਰਕ, ਪੱਲੇ ਸਾਡੇ ਵੀ ਕੁਝ ਨਹੀਂ। ਇਸੇ ਕਰਕੇ ਮੈਂ ਹਰ ਸਾਲ ਬਾਬਾ ਜੀ ਦਾ ਬਚਨ ਬੋਲ ਕੇ ਜਾਂਦਾ ਹੁੰਦਾ। ਸ਼੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਉਹ ਬੋਲਦੇ ਹੁੰਦੇ ਸੀ, ਉਦੋਂ ਹਾਸਾ ਆਉਂਦਾ ਹੁੰਦਾ ਸੀ ਸੰਗਤ ਜੀ, ਪਰ ਉਹਦਾ ਅਰਥ ਹੁਣ ਪਤਾ ਲੱਗਦਾ। ਉਹ ਕਹਿੰਦੇ ਉੱਚੇ ਟਿੱਬੇ ਤੇ ਛੋਲੇ ਬੀਜੇ, ਉਹਨਾਂ ਨੂੰ ਮਾਰ ਗਿਆ ਝਾਂਜਾ, ਥੋੜੀ ਥੋੜੀ ਮੈਂ ਵਿਗੜੀ, ਬਹੁਤਾ ਵਿਗੜ ਗਿਆ ਰਾਂਝਾ। ਕੁਝ ਦੁਨੀਆ ਦੇ ਲੋਕ ਤਾਂ ਪਹਿਲੇ ਹੀ ਦੂਰ ਸੀ, ਪਹਿਲੇ ਹੀ ਦੂਰ ਸੀ, ਪਰ ਜਿਹੜੇ ਮੇਰੇ ਵਰਗੇ ਬੂਬਣੇ ਨੇ ਤੇ ਗੁਰਮੁਖ ਪਿਆਰਿਓ ਨੇ ਹੋਰ ਦੂਰ ਕਰਦੇ। ਤੇ ਗੁਰਮੁਖ ਪਿਆਰਿਓ ਇਹ ਲੁਕਾਉਂਦੇ ਨੇ ਵੀ ਮੈਨੂੰ ਕਿਹੜਾ ਕੋਈ ਦੁੱਖ ਦੇਖਦਾ, ਤੈਨੂੰ ਕੌਣ ਕਹੇ, ਜਿਹਨੇ ਤੈਨੂੰ ਪੈਦਾ ਕੀਤਾ ਉਹ ਤਾਂ ਦੇਖਦਾ। ਉਹ ਤੋਂ ਕਿਵੇਂ ਲੁਕਾਵੇਂਗਾ ਉਹ ਬੰਦਿਆ, ਕਿਵੇਂ ਲੁਕਾਵੇਂਗਾ ਉਹ ਤੋਂ? ਆਓ ਮੈਂ ਬੇਨਤੀ ਕਰਾਂ ਤੇ ਸਿੱਖੋ ਧਿਆਨ ਦਿਓ। ਸਤਿਗੁਰੂ ਗੁਰੂ ਮਹਾਰਾਜ ਜੀ ਦੀ ਵੇਲੇ ਦੀ ਮੈਂ ਗੱਲ ਕਰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੀ। ਸੁਣਿਓ ਧਿਆਨ ਨਾਲ, ਬਸ ਮਿੰਟ 10 ਨੇ ਆਪਣੇ ਕੋਲੇ, 15 ਕੱਪ, ਇੰਨੇ ਸਮੇਂ 'ਚ ਹੀ ਸਾਖੀ ਸਮੇਟ ਲੈਣੀ ਆਪਣੀ। ਤੇ ਗੁਰਮੁਖ ਪਿਆਰਿਓ ਮੈਂ ਤਕਰੀਬਨ ਇਹ ਬੇਨਤੀ ਮੈਂ ਹਰ ਥਾਵੇਂ ਕਰਦਾ ਹੁੰਦਾ ਸੰਗਤ ਵਿੱਚ ਬੈਠ ਕੇ, ਸ਼ਾਇਦ ਕਿਸੇ ਨਾ ਕਿਸੇ ਦੇ ਦਿਮਾਗ ਤੇ ਗੱਲ ਲੱਗ ਜਾਵੇ, ਇਸੇ ਕਰਕੇ ਬੋਲੀਂਦਾ। ਨਹੀਂ ਮੈਂ ਤਾਂ ਤੁਹਾਤੋਂ ਕੀ ਲੈਣਾ ਸੰਗਤ ਜੀ, ਮੇਰੀ ਕਿਹੜਾ ਕੋਈ ਫੈਕਟਰੀ ਖੜੀ ਆ ਤੁਹਾਡੇ ਬਿਨਾਂ ਚੱਲਣੀ ਨਹੀਂ, ਠੀਕ ਹੈ ਨਾ। ਪਰ ਮੈਨੂੰ ਇਹ ਹੁੰਦਾ ਵੀ ਸਤਿਗੁਰੂ ਕੋਈ ਨਾ ਕੋਈ ਤੇਰਾ ਬਚਨ ਕਿਸੇ ਨਾ ਕਿਸੇ ਸਿੱਖ ਦੇ ਮਨ ਤੇ ਲੱਗ ਜੇ, ਸ਼ਾਇਦ ਉਹਦਾ ਜੀਵਨ ਸੁਧਰੀ ਜਾਵੇ। ਜੇ ਇੱਕ ਸੁਧਰ ਗਿਆ ਉਹਦੇ ਨਾਲ ਤਿੰਨਾਂ ਪਿੱਛੇ ਹੋਰ ਖਾਏ ਕਨੇਰੀ। ਤੇ ਗੁਰਮੁਖ ਪਿਆਰਿਓ ਭਾਈ ਨੰਦ ਲਾਲ ਗੋਆ 35,000 ਮੋਹਰ ਉਹਦੀ ਤਨਖਾਹ ਸੀ। ਔਰੰਗਜ਼ੇਬ ਦੇ ਬੱਚਿਆਂ ਨੂੰ ਪੜਾਉਂਦਾ ਸੀ। ਅਰਬੀ, ਫਾਰਸੀ, ਉਰਦੂ ਦਾ ਆਲਮ ਫਾਜ਼ਲ ਸੀ, ਸੰਸਕ੍ਰਿਤ ਦਾ ਮਹਾਨ ਵਿਦਵਾਨ ਸੀ, ਸਾਰੀਆਂ ਭਾਸ਼ਾਵਾਂ ਜਾਣਦਾ ਸੀ, ਏਡੀ ਤੀਖਣ ਬੁੱਧੀ ਸੀ ਉਹਦੀ। ਤੇ ਗੁਰਮੁਖ ਪਿਆਰਿਓ ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ
ਕਿਸੇ ਦੂਜੇ ਸੂਬੇ ਦੇ ਵਿੱਚੋਂ ਕਿਸੇ ਨੇ ਤੇ ਗੁਰਮੁਖ ਪਿਆਰਿਓ ਅਰਬੀ ਦੇ ਵਿੱਚ ਕੁਰਾਨ ਸ਼ਰੀਫ ਦੀ ਐਤ ਲੈ ਕੇ ਭੇਜੀ, ਇਹਦੇ ਅਰਥ ਕਰਕੇ ਸੁਣਾਓ ਜੀ। ਤੁਹਾਡੇ ਕੋਲੇ ਵਿਦਵਾਨ ਬੈਠੇ ਨੇ, ਫਾਰਸੀ ਵਿੱਚ ਹੈ ਕੁਰਾਨ ਸ਼ਰੀਫ ਜਿਹੜੀ ਲਿਖੀ ਹੋਈ ਆ, ਫਾਰਸੀ ਵਿੱਚ ਹੈ ਸੰਗਤ ਜੀ। ਤੇ ਗੁਰਮੁਖ ਪਿਆਰਿਓ ਹੁਣ ਮੈਂ ਬੇਨਤੀ ਕਰਾਂ, ਔਰੰਗਜ਼ੇਬ ਨੇ ਜਦੋਂ ਰਾਜ ਸੀ ਉਹਨੇ ਧੱਕੇ ਨਾਲ ਤੇ ਗੁਰਮੁਖ ਪਿਆਰਿਓ ਸੰਸਕ੍ਰਿਤ ਦੀਆਂ ਕਿਤਾਬਾਂ ਸਾੜੀਆਂ ਤੇ ਬੰਦ ਕਰਾਈ। ਸੰਸਕ੍ਰਿਤ ਉਰਦੂ ਚਲਾਇਆ, ਅਰਬੀ ਫਾਰਸੀ ਚਲਾਈ, ਆਪਣੀ ਬੋਲੀ ਚਲਾਈ ਉਹਨੇ, ਉਹਦਾ ਰਾਜ ਸੀ। ਤੇ ਗੁਰਮੁਖ ਪਿਆਰਿਓ ਸਾਡੀ ਬੋਲੀ ਬਿਲਕੁਲ ਖਤਮ ਹੋ ਗਈ। ਤੇ ਗੁਰਮੁਖ ਪਿਆਰਿਓ ਮੇਰਾ ਖਿਆਲ ਤਾਂ ਇੱਥੇ ਤੱਕ ਵੀ ਜਾਂਦਾ, ਤ੍ਰਿਵੇਣੀ ਪ੍ਰਯਾਗ ਰਾਜ ਹੈ ਉਹਦਾ ਨਾਮ, ਪੁਰਾਣਾ ਪ੍ਰਯਾਗ ਰਾਜ ਤ੍ਰਿਵੇਣੀ, ਜਿੱਥੇ 3 ਨਦੀਆਂ ਦਾ ਸੰਗਮ ਹੁੰਦਾ ਇਲਾਹਾਬਾਦ ਵਿੱਚ, ਉਹਦਾ ਨਾਂ ਹੈ ਪ੍ਰਯਾਗ ਰਾਜ। ਪਰ ਔਰੰਗਜ਼ੇਬ ਨੇ ਧੱਕੇ ਨਾਲ ਇਲਾਹਾਬਾਦ ਰੱਖਿਆ ਉਹਦਾ ਨਾਮ, ਕਿਉਂਕਿ ਉਹਦਾ ਰਾਜ ਸੀ ਨਾ, ਜਿਸ ਕਾ ਰਾਜ ਉਸੀ ਕਾ ਤੇਜ। ਕਈ ਤੁਸੀਂ ਮਲੇਰਕੋਟਲੇ ਦੇ ਪਿੰਡਾਂ ਦੇ ਨਾਮ ਜਾਮੋਗੇ ਤੇ ਗੁਰਮੁਖ ਪਿਆਰਿਓ ਉਹ ਧੱਕੇ ਨਾਲ ਹੀ ਨਾਮ ਰੱਖੇ ਹੋਏ ਨੇ। ਹੁਣ ਤੁਹਾਨੂੰ ਬੇਨਤੀ ਕਰਦਾ, ਤੁਸੀਂ ਬੱਚੇ ਉੱਥੇ ਪੜ੍ਹ ਲਾਉਣੇ ਹੋ ਜਿੱਥੇ ਪੰਜਾਬੀ ਕੋਈ ਨਾ ਪੜ੍ਹਾਵੇ, ਜਿੱਥੇ ਪੰਜਾਬੀ ਬੋਲਣ ਤੇ ਵੀ ਜੁਰਮਾਨਾ ਲੱਗੇ। ਤੁਸੀਂ ਆਪਣੀ ਬੋਲੀ ਆਪ ਛੱਡੀ ਜਾਂਦੇ ਹੋ, ਤੁਹਾਡਾ ਕੀ ਹਾਲ ਹੋਊਗਾ ਓਏ ਲੋਕੋ। ਕਦੇ ਸੋਚਿਆ ਸਾਡਾ ਬੱਚਾ ਅੰਗਰੇਜ਼ੀ ਪੜ੍ਹ ਜੇ ਤੇ ਜੇ ਸਕੂਲ 'ਚ ਸਮਾਂ ਚੌੜੇ ਹੋ ਕੇ ਦੱਸਣਗੇ ਜੇ ਪੰਜਾਬੀ ਬੋਲ ਜੇ ਜੀ ਸਕੂਲ ਵਿੱਚ ਜੁਰਮਾਨਾ ਹੋ ਜਾਂਦਾ, ਉਹ ਦੁਰ ਫਿੱਟੇ ਮੂੰਹ ਤੇਰੇ, ਤੂੰ ਪੰਜਾਬੀ ਆ, ਉਹ ਤੇਰੀ ਬੋਲੀ ਖੋਹੀ ਜਾਂਦੀ ਹੈ, ਕੱਲ ਨੂੰ ਤੇਰੇ ਤੋਂ ਰਾਜ ਵੈਸੇ ਹੋ ਹੀ ਜਾਂਦਾ ਹੈ। ਤੁਹਾਡੀ ਬੋਲੀ ਵੀ ਖੋਲੀ, ਤੁਹਾਡੀ ਜ਼ਮੀਨ ਵੀ ਖੋਈ ਜਾਂਦੀ ਆ। ਲਾ ਲਓ ਜ਼ੋਰ ਜਿਹੜਾ ਲਾਉਣਾ। ਪੱਲੇ ਕੀ ਹੈ, ਕਾਰਨ ਕੀ ਹੈ ਇਹ ਵੀ ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਾਡਾ ਹਾਲ ਬੁਰਾ ਹੋ ਗੁਰਮੁਖ ਪਿਆਰਿਓ। ਆਓ ਮੈਂ ਬੇਨਤੀ ਕਰਾਂ, ਨੇੜੇ ਲੱਗੀ ਆਪਾਂ ਗੁਰੂ ਸਾਹਿਬ ਦੇ, ਸ਼ਾਇਦ ਗੁਰੂ ਸਾਹਿਬ ਬਖਸ਼ਣ ਹਾਰੇ ਨੇ, ਆਪਾਂ ਨੂੰ ਬਖਸ਼ੀ ਲੈਣ ਉਹ ਗੁਰਮੁਖ ਪਿਆਰਿਓ। ਆਓ ਨੇੜੇ ਲੱਗੀਏ। ਔਰੰਗਜ਼ੇਬ ਦੀ ਕਚਹਿਰੀ ਵਿੱਚ ਕਿਸੇ ਮੌਲਵੀ ਤੋਂ, ਕਿਸੇ ਕਾਜੀ ਤੋਂ ਉਹ ਐਤ ਦੇ, ਕੁਰਾਨ ਸ਼ਰੀਫ ਦੀ ਐਤ ਦੇ ਜਿਹੜੀ ਅਰਬੀ ਵਿੱਚ ਆਈ ਸੀ ਉਹਦੇ ਅਰਥ ਨਾ ਹੋਏ, ਔਰੰਗਜ਼ੇਬ ਦੀ ਤਸੱਲੀ ਨਾ ਹੋਈ। ਕਿੰਨਾ ਕੁ ਪੜ੍ਹਿਆ ਲਿਖਿਆ ਹੋਊਗਾ ਸੰਗਤ ਜੀ ਔਰੰਗਜ਼ੇਬ। ਤੁਹਾਡੇ ਕੋਲੇ ਆ ਕੇ ਮੇਰੇ ਵਰਗਾ ਬੂਬ ਨਾ ਜਿਵੇਂ ਮਰਜ਼ੀ ਕਹਿ ਜਾਵੇ, ਤੁਸੀਂ ਉਕਣੀ ਮੰਨ ਲੈਂਦੇ ਹੋ, ਕਿਉਂਕਿ ਤੁਸੀਂ ਨਹੀਂ ਪੜ੍ਹੇ। ਜੇ ਤੁਸੀਂ ਪੜ੍ਹੇ ਹੋ ਫਿਰ ਤੁਹਾਨੂੰ ਪਤਾ ਲੱਗੇ। ਕੋਈ ਜਿਵੇਂ ਮਰਜ਼ੀ ਕਥਾ ਕਰ ਜਾਏ, ਕੋਈ ਜਿਵੇਂ ਮਰਜ਼ੀ ਬੋਲ ਜਾਵੇ, ਗੁਰਬਾਣੀ ਨੂੰ ਜਿਵੇਂ ਮਰਜ਼ੀ ਕਰ ਜਾਵੇ, ਤੁਸੀਂ ਚੁੱਪ ਕਰਕੇ ਨੀਵੀਆਂ ਪਾ ਕੇ ਸੁਣੀ ਜਾਂਦੇ ਹੋ। ਕਾਰਨ ਇੱਕੋ ਹੀ ਵੀ ਅਸੀਂ ਨਾ ਤਾਂ ਧਾਰਮਿਕ ਲਿਟਰੇਚਰ ਪੜ੍ਹਦੇ ਆ, ਨਾ ਹੀ ਗੁਰਬਾਣੀ ਪੜ੍ਹਦੇ ਆ। ਬਾਰ-ਬਾਰ ਬੇਨਤੀ ਕਰਦਾ, ਜਿੱਦੇ ਤੁਸੀਂ ਜਪਜੀ ਸਾਹਿਬ ਮੂੰਹ ਜਵਾਨੀ ਕੰਠ ਕਰ ਲਿਆ ਤੇ ਤੁਸੀਂ ਘੇਰਨ ਲੱਗ ਜਾਓਗੇ ਉਹ ਪਿਆਰਿਓ। ਮੈਂ ਸ਼ਰਤ ਲਾ ਕੇ ਕਹਿੰਦਾ ਗੱਲ, ਪਰ ਕਰੋ, ਨਿਰਾਪਰਾ ਸੁਣ ਕੇ ਨਾ ਛੱਡ ਜਿਓ। ਤੇ ਗੁਰਮੁਖ ਪਿਆਰਿਓ, ਕਿਤੇ ਮਾਂ ਸਵੇਰੇ ਉੱਠੇ ਪੁੱਤਰ ਨੂੰ ਇਸ਼ਨਾਨ ਕਰਾਵੇ, ਉਹਦੀ ਕੰਘੀ ਕਰੇ ਤੇ ਨਾਲ ਬੇਨਤੀ ਕਰੇ, ਪੂਤਾ ਮਾਤਾ ਕੀ ਅਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ। ਹੁਣ ਕੰਘੀ ਵਾਲੀ ਦਾ ਗੱਲ ਹੀ ਖਤਮ ਹੋ ਗਈ ਨਾ, ਕੰਘੀ ਵਾਲੀ ਦਾ ਗੱਲ ਹੀ ਖਤਮ ਹੋ ਗਈ। ਕਿਹੜਾ ਨਮਾਊ ਹਜਾਮਤ ਕਰਾ ਲਿਓ ਇਹਦੀ ਫਟਾਫਟ, ਕੱਦੂ ਹਜਾਮਤ ਦੇਖੋ। ਕਿਹੜਾ ਨਿਭਾਓ ਇਹਨੂੰ, ਜਵਾਕ ਜਿੱਦ ਵਾਲੀ ਕਰਦਾ ਜੀ। ਹੁਣ ਜਵਾਕ ਤਾਂ ਜਿੱਦ ਕਰਦੇ ਹੀ ਨੇ, ਉਹਨਾਂ ਦਾ ਉਹ ਤਾਂ ਕਰਨ ਕੀ ਜਿੱਦ ਭਾਈ। ਇਹ ਗੁਰਮੁਖ ਪਿਆਰਿਓ, ਹੁਣ ਕੁਰਾਨ ਸ਼ਰੀਫ ਦੀ ਐਤ ਦੇ ਅਰਥ ਜਦੋਂ ਨਾ ਹੋਏ, ਕਹਿੰਦਾ ਵੀ ਮੇਰੀ ਕਚਹਿਰੀ ਦੇ ਵਿੱਚ ਕਿਸੇ ਕੋਈ ਏਡਾ ਆਲਮ ਫਾਜ਼ਲ ਹੈ ਨਹੀਂ। ਬਹਾਦਰ ਸ਼ਾਹ ਜਿਹਦਾ ਨਾਂ ਸੀ ਮੁਅੱਜਮ, ਪਹਿਲਾ ਨਾਂ ਮੁਅੱਜਮ, ਉਹ ਕਹਿੰਦਾ ਅੱਬੂ ਵੀ ਮੇਰਾ ਉਸਤਾਦ ਕਰ ਦੂ ਇਹ ਕੁਰਾਨ ਸ਼ਰੀਫ ਦੇ, ਜੇ ਆਪ ਜੀ ਦਾ ਹੁਕਮ ਹੋਵੇ। ਕਹਿੰਦੇ ਲਿਆਓ, ਹੁਕਮ ਹੋ ਗਿਆ। ਦੂਜੇ ਦਿਨ ਕਚਹਿਰੀ ਦੇ ਵਿੱਚ ਤੇ ਗੁਰਮੁਖ ਪਿਆਰਿਓ ਨੰਦ ਲਾਲ ਬੁਆ ਨੂੰ ਲਿਆਇਆ ਗਿਆ, ਦੱਸਿਆ ਵੀ ਅਰਬੀ ਦੇ ਵਿੱਚ ਕੁਰਾਨ ਸ਼ਰੀਫ ਦੀ ਐਤ ਆਈ ਆ, ਵੀ ਅੱਬੂ ਜਾਨ ਦੀ ਤਸੱਲੀ ਨਹੀਂ ਹੋਈ, ਵੀ ਤੁਸੀਂ ਜਾ ਕੇ ਅਰਥ ਕਰੋ, ਮੈਨੂੰ ਪਤਾ ਤੁਸੀਂ ਅਰਥ ਕਰ ਦੋ, ਅੱਬੂ ਜਾਨ ਦੀ ਤਸੱਲੀ ਕਰਾ ਦੋਗੇ। ਤੇ ਗੁਰਮੁਖ ਪਿਆਰਿਓ, ਨੰਦ ਲਾਲ ਗੋਆ ਬ੍ਰਾਹਮਣ ਸੀ, ਗੌੜ ਬ੍ਰਾਹਮਣ, ਉੱਚੀ ਕੁਲ ਦਾ ਬੰਦਾ।
ਤੇ ਗੁਰਮੁਖ ਪਿਆਰਿਓ ਜਦੋਂ ਗਿਆ ਨਾ ਕਚਹਿਰੀ ਵਿੱਚ, ਉਹ ਐਤ ਅੱਗੇ ਰੱਖੀ, ਉਹਨੇ ਇਹੋ ਜਿਹੇ ਅਰਥ ਕੀਤੇ ਤੇ ਗੁਰਮੁਖ ਪਿਆਰਿਓ ਔਰੰਗਜ਼ੇਬ ਸਿੰਘਾਸਣ ਤੋਂ ਖੜਾ ਹੋ ਗਿਆ ਉੱਠ ਕੇ, ਬਹੁਤ ਸਤਿਕਾਰ ਕੀਤਾ, ਬੜੀਆਂ ਖਿੱਲਤਾਂ ਦਿੱਤੀਆਂ, ਬੜੇ ਇਨਾਮ ਦਿੱਤੇ। ਤੇ ਗੁਰਮੁਖ ਪਿਆਰਿਓ ਜਦੋਂ ਨੰਦ ਲਾਲ ਗੋਆ ਕਚਹਿਰੀ ਵਿੱਚੋਂ ਚਲਿਆ ਗਿਆ ਤੇ ਗੁਰਮੁਖ ਪਿਆਰਿਓ ਮੁਅੱਜ਼ਮ ਵੀ ਨਾਲ ਹੀ ਚਲਿਆ ਗਿਆ। ਮੁਅੱਜ਼ਮ ਦੀ ਭੈਣ ਨਾਲ ਉੱਥੇ ਖੜੀ ਸੀ ਆਪਦੇ ਅੱਬੂ ਦੀ ਕਚਹਿਰੀ ਵਿੱਚ, ਪਰਦੇ ਵਿੱਚ। ਤੇ ਗੁਰਮੁਖ ਪਿਆਰਿਓ ਔਰੰਗਜ਼ੇਬ ਪੁੱਛਦਾ ਵੀ ਇਹ ਬੰਦਾ ਕੌਣ ਹੈ? ਮੁਲਾਜ਼ਮ ਕਹਿੰਦੇ ਬਾਦਸ਼ਾਹ ਇਹ ਤੇਰੇ ਬੱਚਿਆਂ ਨੂੰ ਪੜਾਉਂਦਾ, ਇਹ ਤੇਰੇ ਬੱਚਿਆਂ ਨੂੰ ਪੜਾਉਂਦਾ। ਕਹਿੰਦੇ ਵੀ ਬੜੀ ਸੁਰਤ ਉੱਚੀ ਹੈ, ਬਹੁਤ ਸੋਹਣੇ ਅਰਥ ਕੀਤੇ ਨੇ ਕੁਰਾਨ ਸ਼ਰੀਫ ਦੀ ਆਇਤ ਦੇ। ਇਹ ਹੈ ਕੌਣ? ਕਹਿੰਦੇ ਹਿੰਦੂ ਆ ਜੀ। ਬਸ ਅੱਗ ਲੱਗ ਗਈ ਹੋ ਪਿਆਰਿਓ, ਉੱਠ ਕੇ ਖੜਾ ਹੋ ਗਿਆ, ਕ੍ਰੋਧ ਵਿੱਚ ਆ ਗਿਆ। ਆਪਦੇ ਗੁਰਮੁਖ ਪਿਆਰਿਓ ਬੰਦਿਆਂ ਨੂੰ, ਕਚਹਿਰੀ ਵਾਲਿਆਂ ਨੂੰ ਕਹਿੰਦਾ ਜਾਂ ਤਾਂ ਇਹਨੂੰ ਮੁਸਲਮਾਨ ਬਣਾ ਲਓ ਜਾਂ ਇਹਨੂੰ ਮਾਰ ਦਿਓ। ਏਡਾ ਵੱਡਾ ਆਲਮ ਫਾਜ਼ਲ ਦੂਜੇ ਮਜ਼ਹਬ 'ਚ ਨਹੀਂ ਹੋਣਾ ਚਾਹੀਦਾ, ਏਡਾ ਵੱਡਾ ਆਲਮ ਫਾਜ਼ਲ। ਤੇ ਗੁਰਮੁਖ ਪਿਆਰਿਓ ਆਪਾਂ ਤਾਂ ਬਹੁਤ ਦੂਰ ਖੜੇ ਆ, ਆਪਾਂ ਨਾ ਆਪਾਂ ਨੂੰ ਕਿਤਾਬਾਂ ਪੜ੍ਹਨ ਦਾ ਚਸਕਾ, ਨਾ ਆਪਾਂ ਨੂੰ ਗੁਰਬਾਣੀ ਪੜ੍ਹਨ ਦਾ ਚਸਕਾ, ਬਸ ਇੱਕੋ ਚਸਕਾ ਵੀ ਮੋਬਾਈਲ ਦੇਖਣ ਦਾ, ਇੱਕੋ ਹੀ ਚਸਕਾ ਬਸ। ਤੇ ਗੁਰਮੁਖ ਪਿਆਰਿਓ ਸਾਡੇ 2.5 3 ਸਾਲ ਦੇ ਬੱਚੇ ਨੇ ਤੇ 3 ਨੰਬਰ ਐਨਕਾਂ ਲੱਗੀਆਂ ਪਈਆਂ ਉਹਨਾਂ ਦੇ, 3 ਨੰਬਰ ਦੀਆਂ। ਕਦੋਂ ਜਵਾਨ ਹੋਏ, ਕਦੋਂ ਪੜ੍ਹੇ? ਉਹ ਗਲਤੀ ਕਿਹਦੀ ਆ ਬਈ? ਆਪਣੀ ਗਲਤੀ ਆ ਸੰਗਤ ਜੀ। ਆਪਾਂ ਗੁਰਬਾਣੀ ਨਹੀਂ ਪੜ੍ਹਦੇ, ਆਪਾਂ ਗੁਰ ਇਤਿਹਾਸ ਨਹੀਂ ਫਰੋਲਦੇ, ਆਪਣੇ ਘਰੇ ਕੋਈ ਗੁਰਮਤ ਪ੍ਰਕਾਸ਼ ਦੀ ਕਿਤਾਬ ਨਹੀਂ ਆਉਂਦੀ। ਆਪਣੇ ਘਰੇ ਸ਼੍ਰੋਮਣੀ ਕਮੇਟੀ ਵੱਲੋਂ ਕਿਤਾਬਾਂ ਛਾਪੀਆਂ ਜਾਂਦੀਆਂ ਤੇ ਗੁਰਮੁਖ ਪਿਆਰਿਓ ਸਾਲ ਕਦੇ 20 ਰੁਪਏ ਨੇ ਗੁਰਮਤ ਪ੍ਰਕਾਸ਼ ਦੇ। ਤੁਹਾਡੇ ਘਰੇ ਹੈ? ਹੁਣ ਬੇਨਤੀ ਨੂੰ ਸੁਣਿਓ, ਜਿਹਦੇ ਕਿਤੇ ਸਬੱਬ ਬਣ ਜੇ ਵੀ ਚਲੋ ਅੰਮ੍ਰਿਤਸਰ ਹਰਿਮੰਦਰ ਸਾਹਿਬ ਨਹਾ ਕੇ ਆਈਏ, ਤੇ ਗੁਰਮੁਖ ਪਿਆਰਿਓ ਉੱਥੋਂ ਕੋਈ ਕਿਤਾਬ ਨਹੀਂ ਖਰੀਦਣੀ। ਉੱਥੇ ਜਾ ਕੇ ਜੇ ਘਰੋਂ ਤੁਰਿਆ, ਭੂਆ ਦਾ ਫੋਨ ਆ ਗਿਆ, ਕਿੱਥੇ ਚੱਲਿਆ? ਅੰਮ੍ਰਿਤਸਰ ਨੂੰ। ਫਿਰ ਮਾਸੀ ਦਾ ਫੋਨ ਆ, ਕਿੱਥੇ ਚੱਲਿਆ? ਅੰਮ੍ਰਿਤਸਰ ਨੂੰ। ਉਧਰੋਂ ਬੇਬੇ ਕਹਿੰਦੀ ਆ ਪੁੱਤ ਅੰਮ੍ਰਿਤਸਰ ਤਾਂ ਚੱਲਿਆ ਤੇ ਉੱਥੋਂ ਬੜੀਆਂ ਲਈ, ਬੜੀਆਂ ਲੈ ਦੇਖੋ ਹਾਲ ਦੇਖੋ ਇਹਦਾ, ਆ ਦੇਖੋ ਕੀ ਕਰਦਾ ਹੈ। 5 ਕਿਲੋ ਮਾਸੀ ਦੀਆਂ ਬੜੀਆਂ ਤੇ 5 ਕਿਲੋ ਭੂਆ ਦੀਆਂ ਤੇ 5 ਕਿਲੋ 10 ਕਿਲੋ 15 ਕਿਲੋ ਬੜੀਆਂ ਖਰੀਦ ਕੇ ਤਾਂ ਘਰੇ ਆ ਜਾਂਦਾ। ਜਿਹੜਾ ਕੁਝ ਉੱਥੇ ਲੈਣ ਗਿਆ ਸੀ ਉਹ ਲੈਤੇ ਹੀ ਨਹੀਂ ਉੱਥੇ। ਉਹ ਗੁਰਮੁਖ ਪਿਆਰਿਓ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਗਿਆ, ਮੱਥਾ ਟੇਕਿਆ, ਫਟਾਫਟ ਬੜੀਆਂ ਖਰੀਦੀਆਂ ਤੇ ਘਰ ਨੂੰ ਆ ਗਿਆ। ਆਹ ਹਾਲ ਆ ਸਾਡਾ। ਫਿਰ ਕਹਿੰਦੇ ਪ੍ਰਚਾਰ ਨਹੀਂ ਹੁੰਦਾ ਜੀ। ਹੁਣ ਪਾਕਿਸਤਾਨ ਚੋਂ ਆ ਕੇ ਪ੍ਰਚਾਰ ਕਰਨਗੇ ਆਪਣੀ ਸਿੱਖੀ ਦਾ। ਤੇ ਗੁਰਮੁਖ ਪਿਆਰਿਓ ਆਓ ਬਿਰਤੀ ਇਕਾਗਰ ਕਰੋ। ਔਰੰਗਜ਼ੇਬ ਕਹਿੰਦਾ ਵੀ ਜਾਂ ਤਾਂ ਇਹਨਾਂ ਕਤਲ ਕਰ ਦੋ ਜਾਂ ਇਹਨੂੰ ਮੁਸਲਮਾਨ ਬਣਾਵੋ। ਤੇ ਗੁਰਮੁਖ ਪਿਆਰਿਓ ਔਰੰਗਜ਼ੇਬ ਦੀ ਬੇਟੀ ਸੁਣ ਰਹੀ ਸੀ, ਉਹਦੀ ਰਾਤ ਮਸਾ ਲੰਘੀ ਵੀ ਮੇਰੇ ਉਸਤਾਦ ਨੂੰ ਉਹਨੇ ਮੰਨਣਾ ਤਾਂ ਹੈ ਨਹੀਂ, ਮਾਰ ਦੇਣਾ ਇਹਨਾਂ ਨੇ। ਸਵੇਰੇ ਜਦੋਂ ਨੰਦ ਲਾਲ ਗੋਆ ਪੜਾਉਣ ਵਾਸਤੇ ਆਇਆ ਨਾ ਪਾਠਸ਼ਾਲਾ ਵਿੱਚ ਔਰੰਗਜ਼ੇਬ ਦੇ ਬੱਚਿਆਂ ਨੂੰ ਉਹਦੇ ਘਰ ਵਿੱਚ, ਤੇ ਗੁਰਮੁਖ ਪਿਆਰਿਓ ਇਹ ਔਰੰਗਜ਼ੇਬ ਦੀ ਬੇਟੀ ਆਪਣੇ ਭਰਾ ਮੁਅੱਜ਼ਮ ਨੂੰ ਕਹਿੰਦੀ ਲਾਲਾ ਉਰੇ ਆ। ਕਹਿੰਦਾ ਭੈਣ ਉਰੀ ਦੱਸ ਦੇ ਉਸਤਾਦ ਹੀ ਨੇ ਆਪਣੇ ਗੱਲ ਕੀ ਹੈ। ਉਹ ਕਹਿੰਦੀ ਤੈਨੂੰ ਕੁਝ ਪਤਾ ਅੱਬੂ ਨੇ ਕੱਲ ਕੀ ਕਿਹਾ? ਮੈਂ ਠੇਠ ਪੰਜਾਬੀ ਬੋਲਦਾ ਸੰਗਤ ਜੀ ਵੀ ਸਮਝ ਆ ਜਾਵੇ। ਨਹੀਂ ਗੋਲ ਗੋਲ ਗੱਲਾਂ ਤਾਂ ਮੈਨੂੰ ਵੀ ਆਉਂਦੀਆਂ ਨੇ, ਪਰ ਗੁਰਮੁਖ ਪਿਆਰਿਓ ਮੈਂ ਇਸੇ ਕਰਕੇ ਬੋਲਦਾ ਹੁੰਦਾ ਵੀ ਸਾਡੇ ਵਿੱਚ ਵਿਦਵਾਨ ਤਾਂ ਬਹੁਤ ਹੋ ਗਏ, ਉਹ ਆਪਣੀ ਵਿਦਵਤਾ ਘੋਟ ਕੇ ਤੁਰ ਜਾਂਦੇ ਨੇ, ਤੁਹਾਡੇ ਬੱਲੇ ਕੁਝ ਨਹੀਂ ਪੈਂਦਾ। ਤੇ ਇਹ ਵੀ ਹੰਕਾਰੀ ਆ। ਜੇ ਕਿਤੇ ਸ਼ੁਭ ਗੁਣਾਂ ਦਾ ਮਤਲਬ ਬੁਰਾਈ ਦਾ ਹੰਕਾਰ ਹੈ ਕਿਸੇ ਨੂੰ, ਚੰਗੇ ਗੁਣਾਂ ਦਾ ਵੀ ਹੰਕਾਰ ਹੋ ਜਾਂਦਾ ਕਈ ਵਾਰੀ। ਮੈਂ ਵਿਦਵਾਨ, ਮੈਂ ਪਾਠੀ, ਮੈਂ ਤਾਂ ਮੇਰੇ ਵਰਗਾ ਤਾਂ ਕੋਈ ਬਾਜਾ ਢੋਲਕੀ ਨਹੀਂ ਜਾਣਦਾ। ਤੇ ਗੁਰਮੁਖ ਪਿਆਰਿਓ ਇਹ ਸਾਡੇ 'ਚ ਤਾਂ ਚ ਆਉਂਦੀਆਂ ਨੇ ਗੱਲਾਂ ਵੀ ਅਸੀਂ ਗੁਰਦੁਆਰੇ ਵੀ ਜਾਂਦੇ ਆ ਤੇ ਗੱਲ ਮੰਨਦੇ ਨਹੀਂ, ਤਾਂ ਆਉਂਦੀਆਂ ਨੇ ਸਾਡੇ 'ਚ ਗੱਲਾਂ। ਰਹੋ ਵਿਚਾਰ। ਕਹਿੰਦੀ ਲਾਲਾ ਕੁਝ ਪਤਾ ਤੈਨੂੰ? ਅੱਬੂ ਨੇ ਕੱਲ ਕਚਹਿਰੀ 'ਚ ਕੁਝ ਬੋਲਿਆ? ਕਹਿੰਦਾ ਨਾ ਮੈਂ ਤਾਂ ਆ ਗਿਆ ਸੀ ਉਸਤਾਦ ਜੀ ਨਾਲ। ਅੱਬੂ ਨੇ ਕਿਹਾ ਵੀ ਜਿਹਨੇ ਐਤ ਦੇ ਕੁਰਾਨ ਸ਼ਰੀਫ ਦੀ ਐਤ ਦੇ ਅਰਥ ਕੀਤੇ ਨੇ, ਅੱਬੂ ਜਾਨ ਕਹਿੰਦਾ ਵੀ ਜਾਂ ਤਾਂ ਉਹਨੂੰ ਮੁਸਲਮਾਨ ਬਣਾ ਲਓ ਜਾਂ ਉਹਦਾ ਕਤਲ ਕਰ ਦਿਓ।
ਜਦੋਂ ਇੰਨੀ ਗੱਲ ਨੰਦ ਲਾਲ ਗੋਆ ਨੇ ਸੁਣੀ, ਚਾਂਦੀ ਦੀ ਕੁਰਸੀ ਤੇ ਬੈਠਾ ਸੀ, ਉੱਠ ਕੇ ਖੜਾ ਹੋ ਗਿਆ, ਕਹਿੰਦਾ ਦੁਬਾਰੇ ਬੋਲ ਦੁਬਾਰੇ। ਕਿਉਂਕਿ ਸੰਗਤ ਜੀ ਆਪਣੀ ਜ਼ਿੰਦਗੀ ਵਿੱਚ ਜੇ ਕਿਤੇ ਡਰ ਸਮੋਇਆ ਹੋਇਆ, ਉਹ ਮੌਤ ਦਾ ਹੀ ਡਰ ਆ। ਜਿੰਨੇ ਵੀ ਜੀਵ ਧਰਤੀ ਤੇ ਦੇਖੋ, ਸੱਪ ਕਿੱਡੀ ਨਖਿੱਧ ਜੂਨ ਆ, ਤੁਸੀਂ ਮਾਰਨ ਲੱਗੋ ਭੱਜਾ ਜਾਊਗਾ, ਲੁਕਣ ਨੂੰ ਫਿਰੂਗਾ। ਕੋਈ ਵੀ ਬੰਦਾ ਵੀ, ਮਤਲਬ ਮੌਤ ਇੱਕ ਐਸਾ ਫਰਿਸ਼ਤਾ ਤੇ ਗੁਰਮੁਖ ਪਿਆਰਿਓ ਤਿਆਰ ਕੀਤਾ ਪ੍ਰਮਾਤਮਾ ਨੇ, ਤੇ ਗੁਰਮੁਖ ਪਿਆਰਿਓ ਤੋਂ ਪੂਰੀ ਕਾਇਨਾਤ ਡਰਦੀ ਹੈ। ਪਰ ਸਿੱਖੋ ਵੀ ਤੁਹਾਡੇ ਕੋਲੇ ਐਸੀ ਬਾਣੀ ਆ, ਜੇ ਤੁਸੀਂ ਬਾਣੀ ਪੜੋਗੇ ਤੁਸੀਂ ਮੌਤ ਦੇ ਵੀ ਜਿੱਤ ਪਾ ਜਾਓਗੇ। ਕਿਉਂਕਿ ਤੁਹਾਡੇ ਸਾਹਮਣੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਮੌਤ ਵੀ ਹੱਥ ਬੰਨ ਕੇ ਖੜਦੀ ਆ। ਭਾਈ ਤਾਰੂ ਸਿੰਘ ਤੇ ਗੁਰਮੁਖ ਪਿਆਰਿਓ 22 ਦਿਨ ਜਿਉਂਦਾ ਰਿਹਾ, ਖੋਪੜਾ ਲਹਾ ਕੇ। ਉਹਦਾ ਖੋਪੜਾ ਲਾਤਾ ਸੀ ਉੱਪਰੋਂ। ਇੱਕ ਸਿੱਖ ਸੇਵਾ ਕਰਨ ਜਾਂਦਾ ਹੁੰਦਾ, ਮੈਂ ਉਹ ਜਗ੍ਹਾ ਦੇਖ ਕੇ ਆਇਆ ਪਾਕਿਸਤਾਨ ਵਿੱਚ ਸੰਗਤ ਜੀ, ਖਾਈ ਵਿੱਚ ਸੁੱਟਦਾ ਸਰੀਰ ਪਰਾਂ ਜਲਾਦਾਂ ਨੇ। ਇੱਕ ਸਿੱਖ ਲੁਕ ਕੇ ਦੁੱਧ ਪਿਲਾਉਂਦਾ ਹੈ। 19ਵੇਂ ਦਿਨ ਉਹ ਸਿੱਖ ਕਹਿੰਦਾ, ਭਾਈ ਸਾਹਿਬ ਮੈਨੂੰ ਪਤਾ ਤੁਹਾਡੀ ਬਿਰਤੀ ਬਹੁਤ ਉੱਚੀ ਆ, ਪਰ ਮੈਥੋਂ ਤੁਹਾਡਾ ਸਰੀਰ ਨਹੀਂ ਦੇਖਿਆ ਜਾਂਦਾ, ਤਰਸ ਕਰੋ ਸਰੀਰ ਤੇ, ਇਹ ਪ੍ਰਾਣਾਂ ਨੂੰ ਛੁੱਟੀ ਦੇ ਦਿਓ, ਇਹ ਨਿਕਲ ਜਾਣ। ਭਾਈ ਤਾਰੂ ਸਿੰਘ ਜੀ ਕਹਿੰਦੇ, ਪਤਾ ਮੈਨੂੰ ਵੀ ਆ, ਪਰ ਮੈਂ ਇੱਕ ਬਚਨ ਕਰਿਆ ਆ। ਕਿਹੜਾ ਬਚਨ? ਵੀ ਸੂਬੇ ਨੂੰ ਕਿਹਾ ਤੈਨੂੰ ਮੈਂ ਜੁੱਤੀ ਦੀ ਨੋਕ ਤੇ ਲਾ ਕੇ ਲੈ ਕੇ ਜਾਊਂ, ਉਹਦੇ 4 ਦਿਨ ਬਾਕੀ ਨੇ, ਜੇ 4 ਦਿਨ ਮੈਂ ਜਿਉਂਦਾ ਰਹੂੰਗਾ। ਦੇਖੋ ਤੁਸੀਂ ਤਾਂ ਮੌਤ ਦੇ ਵੀ ਫਤਿਹ ਪਾ ਲੈਂਦੇ ਹੋ, ਤੁਹਾਨੂੰ ਐਸੀ ਬਾਣੀ ਦਿੱਤੀ ਹੈ, ਪਰ ਬਦਨਸੀਬੀ ਹੈ ਅਸੀਂ ਬਾਣੀ ਦੇ ਨੇੜੇ ਅਖੰਡ ਪਾਠ ਬਹੁਤ ਕਰਾਤੇ, ਅਸੀਂ ਨੇ ਬਹੁਤ ਕੁਝ ਕਰਤਾ, ਚੰਗੀਆਂ ਗੱਲਾਂ ਨੇ ਇਹ, ਪਰ ਇਦੋਂ ਚੰਗੀ ਗੱਲ ਹੋਵੇ ਜੇ ਅਸੀਂ ਖੁਦ ਸਭ ਕੁਝ ਕਰੀਏ, ਖੁਦ ਬਾਣੀ ਨੂੰ ਬਾਚੀਏ, ਖੁਦ ਵਿਚਾਰੀਏ, ਖੁਦ ਪੜ੍ਹੀਏ। ਤੇ ਗੁਰਮੁਖ ਪਿਆਰਿਓ ਬਸ ਇੱਕੋ ਗੱਲ ਹੈ ਵੀ ਇੱਕ ਤੁਕ ਤੇ ਸ਼ੰਕਰ ਹੋ ਜਾਂਦੇ ਆਪਾਂ। ਤੁਸੀਂ ਸਾਰੇ ਜਾਣੇ ਗੱਡੀਆਂ ਤੇ ਮੋਟਰਸਾਈਕਲਾਂ ਤੇ ਲਿਖਾਈ ਫਿਰਦੇ ਹੋ, ਇਹ ਭੇ ਦਾਤ ਤੇਰੀ ਦਾ ਤਾਰ, ਲਿਖਾਈ ਫਿਰਦੇ ਹੋ ਨਾ, ਇਹ ਭੇ ਦਾਤ ਤੇਰੀ ਦਾ ਤਾਰ। ਤੇ ਪਹਿਲਾਂ ਤਾਂ ਖਿਆਲ ਇਹ ਕਰੋ ਵੀ ਗੁਰਬਾਣੀ ਦੀ ਨਰਾਦਰੀ ਆਪਾਂ ਕਿੰਨੇ ਕਰਦੇ ਆ। ਇਹੀ ਤੁਕ ਨੂੰ ਆਪਾਂ ਰਮਾਲਿਆਂ ਵਿੱਚ ਰੱਖਦੇ ਆ, ਇਹੀ ਤੁਕ ਨੂੰ ਤੁਸੀਂ ਗੱਡੀਆਂ ਤੇ ਲਿਖਾਉਂਦੇ, ਉੱਤੇ ਮੀਂਹ ਵੀ ਪੈਂਦਾ, ਗਰਦ ਵੀ ਪੈਂਦੀ ਹੈ, ਚੱਕੜ ਵੀ ਪੈਂਦਾ। ਤੁਸੀਂ ਦੱਸੋ ਤੁਹਾਡੇ ਨੂੰ ਬਾਣੀ ਦਾ ਨਰਾਦਰ ਕੋਈ ਜ਼ਿਆਦਾ ਕਰਦਾ? ਆ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਆਪਾਂ ਵੇਸਲੇ ਹੋ ਗਏ। ਲਿਖ ਦਿੰਦੇ ਇਹ ਭੇ ਦਾਤ ਤੇਰੀ ਦਾ ਤਾਰ, ਪਰ ਜੇ ਕਿਤੋਂ ਇਦੋਂ ਪਹਿਲੀ ਤੁਕ ਪੜ ਲਵੋ ਸਾਰਾ ਹੀ ਅਰਥ ਬਦਲ ਜਾਂਦਾ, ਸਾਰਾ ਅਰਥ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾ ਤਾਰ। ਵੀ ਬਾਪੂ ਦੁੱਖ ਆਵੇ ਸੁੱਖ ਆਵੇ, ਪਰ ਮੇਰਾ ਮਨ ਤੂੰ ਇਹੋ ਜਿਹਾ ਬਣਾ ਦੇ ਵੀ ਮੈਂ ਤੇਰੀ ਦਾਤ ਹੀ ਸਮਝਾਂ, ਦੁੱਖ ਆਵੇ ਚਾਹੇ ਸੁੱਖ ਆਵੇ। ਅਰਥ ਇਹ ਬਣਦਾ, ਆਪਾਂ ਹੋਰ ਹੀ ਕੁਝ ਕਰ ਲਓ। ਚਲੋ ਕਰੋ ਵਿਚਾਰ। ਤੇ ਗੁਰਮੁਖ ਪਿਆਰਿਓ ਭਾਈ ਤਾਰੂ ਸਿੰਘ ਨੇ 22 ਦਿਨ ਬਾਅਦ ਸਰੀਰ ਛੱਡਿਆ, ਸੂਬੇਦਾਰ ਨੂੰ ਜੁੱਤੀ ਦੀ ਨੋਕ ਤੇ ਲਾ ਕੇ ਨਰਕਾਂ ਵਿੱਚ ਪਹੁੰਚਾਇਆ। ਏਡੇ ਤੁਸੀਂ ਬਲੀ ਹੋ, ਤੁਹਾਡੇ ਪੁਰਖ ਏਡੇ ਬਲੀ ਨੇ, ਤੁਹਾਡੇ ਕੋਲੇ ਤਾਂ ਅੰਮ੍ਰਿਤ ਹੈ, ਤੁਹਾਡੇ ਕੋਲ ਤਾਂ ਅੰਮ੍ਰਿਤ ਬਾਣੀ ਹੈ, ਤੇ ਤੁਸੀਂ ਗੁਰਮੁਖ ਪਿਆਰਿਓ ਇਹ ਬਾਪੂ ਦੀ ਕਿਰਪਾ 10 ਜਾਮਿਆਂ ਵਿੱਚ ਆ ਕੇ ਸਾਨੂੰ ਇਹ ਦਾਤ ਦਿੱਤੀ ਵੀ ਬੰਦਿਆ, ਉਹ ਸਿੱਖਾ, ਉਹ ਪੰਜਾਬੀਆ, ਵੀ ਤੂੰ ਮੌਤ ਤੇ ਵੀ ਜਿੱਤ ਪ੍ਰਾਪਤ ਕਰ ਜਾ, ਮੌਤ ਤੋਂ ਡਰ ਨਾ। ਤੇ ਗੁਰਮੁਖ ਪਿਆਰਿਓ ਪਰ ਜਿਹੜੇ ਆਪਾਂ ਲੋਕ ਆ ਨਾ, ਬਸ ਕਹਿਣ ਸੁਣਨ ਨੂੰ ਆਪਾਂ ਸਾਰੇ ਵੱਡੇ ਆ ਤੇ ਗੁਰਮੁਖ ਪਿਆਰਿਓ, ਪਰ ਕਮਾਉਣ ਵਾਲੀ ਗੱਲ ਸਾਡੇ ਕੋਲੇ ਕੋਈ ਨਹੀਂ। ਇੱਥੇ ਕਥਨੀ ਪ੍ਰਧਾਨ ਹੈ, ਵਾਹਿਗੁਰੂ ਕਰਨੀ ਪ੍ਰਧਾਨ ਹੈ, ਕਥਨੀ ਪ੍ਰਧਾਨ ਨਹੀਂ। ਇੱਥੇ ਜੇ ਕੰਮ ਕਰੋਗੇ ਤਾਂ ਕਿਤੇ ਥਾਏ ਗੱਲ ਪੈਣੀ ਹੈ। ਤੇ ਗੁਰਮੁਖ ਪਿਆਰਿਓ ਭਾਈ ਨੰਦ ਲਾਲ ਜੀ ਹੱਥ ਜੋੜ ਲਿਆ ਆਪਣੇ ਸ਼ਾਗਿਰਦ ਦੇ ਮੂਹਰੇ, ਕਹਿੰਦਾ ਵੀ ਮੁਆਜ਼ਮ, ਨਾ ਤਾਂ ਮੈਂ ਮਰਨਾ ਚਾਹੁੰਦਾ, ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ, ਨਾ ਮੈਂ ਧਰਮ ਬਦਲਣਾ ਚਾਹੁੰਦਾ ਆਪਦਾ। ਸਿੱਖੋ ਧਿਆਨ ਨਾਲ ਸੁਣਿਓ, ਨਾ ਤਾਂ ਮੈਂ ਮਰਨਾ ਚਾਹੁੰਦਾ, ਨਾ ਮੈਂ ਆਪਣਾ ਮਜ਼ਹਬ ਬਦਲਣਾ ਚਾਹੁੰਦਾ, ਕੋਈ ਹੈ ਹੱਲ ਮੁਆਜ਼ਮ? ਉਹ ਕਹਿੰਦਾ ਹੈ। ਔਰੰਗਜ਼ੇਬ ਦਾ ਵੱਡਾ ਪੁੱਤਰ ਮੁਆਜ਼ਮ ਕਹਿੰਦਾ ਹੈ ਵੀ ਨਾ ਤਾਂ ਤੇਰਾ ਧਰਮ ਬਦਲਿਆ ਜਾਣਾ, ਨਾ ਤੈਨੂੰ ਮੌਤ ਆਉਣੀ ਆ ਉੱਥੇ, ਮੈਂ ਤੈਨੂੰ ਇੱਕ ਜਗ੍ਹਾ ਦੱਸਦਾ, ਇੱਕ ਜਗ੍ਹਾ। ਉਹ ਕਹਿੰਦਾ ਛੇਤੀ ਦੱਸ, ਛੇਤੀ ਦੱਸ, ਕਿਉਂਕਿ ਮੌਤ ਸਾਹਮਣੇ ਖੜੀ ਸੀ। ਉਹ ਸਿੱਖੋ, ਔਰੰਗਜ਼ੇਬ ਦਾ ਵੱਡਾ ਪੁੱਤਰ ਮੁਆਜ਼ਮ ਕਹਿੰਦਾ ਤੂੰ ਆਨੰਦਪੁਰ ਸਾਹਿਬ ਚਲਿਆ ਜਾ। ਉਹ ਸਿੱਖੋ, ਤੁਸੀਂ ਕਿੱਥੇ ਤੁਰੇ ਫਿਰਦੇ ਹੋ?
ਤੁਸੀਂ ਕਿੱਥੇ ਤੁਰੇ ਫਿਰਦੇ ਹੋ? ਮੁਅੱਜ਼ਮ ਕਹਿੰਦਾ ਨਾ ਤੈਨੂੰ ਉੱਥੇ ਮੌਤ ਆਵੇ, ਨਾ ਹੀ ਤੇਰਾ ਧਰਮ ਬਦਲਿਆ ਜਾਵੇ। ਤੇ ਗੁਰਮੁਖ ਪਿਆਰਿਓ, ਇੱਥੇ ਤਾਂ ਬਸ ਸਾਨੂੰ ਕੋਈ ਵਿਦੇਸ਼ ਭੇਜ ਦੇਵੇ ਤੇ ਬਸ ਉਹੀ ਸਾਡੇ ਵਾਸਤੇ ਰੱਬ ਆ ਹੋਵੇ ਪਿਆਰਿਓ। ਬਸ ਦੇਖੋ ਹੁਣ ਗੁਰਮੁਖ ਪਿਆਰਿਓ ਕਹਿੰਦਾ ਫਿਰ ਹੀਲਾ ਕਰ, ਮੈਨੂੰ ਇੱਥੋਂ ਕੱਢ ਦਿੱਲੀ ਚੋਂ। ਤੇ ਗੁਰਮੁਖ ਪਿਆਰਿਓ ਪਹਿਰੇ ਥੱਲੇ ਮੁਅੱਜ਼ਮ ਨੇ ਦਿੱਲੀ ਤੋਂ ਬਾਹਰ ਕੱਢਿਆ ਨੰਦ ਲਾਲ ਗੋਏ ਨੂੰ। ਭੱਜਿਆ, ਕਦੇ ਬਹਿ ਜਾਂਦਾ, ਕਦੇ ਭੱਜ ਲੈਂਦਾ। ਬੁਰਾ ਹਾਲ ਬਣ ਕੇ ਦਿਹਾੜੇ ਝਾੜੀਆਂ ਵਿੱਚ ਕੱਪੜੇ ਫਟ ਗਏ, ਪੱਗ ਲੈ ਗਈ, ਕੇਸ ਖੁੱਲ ਗਏ, ਕਮਲਾ ਜਾ ਹੋ ਗਿਆ। ਤੇ ਗੁਰਮੁਖ ਪਿਆਰਿਓ ਕਈ ਦਿਨਾਂ ਬਾਅਦ ਅਨੰਦਪੁਰ ਸਾਹਿਬ ਪਹੁੰਚਿਆ ਦਿੱਲੀ ਤੋਂ। ਹੁਣ ਗੁਰਮੁਖ ਪਿਆਰਿਓ ਆਰਾਮ ਕੀਤਾ ਜਾ ਕੇ। ਦੂਜੇ ਦਿਨ ਪੁੱਛਦਾ ਮੈਂ ਬਾਜਾਂ ਵਾਲੇ ਦਰਸ਼ਨ ਕਰਨੇ ਨੇ। ਮਨ ਵਿੱਚ ਇੱਕ ਤੜਫ ਹੋ ਗਈ ਵੀ ਇੱਥੇ ਮੌਤ ਵੀ ਨਹੀਂ ਆਉਣੀ ਤੇ ਧਰਮ ਵੀ ਨਹੀਂ ਬਦਲਿਆ ਜਾਣਾ, ਮੈਂ ਇੱਥੇ ਰਹੂੰਗਾ। ਹੁਣ ਗੁਰਮੁਖ ਪਿਆਰਿਓ ਮੈਂ ਨੇੜੇ ਲੈ ਕੇ ਆਵਾਂ, ਸਾਖੀ ਬਹੁਤ ਲੰਬੀ ਆ, ਸਮਾਂ ਹੋ ਗਿਆ ਆਪਣਾ। ਸਤਿਗੁਰੂ ਬਾਜਾਂ ਵਾਲੇ ਤੋਂ ਆਗਿਆ ਲੈ ਕੇ ਸਿੱਖ ਨੇ ਕਿਹਾ ਵੀ ਆ ਜਾ। ਬਾਜਾਂ ਵਾਲੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਧੁੱਪ ਵਿੱਚ ਕੇਸ ਹਰੇ ਕਰ ਰਹੇ ਸੀ, ਮਤਲਬ ਹਵਾ ਲਵਾ ਰਹੇ, ਸੁਕਾ ਰਹੇ ਸੀ। ਤੇ ਗੁਰਮੁਖ ਪਿਆਰਿਓ ਇਹ ਨੰਦ ਲਾਲ ਗੋਆ ਆਲਮ ਫਾਜ਼ਲ ਸੀ, ਅਰਬੀ, ਫਾਰਸੀ, ਉਰਦੂ ਦਾ, ਸੰਸਕ੍ਰਿਤ ਦਾ ਮਹਾਨ ਵਿਦਵਾਨ ਸੀ, ਕਵਿਤਾ ਬਹੁਤ ਲਿਖਦਾ ਸੀ। ਤੇ ਗੁਰਮੁਖ ਪਿਆਰਿਓ ਜਦੋਂ ਬਾਜਾਂ ਵਾਲੇ ਦੇ ਦਰਸ਼ਨ ਕੀਤੇ, ਬਸ ਗੁਰਮੁਖ ਪਿਆਰਿਓ ਸੁੱਧ ਬੁੱਧ ਭੁੱਲ ਗਈ, ਸੁੱਧ ਬੁੱਧ ਭੁੱਲ ਗਈ। ਸਤਿਗੁਰੂ ਬਾਜਾਂ ਵਾਲੇ ਮਹਾਰਾਜ ਜੀ ਦੇ ਸਾਹਮਣੇ ਨਮਸਕਾਰ ਕਰਕੇ ਕਹਿੰਦਾ ਦਾਤਾ ਵੀ ਮੇਰਾ ਜੀ ਕਰਦਾ ਮੈਂ ਤੁਹਾਡੇ ਇੱਕ ਵਾਲ ਤੋਂ, ਸੁਣਿਓ ਧਿਆਨ ਨਾਲ, ਮੈਂ ਤੁਹਾਡੇ ਇੱਕ ਸਿਰ ਦੇ ਵਾਲ ਤੋਂ ਲੋਕ ਪਰਲੋਕ ਦੀ ਮਾਇਆ ਵਾਰਦਾ। ਸਿੱਖੋ ਧਿਆਨ ਦਿਓ। ਤੇ ਗੁਰਮੁਖ ਪਿਆਰਿਓ ਏਡਾ ਕੁਰਬਾਨ ਹੋਇਆ ਤੇ ਗੁਰਮੁਖ ਪਿਆਰਿਓ 52 ਕਵੀਆਂ ਦੇ ਵਿੱਚ ਆਇਆ ਨੰਦ ਲਾਲ ਗੋਆ। ਤੇ ਗੁਰਮੁਖ ਪਿਆਰਿਓ ਹੁਣ ਸੁਣਿਓ, ਨੰਦ ਲਾਲ ਗੋਆ ਕਹਿੰਦਾ ਮੈਂ ਤੁਹਾਡੇ ਕੇਸਾਂ ਦੇ ਸਿਰ ਦੇ ਇੱਕ ਵਾਲ ਤੋਂ ਲੋਕ ਪਰਲੋਕ ਵਾਰਦਿਆਂ ਮੇਰਾ ਜੀ ਚਾਹੁੰਦਾ। ਸਿੱਖੋ ਉਹੀ ਕੇਸ ਪੰਜਾਬੀਓ ਬਾਪੂ ਗੁਰੂ ਗੋਬਿੰਦ ਸਿੰਘ ਨੇ ਤੁਹਾਡੀ ਝੋਲੀ ਚ ਪਾਤੇ, ਉਹੀ ਕੇਸ। ਤੇ ਆਪਾਂ ਕਟਾਉਣ ਲੱਗੇ ਮਿੰਟ ਲਾਉਣੇ ਆ। ਜਿਹੜੇ ਇੱਕ ਵਾਲ ਤੋਂ, ਸਿਰ ਦੇ ਇੱਕ ਵਾਲ ਤੋਂ ਨੰਦ ਲਾਲ ਗੋਆ ਵਰਗੇ ਮਹਾਨ ਵਿਦਵਾਨ, ਮਹਾਨ ਆਲਮ ਫਾਜ਼ਲ, ਉਹ ਕਹਿੰਦੇ ਆ ਸਤਿਗੁਰੂ ਮੈਂ ਲੋਕ ਪਰਲੋਕ ਵਾਰਦੇ ਆ। ਤੇ ਉਹ ਦਾਤ ਸਾਡੀ ਝੋਲੀ 'ਚ ਪੈ ਗਈ। ਉਹ ਸਿੱਖੋ ਤੁਸੀਂ ਕੇਸ ਕਤਲ ਕਰਾਉਣ ਲੱਗੇ ਜਰਾ ਕੁ ਸੋਚਿਆ ਕਰੋ। ਸਾਡੇ ਮੁੰਡਿਆਂ ਦੇ ਸਿਰ ਤੇ ਕੇਸ ਨਹੀਂ, ਦਾੜੀ ਨਹੀਂ ਹੈਗੀ। ਉਹ ਗੁਰਮੁਖ ਪਿਆਰਿਓ ਕਿੱਧਰ ਨੂੰ ਚੱਲ ਪਏ ਆਪਾਂ। ਤੇ ਗੁਰਮੁਖ ਪਿਆਰਿਓ ਐਸੀ ਬਖਸ਼ਿਸ਼ ਹੋਈ, ਜਿਹੜਾ ਮੌਤ ਤੋਂ ਡਰ ਕੇ ਭੱਜਿਆ ਸੀ ਨਾ, ਡਰ ਕੇ ਮੌਤ ਤੋਂ, ਦਿੱਲੀ ਤੋਂ, ਮੈਨੂੰ ਮੌਤ ਨਾ ਜਾਵੇ। ਇੱਕ ਦਿਨ ਸਤਿਗੁਰੂ ਸਤਲੁਜ ਦੇ ਕਿਨਾਰੇ ਕਿਨਾਰੇ ਤੁਰੇ ਜਾਂਦੇ ਤੇ ਗੁਰਮੁਖ ਪਿਆਰਿਓ ਸਤਿਗੁਰ ਨੇ ਪੱਥਰ ਚੱਕਿਆ, ਪਾਣੀ ਵੀ ਸੁੱਟ ਦਿੱਤਾ। ਨਾਲ ਸਿੱਖ ਜਾਂਦੇ ਸੀ। ਕਹਿੰਦੇ ਸਿੱਖੋ ਪੱਥਰ ਕਿਉਂ ਡੁੱਬਿਆ? ਸਿੱਖ ਕਹਿੰਦੇ ਮਹਾਰਾਜ ਪੱਥਰ ਆ, ਪਾਣੀ 'ਚ ਪੱਥਰ ਡੁੱਬੀ ਜਾਂਦੇ ਆ। ਸਤਿਗੁਰ ਅੱਗੇ ਤੁਰ ਪਏ, ਫੇਰ ਪੱਥਰ ਚੱਕਿਆ, ਫੇਰ ਪਾਣੀ ਸੁੱਟਦਾ। ਕਹਿੰਦੇ ਸਿੱਖੋ ਇਹ ਪੱਥਰ ਕਿਉਂ ਡੁੱਬਿਆ? ਸਿੱਖ ਕਹਿੰਦੇ ਮਹਾਰਾਜ ਕੀ ਕਰੀ ਜਾਂਦੇ ਹੋ, ਪੱਥਰ ਪਾਣੀ ਵਿੱਚ ਡੁੱਬਦਾ ਹੀ ਹੁੰਦਾ। ਫੇਰ ਤੁਰ ਪਏਗਾ, 2 ਕਦਮ ਤੁਰੇ, ਫੇਰ ਪੱਥਰ ਚੱਕਿਆ, ਫੇਰ ਪਾਣੀ ਸੁੱਟਦਾ। ਕਹਿੰਦੇ ਸਿੱਖੋ ਪੱਥਰ ਡੁੱਬਿਆ ਕਿਉਂ? ਸਿੱਖ ਤਲਖੀ ਵਿੱਚ ਆ ਗਏ। ਕਹਿੰਦੇ ਸਤਿਗੁਰੂ ਜੀ ਕੀ ਕਰੀ ਜਾਂਦੇ ਹੋ? ਤੁਹਾਨੂੰ ਵੀ ਪਤਾ, ਸਾਰਾ ਪਤਾ ਵੀ ਪੱਥਰ ਪਾਣੀ ਵਿੱਚ ਡੁੱਬਦੇ ਹੀ ਹੁੰਦੇ ਨੇ। ਸਤਿਗੁਰ ਹੱਸ ਪਏ, ਗਾਹਾਂ ਤੁਰ ਪਏ, ਫੇਰ ਪੱਥਰ ਚੱਕਿਆ, ਪਾਣੀ ਵੀ ਸੁੱਟ ਦਿੱਤਾ। ਤੇ ਗੁਰਮੁਖ ਪਿਆਰਿਓ ਹੁਣ ਸਤਿਗੁਰ ਪਿੱਛੇ ਪਿੱਛੇ ਨੰਦ ਲਾਲ ਗੋ ਆਉਂਦਾ। ਸਤਿਗੁਰ ਨੇ ਮੁੱਖ ਨਹੀਂ ਕਰਿਆ। ਕਹਿੰਦੇ ਨੰਦ ਲਾਲ ਵੀ ਪੱਥਰ ਡੁੱਬਿਆ ਕਿਉਂ? ਤੇ ਗੁਰਮੁਖ ਪਿਆਰਿਓ ਇਹ ਚੁੱਪ ਹੋ ਗਿਆ, ਰੋਈ ਜਾਂਦਾ, ਰੋਈ ਜਾਂਦਾ। ਤੇ ਗੁਰਮੁਖ ਪਿਆਰਿਓ ਰੋਈ ਜਾਂਦਾ, ਰੋਈ ਜਾਂਦਾ। ਸਤਿਗੁਰ ਨੇ ਮੂੰਹ ਘੁਮਾਇਆ, ਕਹਿੰਦੇ ਨੰਦ ਲਾਲ ਮੋਢਾ ਫੜ ਕੇ ਮੈਂ ਤੈਨੂੰ ਪੁੱਛਦਾ ਬਈ ਪੱਥਰ ਪਾਣੀ ਵਿੱਚ ਕਿਉਂ ਡੁੱਬਿਆ? ਤੇ ਗੁਰਮੁਖ ਪਿਆਰਿਓ ਨੰਦ ਲਾਲ ਰੋ ਕੇ ਕਹਿਣ ਲੱਗਿਆ ਦਾਤਾ ਅਸਲ ਵਿੱਚ ਪੱਥਰ ਦੀ ਗੱਲ ਨਹੀਂ, ਅਸਲ ਵਿੱਚ ਦਾਤਾ ਜੀ ਜਿਹੜਾ ਤੁਹਾਡੇ ਹੱਥ ਵਿੱਚੋਂ ਸੁੱਟ ਗਿਆ ਉਹ ਡੁੱਬੀ ਗਿਆ। ਕਿਉਂ ਸਿੱਖੋ? ਨੰਦ ਲਾਲ ਗੋਆ ਕਹਿੰਦਾ ਸਤਿਗੁਰ ਜੀ ਕੱਲੇ ਪੱਥਰ ਦੀ ਗੱਲ ਨਹੀਂ,
ਜਿਹੜਾ ਤੁਹਾਡੇ ਹੱਥ ਵਿੱਚੋਂ ਛੁੱਟ ਗਿਆ ਨਾ, ਬਸ ਉਹ ਡੁੱਬੀ ਗਿਆ। ਚਾਹੇ ਸੰਸਾਰ ਸਾਗਰ ਵਿੱਚ ਡੁੱਬ ਗਿਆ, ਚਾਹੇ ਪਾਣੀ ਦੇ ਸਾਗਰ ਵਿੱਚ ਡੁੱਬ ਗਿਆ। ਆਪਾਂ ਕਿੱਥੇ ਖੜੇ ਆਂ ਬਈ? ਆਪਾਂ ਕਿੱਥੇ ਖੜੇ ਆਂ? ਡੁੱਬੇ ਹੀ ਪਏ ਆਂ ਪਿਆਰਿਓ। ਗੱਲੀ ਬਾਤੀ ਮੈਂ ਵੱਡੀ, ਕਰਤੂਤੀ ਵੱਡੀ ਜਠਾਣੀ। ਅਖਾਣ ਆਪਣਾ ਪੰਜਾਬੀ ਦਾ। ਗੱਲਾਂ ਬਾਤਾਂ ਅਸੀਂ ਬਹੁਤ ਕਰਦੇ ਆਂ, ਪਰ ਗੁਰਮੁਖ ਪਿਆਰਿਓ ਸਾਡੇ ਪੱਲੇ ਕੁਝ ਨਹੀਂ। ਇਸੇ ਕਰਕੇ ਸਾਨੂੰ ਸਤਿਗੁਰ ਨੇ ਰਾਜ ਦਿੱਤਾ, ਸਾਨੂੰ ਰਾਜ ਗੱਦੀਆਂ ਦਿੱਤੀਆਂ, ਸਾਨੂੰ ਦਿੱਤੀਆਂ ਜ਼ਮੀਨਾਂ। ਅਸੀਂ ਬੇਕਰਤੂਤੇ ਬੇਪਰਤੀਤੇ ਤੇ ਗੁਰਮੁਖ ਪਿਆਰਿਓ ਜ਼ਮੀਨਾਂ ਵੀ ਖੁਆ ਲੀਆਂ, ਬਾਦਸ਼ਾਹੀਆਂ ਵੀ ਖੁਆ ਲੀਆਂ, ਸਰਦਾਰੀਆਂ ਵੀ ਖਾ ਲੀਆਂ। ਉਹ ਪਿਆਰਿਓ ਅਸੀਂ ਬਾਜਾਂ ਵਾਲੇ ਤੋਂ ਮੁੱਖ ਫੇਰ ਲਿਆ। ਉਹ ਗੁਰਮੁਖ ਪਿਆਰਿਓ ਅਸੀਂ ਬਾਜਾਂ ਵਾਲੇ ਤੋਂ ਦੂਰ ਹੋ ਗਏ। ਇਸੇ ਕਰਕੇ ਤੇ ਗੁਰਮੁਖ ਪਿਆਰਿਓ ਸਭ ਕੁਝ ਦਿੱਤਾ ਬਾਜਾਂ ਵਾਲੇ ਨੇ। ਅਸੀਂ ਕਹਿੰਦਾ ਨਹੀਂ, ਸਾਨੂੰ ਨਹੀਂ ਕੁਝ ਚਾਹੀਦਾ। ਹੁਣ ਧੱਕੇ ਨੇ ਉਹ ਗੁਰਮੁਖ ਪਿਆਰਿਓ। ਜੇ ਕਿਤੇ ਕਾਨੂੰਨ ਪਾਸ ਹੋ ਗਏ ਕੀ ਹਾਲ ਹੋਊ ਤੁਹਾਡਾ? ਸੋਚਿਆ ਕਦੇ ਗੱਲ? ਤੇ ਗੁਰਮੁਖ ਪਿਆਰਿਓ ਆਓ, ਅਜੇ ਵੀ ਵੇਲਾ। ਆਓ ਗੁਰੂ ਵਾਲੇ ਬਣੀਏ, ਆਓ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਤੇ ਗੁਰਮੁਖ ਪਿਆਰਿਓ ਆਓ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਦੇਖੋ ਮਹਾਂਪੁਰਖ ਕਿੱਡਾ ਉਪਰਾਲਾ ਕਰਦੇ ਨੇ। ਮੈਂ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਦੇ ਨਾਲ ਰਿਹਾ ਸੰਗਤ ਜੀ 8-9 ਸਾਲ। ਤਾਂ ਮੈਂ ਬਿਲਕੁਲ ਦਮ ਨਾਲ ਦਮ ਲਿਆ ਮਹਾਂਪੁਰਖਾਂ ਦੇ। ਤੇ ਗੁਰਮੁਖ ਪਿਆਰਿਓ ਮੈਂ ਮਹਾਂਪੁਰਖ ਦੇ ਸੁੱਤੇ ਨਹੀਂ ਦੇਖੇ ਸੀ ਕਦੇ ਵੀ। ਜੇ ਕਿਤੇ ਪੁੱਛਣਾ ਮਹਾਰਾਜ ਜੀ ਆਰਾਮ ਕਰ ਲਿਆ ਕਰੋ, ਸਰੀਰ ਬਜ਼ੁਰਗ ਹੋ ਗਿਆ। ਤੇ ਗੁਰਮੁਖ ਪਿਆਰਿਓ ਫਿਰ ਅੱਖਾਂ 'ਚ ਪਾਣੀ ਆ ਜਾਣਾ ਮਹਾਂਪੁਰਖਾਂ ਦੇ। ਉਹ ਕਹਿੰਦੇ ਭਾਈ ਮੈਨੂੰ ਤਾਂ ਕੋਈ ਦਿਹਾੜੀ ਨਹੀਂ ਲੈ ਕੇ ਜਾਂਦਾ। ਅੱਜ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਏਡੀ ਕਿਰਪਾ ਕੀਤੀ ਹੈ ਵੀ ਲੋਕ ਮੇਰੇ ਦਰਸ਼ਨ ਕਰਨ ਵਾਸਤੇ ਆਉਂਦੇ ਆ। ਇਹ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ, ਮਹਾਂਪੁਰਖਾਂ ਜੀਆਂ ਦੀ ਕਿਰਪਾ। ਹੁਣ ਮੈਨੂੰ ਨੀਂਦ ਭੁੱਲੀ ਹੋਈ ਹੈ। ਇਸ ਤਰ੍ਹਾਂ ਮਹਾਂਪੁਰਖ ਬਚਨ ਕਰਦੇ ਹੁੰਦੇ। ਮੈਨੂੰ ਹੁਣ ਬਸ ਮੇਰੀ ਗੁਰੂ ਨਾਲ ਨਿਭ ਜਾਵੇ, ਬਸ ਇਹੀ ਮੇਰੀ ਅਰਦਾਸ ਆ। ਇਹ ਮੈਂ ਮਹਾਂਪੁਰਖਾਂ ਦੇ ਤੇ ਗੁਰਮੁਖ ਪਿਆਰਿਓ। ਪਰ ਮੈਂ ਇਹ ਵੀ ਦੇਖਿਆ ਵੀ ਮਹਾਂਪੁਰਖ ਦੀ ਜ਼ਿੰਦਗੀ ਵਿੱਚ ਸੁੱਖ ਕਿਤੇ ਹੁੰਦਾ ਹੀ ਨਹੀਂ। ਉਹ ਪਿਆਰਿਓ ਕਿਤੇ ਨਹੀਂ ਹੁੰਦਾ। ਮਹਾਂਪੁਰਖ ਦੀ ਜ਼ਿੰਦਗੀ ਵਿੱਚ ਸੁੱਖ ਨਹੀਂ ਹੁੰਦਾ। ਪਰ ਕਮਾਲ ਦੀ ਗੱਲ ਹੈ, ਗੁਰਬਾਣੀ ਦੇ ਸਦਕਾ ਮਹਾਂਪੁਰਖ ਦੁੱਖਾਂ ਨੂੰ ਵੀ ਸੁੱਖਾਂ ਵਾਂਗੂ ਹੰਢਾਉਂਦੇ ਆ। ਉਹ ਪਿਆਰਿਓ ਗੁਰਬਾਣੀ ਦੇ ਸਦਕਾ ਮਹਾਂਪੁਰਖ ਦੁੱਖਾਂ ਨੂੰ ਵੀ ਸੁੱਖਾਂ ਵਾਂਗੂ ਹੰਢਾਉਂਦੇ ਆ। ਉਹ ਪਿਆਰਿਓ ਕੋਈ ਕੁਝ ਕਹਿ ਜਾਵੇ ਤੇ ਗੁਰਮੁਖ ਪਿਆਰਿਓ ਬਾਜਾਂ ਵਾਲੇ ਨੇ ਸਾਰਾ ਕੁਝ ਸਾਨੂੰ ਦੇ ਕੇ ਤੇ ਗੁਰਮੁਖ ਪਿਆਰਿਓ ਕਿੱਡੀਆਂ ਕਿੱਡੀਆਂ ਦਾਤਾਂ ਸਾਡੀ ਝੋਲੀ 'ਚ ਪਾਈਆਂ। ਆਓ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਆਓ ਆਪਾਂ ਗੁਰੂ ਵਾਲੇ ਬਣੀਏ, ਆਓ ਆਪਾਂ ਗੁਰਬਾਣੀ ਦੇ ਨੇੜੇ ਲੱਗੀਏ। ਬੇਨਤੀ ਕਰੀਏ ਵੀ ਸਤਿਗੁਰੂ ਔਗਣਿਆਰੇ ਦੀ ਬੇਨਤੀ ਸੁਣੋ ਗਰੀਬ ਨਵਾਜ, ਜਿਹੋ ਪੂਤ ਕਪੂਤੋਂ ਬਹੁੜ ਪਿਤਾ ਕੋ ਲਾਜ। ਸਾਰੇ ਬੇਨਤੀ ਕਰਿਓ ਸਤਿਗੁਰੂ ਅਸੀਂ ਤਾਂ ਇਹੋ ਜਿਹੀ ਹਾਂ, ਆਪ ਬਖਸ਼ਣ ਹਾਰਿਓ, ਕਿਰਪਾ ਕਰਕੇ ਬਖਸ਼ ਲਿਓ ਸੱਚੇ ਪਾਤਸ਼ਾਹ ਜੀਓ। ਤੇ ਗੁਰਮੁਖ ਪਿਆਰਿਓ ਜਦੋਂ ਸਤਿਗੁਰ ਅੱਗੇ ਬੇਨਤੀ ਕਰੋਗੇ ਸਤਿਗੁਰ ਨੇ ਸੁਣ ਲੈਣੀ ਹੈ। ਸ਼ਾਇਦ ਆਪਾਂ ਬਖਸ਼ੇ ਜਾਈਓ ਪਿਆਰਿਓ, ਸ਼ਾਇਦ ਆਪਣੇ ਤੇ ਕਿਰਪਾ ਹੋ ਜਾਵੇ। ਇਸੇ ਕਰਕੇ ਕੋਈ ਮਾਣ ਨਾ ਕਰਿਓ ਮੇਰੇ ਕੋਲ ਧਨ ਦੌਲਤ ਬਹੁਤ ਆ, ਕੋਈ ਮਾਣ ਨਾ ਕਰਿਓ ਵੀ ਮੇਰੇ ਕੋਲ ਤਾਂ ਮੇਰੀ ਤਾਂ ਚੱਲਦੀ ਆ ਸਰਕਾਰੀ ਦਰਬਾਰੇ। ਨਹੀਂ ਵੀ ਨਹੀਂ, ਇਹ ਕੋਈ ਮਾਣ ਨਹੀਂ ਕਰਨਾ। ਨਿਰਹੰਕਾਰ ਹੋ ਕੇ ਨਿਮਾਣੇ ਹੋ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚਾਹੋਗੇ ਤਾਂ ਫਿਰ ਬਾਪੂ ਕਹਿੰਦੇ ਹਰ ਜੀਓ ਨਿਮਾਣਿਆ ਤੂੰ ਮਾਣ ਨੇ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ। ਸਿਰਫ ਪੌਣੇ 42 ਸਾਲ ਦੀ ਉਮਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ। 7 ਸਾਲ ਦੀ ਉਮਰ ਦੇ ਵਿੱਚ ਪਿਤਾ ਸਾਡੇ ਵਾਸਤੇ ਵਾਰਤਾ। ਜਦੋਂ ਪੁੱਤਰ ਸੀ ਉਦੋਂ ਪਿਤਾ ਵਾਰਤਾ, ਜਦੋਂ ਪਿਤਾ ਬਣੇ ਉਦੋਂ ਪੁੱਤਰ ਵਾਰਤੇ। ਬਾਜਾਂ ਵਾਲੇ ਨੇ ਸਾਡੀ ਖਾਤਰ, ਉਹ ਪੰਜਾਬੀਓ ਆਪਣੀ ਖਾਤਰ ਵੀ ਇਹ ਮੇਰੇ ਪੰਜਾਬੀ ਸਰਦਾਰ ਬਣੇ ਰਹਿਣ ਤੇ ਚੜ੍ਹਦੀਆਂ ਕਲਾਂ ਵਿੱਚ ਰਹਿਣ। ਤੇ ਗੁਰਮੁਖ ਪਿਆਰਿਓ ਇਸੇ ਕਰਕੇ ਬਾਜਾਂ ਵਾਲੇ ਨੇ ਸਾਰਾ ਕੁਝ ਦਾਅ ਤੇ ਲਾ ਕੇ ਸਾਨੂੰ ਸਰਦਾਰੀਆਂ, ਸਾਨੂੰ ਬਾਦਸ਼ਾਹੀਆਂ, ਵੈਸੇ ਉਹੀ ਨਹੀਂ ਕਿਹਾ ਵੀ ਮੈਂ ਤੁਹਾਨੂੰ ਦੇਤੀਆਂ, ਲਿਖਤੀ ਰੂਪ ਵਿੱਚ ਹੈ। ਇਨ ਗਰੀਬਨ ਕੋ ਦਊ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ। ਆਪਾਂ ਨੂੰ ਤਾਂ ਕਿੱਥੇ ਕਣ ਬੈਠਣ ਦੀ, ਕਿੱਥੇ ਕੌਣ ਬੈਠਣ ਦਿੰਦਾ ਤੁਹਾਨੂੰ। ਉਹ ਗੁਰਮੁਖ ਪਿਆਰਿਓ ਇਹ ਤਾਂ ਹੁਣੀ ਹੋ ਗਿਆ ਵੀ ਮੈਂ ਤਾਂ ਜੱਟ ਐ, ਮੈਂ ਤਾਂ ਸਰਦਾਰ ਐ, ਇਹਦਾ ਚਮਾਰ ਆ ਫਲਾਣ, ਇਹ ਤਾਂ ਹੁਣੀ ਹੋ ਗਿਆ। ਨਹੀਂ ਤਾਂ ਸਾਰੇ ਸੂਦਰ ਸ਼੍ਰੇਣੀ ਵਿੱਚ ਹੀ ਨੇ। ਤੇ ਗੁਰਮੁਖ ਪਿਆਰਿਓ
ਸੂਦਰਾਂ ਨੂੰ ਕੋਈ ਉੱਠ ਨਹੀਂ ਦਿੰਦਾ ਸੀ, ਖੇਤਾਂ ਵਿੱਚ ਕੰਮ ਕਰੋ ਤੇ ਆਪਣੀ ਮਰਜ਼ੀ ਨਾਲ ਚੱਕ ਕੇ ਲੈ ਜਾਂਦੇ ਅਨਾਜ, ਆਪਾਂ ਖਾਓ ਧੱਕੇ ਰਹੋ ਭੁੱਖੇ। ਇਹ ਦੁੱਖ ਸਤਿਗੁਰ ਤੋਂ ਸਹਾਰਿਆ ਨਹੀਂ ਗਿਆ। ਤੇ ਗੁਰਮੁਖ ਪਿਆਰਿਓ, ਸਾਡੀ ਖਾਤਰ ਪੌਣੇ 42 ਸਾਲ ਜੇ ਤੁਸੀਂ ਹੈ ਤੇ ਉਹ ਪ੍ਰਮਾਤਮਾ ਦਾ ਰੂਪ ਸੀ, ਕਿਉਂਕਿ ਉਹਨਾਂ ਦੇ ਆਪਣੇ ਬਚਨ ਨੇ, ਆਪਣਾ ਸੁਤਮੈ ਤੋਹੇ ਨਵਾਜਾ। ਇਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਿਖਤੀ ਰੂਪ ਵਿੱਚ ਨੇ ਆਪਣੇ ਕੋਲੇ। ਪ੍ਰਮਾਤਮਾ ਕਹਿੰਦੇ ਮੈਂ ਤੈਨੂੰ ਪੁੱਤ ਬਣਾ ਕੇ ਭੇਜਦਾ। ਕਿੱਡਾ ਵੱਡਾ ਤੇ ਗੁਰਮੁਖ ਪਿਆਰੋ ਮਾਣ ਮਿਲਿਆ। ਜੇ ਆਪਾਂ ਇਨਸਾਨੀਅਤ ਤੌਰ ਤੇ ਸਤਿਗੁਰੂ ਦੇ ਜੀਵਨ ਨੂੰ ਦੇਖ ਲਈਏ ਤੇ ਗੁਰਮੁਖ ਪਿਆਰਿਓ, ਮੈਨੂੰ ਲੱਗਦਾ ਵੀ ਜਿੱਡਾ ਵੱਡਾ ਗਿਰਿਆ ਬੰਦਾ ਹੋਵੇ ਮਰਜੀ, ਜੇ ਕਿਤੇ ਇਨਸਾਨੀਅਤ ਤੌਰ ਤੇ ਦੇਖ ਲਵੇ, ਉਹਦਾ ਰੋਣਾ ਅੱਖਾਂ 'ਚੋਂ ਪਾਣੀ ਨਹੀਂ ਸੁੱਕ ਸਕਦਾ ਗੁਰੂ ਜੀ ਦਾ ਜੀਵਨ ਪੜ੍ਹ ਕੇ। ਇਸੇ ਕਰਕੇ ਸੰਗਤ ਜੀ ਆਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰਬਾਣੀ ਪੜ੍ਹੀਏ, ਗੁਰਬਾਣੀ ਨਾਲ ਜੁੜੀਏ ਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਆਪਾਂ ਨੂੰ ਇਸ ਮੱਤ ਦੇ ਦੇਣ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਸੰਗਤ ਜੀ। ਬਹੁਤ ਬਹੁਤ ਉਦਮ ਉਪਰਾਲਾ ਆਪ ਸੰਗਤਾਂ ਦੇ ਸਹਿਯੋਗ ਨਾਲ ਮਹਾਂਪੁਰਖ ਕਰਦੇ ਨੇ। ਸ੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਮਹਾਰਾਜ ਜੀ ਹਰ ਸਾਲ ਇਹ ਸਮਾਗਮ ਰਚਦੇ ਨੇ। ਤੇ ਗੁਰਮੁਖ ਪਿਆਰਿਓ, ਕਿਉਂਕਿ ਮਹਾਂਪੁਰਖਾਂ ਦਾ ਤਾਂ ਪ੍ਰਯੋਜਨ ਹੀ ਹੁੰਦਾ ਵੀ ਕੋਈ ਨਾ ਕੋਈ ਤਰਜੋ ਨਾਮ ਬੇੜੀ ਸੰਤ ਮਲਾਹ ਪਾਰ ਲੰਘਾਉਂਦੇ ਖਾਮਖਾ। ਇਸੇ ਕਰਕੇ ਮਹਾਂਪੁਰਖਾਂ ਦਾ ਜੀਵਨ ਆਪ ਇਹਨਾਂ ਨੇ ਸੇਵਾ ਕੀਤੀ, ਦਿਨ ਰਾਤ ਸੇਵਾ ਕੀਤੀ, ਅੱਜ ਸੇਵਾ ਕਰਾ ਰਹੇ ਨੇ। ਤੇ ਗੁਰਮੁਖ ਪਿਆਰਿਓ, ਇਸੇ ਕਰਕੇ ਬਾਪੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹੋ ਜਿਹੇ ਸਤਿਪੁਰਖਾਂ ਦੇ ਚਰਨਾਂ ਵਿੱਚ ਆਪਾਂ ਸਿਰ ਰੱਖ ਕੇ ਨਮਸਕਾਰ ਹੀ ਕਰ ਦਈਏ, ਸ਼ਾਇਦ ਆਪਣੇ ਪਾਪਾਂ ਵਾਲੀ ਪੋਟ ਲੈ ਜਾਵੇ, ਪਾਪਾਂ ਵਾਲੀ ਪੰਡ ਲੈ ਜਾਵੇ। ਤੇ ਗੁਰਮੁਖ ਪਿਆਰਿਓ, ਬਹੁਤ ਬਹੁਤ ਧੰਨਵਾਦ ਸੰਗਤਾਂ ਦਾ, ਮਹਾਂਪੁਰਖਾਂ ਜੀ ਦੇ ਹਰ ਸਾਲ ਮਾਣ ਦਿੰਦੇ ਹੋ ਭਾਈ। ਬੇਸ਼ੱਕ ਮੈਂ 10-20 ਮਿੰਟ ਲੇਟ ਹੀ ਹੋ ਜਾਣਾ, ਫਿਰ ਵੀ ਮਹਾਂਪੁਰਖ ਏਡਾ ਵੱਡਾ ਮਾਣ ਦਿੰਦੇ ਨੇ। ਆਓ ਗੁਰਮੁਖ ਪਿਆਰਿਓ, ਬੇਨਤੀ ਕਰੀਏ ਸਤਿਗੁਰ ਦੇ ਚਰਨਾਂ ਵਿੱਚ ਵੀ, ਸਤਿਗੁਰੂ ਅਸੀਂ ਤੇ ਇਹੋ ਜਿਹੀਆਂ, ਆਪ ਕਿਰਪਾ ਕਰਕੇ ਇੱਕ ਦਾਤ ਝੋਲੀ ਚ ਪਾਇਓ ਗੁਰੂ ਮਹਾਰਾਜ ਜੀਓ। ਸਾਰੇ ਪੜਿਓ ਗੱਜ ਵੱਜ ਕੇ, ਸਤਿਗੁਰੂ ਮਹਾਰਾਜ ਕਿਰਪਾ ਕਰ ਦੇਣਗੇ। ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਮਿਲਿਓ ਨਾ ਪਿਆਰਿਆਂ ਨੂੰ। ਮਿਲਿਆ ਤੇਰਾ ਨਾਮ ਚਿੱਤ ਆਵੇ, ਮਿਲਿਓ ਨਾ ਪਿਆਰਿਆਂ ਨੂੰ। ਬਿਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਹਿਰਦੇ ਚ ਗੱਜ ਕੇ ਮਿਲਿਓ ਨਾ ਪਿਆਰਿਆਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਿਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਮਿਲਿਓ ਨਾ ਪਿਆਰਿਆਂ। ਮਿਲਿਆ ਤੇਰਾ ਨਾਮ ਚਿਤ ਆਵੇ, ਮਿਲਿਓ ਨਾ ਪਿਆਰਿਆਂ। ਜਿਉਂਦੇ ਰਹੋ ਕੁੜੀਓ, ਮਹਾਰਾਜ ਚੜ੍ਹਦੀ ਕਲਾ ਚ ਰੱਖੇ। ਮਿਲਿਆ ਤੇਰਾ ਨਾਮ ਚਿਤ ਆਵੇ, ਮਿਲਿਓ ਨਾ ਪਿਆਰਿਆਂ। ਮੇਲਿਓ ਨਾ ਜੀ ਪਿਆਰਿਆਂ ਨੂੰ, ਮੇਲਿਓ ਨਾ ਜੀ ਪਿਆਰਿਆਂ ਨੂੰ। ਵਾਹਿਗੁਰੂ 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 ਵਾਹਿਗੁਰੂ। ਮਿਲਿਓ ਨਾ ਜੀ ਪਿਆਰਿਆਂ ਨੂੰ, ਮਿਲਿਓ ਨਾ ਜੀ ਪਿਆਰਿਆਂ ਨੂੰ। ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਮਿਲਿਓ ਨਾ ਪਿਆਰਿਆਂ ਨੂੰ।
ਬੇਨਤੀ ਕਰਨੀ ਹੈ, ਸਤਿਗੁਰੂ ਜੀ ਕਿਰਪਾ ਕਰੋ, ਇਹੋ ਜਿਹੇ ਸੁਭਾਗੇ ਸਮੇਂ ਸਾਨੂੰ ਮਿਲਦੇ ਰਹਿਣ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਸੰਗਤ ਜੀ ਮੈਂ 10 ਕੁ ਮਿੰਟ ਹੋਰ ਲਾਓ, ਸੁਣਿਓ ਧਿਆਨ ਨਾਲ ਸੰਗਤ ਜੀ। ਵੀ ਹੁਣ ਆਪਦਾ ਕੈਮਰਾ ਜਿਹਾ ਬੰਦ ਕਰ ਲਾ ਮਿੱਤਰਾ।